ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਭਾਈ। ਤੇ ਗੁਰੂ ਪਿਆਰਿਓ, ਆਪਾਂ ਬਚਨ ਬਲਾਸ ਸ਼ੁਰੂ ਕੀਤੇ ਹੋਏ ਸੀਗੇ ਬੁੱਢੇ ਦਲ ਦੇ ਸ਼ਹੀਦ ਪਾਤਸ਼ਾਹ ਅਕਾਲੀ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੀ ਗਾਥਾ। ਬਾਬਾ ਜੀ ਦੀ ਕਿਸ ਤਰ੍ਹਾਂ ਦੀ ਸੇਵਾ ਬਾਬਾ ਜੀ ਨੇ ਕੀਤੀ ਤੇ ਉਦੋਂ ਅੱਗੇ ਬਾਬਾ ਜੀ ਦੀ ਸ਼ਹੀਦੀ ਦਾ ਫਿਰ ਕੀ ਕਾਰਨ ਬਣਦਾ, ਕਿੱਦਾਂ ਬਾਬਾ ਜੀ ਸਰੀਰ ਤਿਆਗਦੇ ਆ, ਕੀ ਖੇਡ ਵਰਤਦੀ ਹੈ। ਗੁਰਬਰ ਅਕਾਲ ਤੇ ਸੰਗ ਜਿਹਾ ਵੀ ਬਹਿ ਗਿਆ ਗੱਲ ਦਾ ਬਚਨ ਬਲਾਸ ਕਰਕੇ। ਤੇ ਅੱਜ ਆਪਾਂ ਕੰਮ ਥੋੜਾ ਜਿਹਾ ਖਿੱਚ ਕੇ ਰੱਖਣਾ ਆ, ਗੱਲ ਮੁੱਦੇ ਦੀ ਕਰਨੀ ਆ। ਕੱਲ ਆਪਾਂ ਫਤਿਹ ਕੀਤਾ ਸੀਗਾ ਮੋਰਚਾ ਲਿਜਾ ਕੇ ਵੀ ਜਦੋਂ ਇਹ ਸਾਰੀ ਗੱਲਬਾਤ ਹੋ ਗਈ। ਮਲੇਸ਼ ਜੁੰਡਲੀ ਜਿਹੜੀ ਇਹ 15-16 ਬੰਦਿਆਂ ਦੀ ਜਿਹੜੀ ਮਲੇਸ਼ ਜੁੰਡਲੀ ਆ, ਤੇ ਇਹਨਾਂ ਨੇ ਐਦਾਂ ਫਿਰ ਆਪਣਾ ਇਹਨਾਂ ਨੇ ਮਲੇਛਾ ਨੇ ਇੱਕ ਇਹਨਾਂ ਨੇ ਮਤਾਇਆ, ਇਹਨਾਂ ਨੇ ਮਤਾ ਪਕਾਇਆ ਸਾਰਿਆਂ ਨੇ ਇਕੱਠੇ ਹੋ ਕੇ ਕਿ ਜਿਹੜਾ ਇਹ ਬਹਾਦਰ ਸਿੰਘ ਆ ਇਹ ਸਾਡੇ ਕਾਬੂ ਨਹੀਂ ਆ ਰਿਹਾ। ਜਿਹੜਾ ਬਹਾਦਰ ਸਿੰਘ ਆ ਇਹ ਸਾਡੇ ਨਾ ਤਾਂ ਕਾਬੂ ਆ ਰਿਹਾ, ਨਾ ਕੋਈ ਸਾਡੀ ਗੱਲਬਾਤ ਮੰਨ ਰਿਹਾ, ਨਾ ਕੋਈ ਸਾਡੀ ਗੱਲ ਸੁਣ ਰਿਹਾ। ਇਹ ਵੀ ਨਹੀਂ ਕੋਈ ਗੱਲ ਸਾਡੀ ਸੁਣਦਾ। ਤੇ ਗਾਂ ਇਹਨੇ ਆਪਣੀ ਫੌਜ ਨੂੰ ਵੀ ਇਸ ਤਰ੍ਹਾਂ ਟ੍ਰੇਨਡ ਕੀਤਾ ਆ, ਆਪਣੀ ਫੌਜ ਨੂੰ ਵੀ ਇਸ ਤਰ੍ਹਾਂ ਇਹਨੇ ਸਿਖਾਇਆ ਆ ਵੀ ਜਦੋਂ ਵੀ ਅਸੀਂ ਦਲ ਦੁਲ 'ਚ ਜਾਂਦੇ ਹਾਂ ਜਾਂ ਕੋਈ ਗੱਲਬਾਤ ਕਰਦੇ ਹਾਂ ਜੋੜ ਮੇਲੇ ਦੇ ਉੱਤੇ ਜਾ ਕੇ, ਤਾਂ ਇਹਦੀ ਜਿਹੜੀ ਫੌਜ ਆ ਬਹਾਦਰ ਸਿੰਘ ਦੀ ਫੌਜ ਆ ਇਹ ਵੀ ਸਾਨੂੰ ਝੇਡਾਂ ਕਰਦੇ ਆ, ਸਾਨੂੰ ਦਾਲ 'ਚ ਲੂਣ ਨਹੀਂ ਜਾਣਦੇ। ਹਾਲਾਂਕਿ ਬਾਬਾ ਬਹਾਦਰ ਸਿੰਘ ਸਾਹਿਬ ਜੀ ਸਾਰੀ ਫੌਜ ਨੂੰ ਇਹ ਬਚਨ ਸਮਝਾਉਂਦੇ ਹੁੰਦੇ ਸੀਗੇ, ਭਾਈ ਹੂੜ ਮੱਤ ਨਹੀਂ ਕਰਨੀ ਹੈ ਕਿਸੇ ਨੇ ਵੀ, ਠੀਕ ਹੈ। ਜਿਹੜਾ ਸਾਡਾ ਪੈਰਾ ਆ ਉਹ ਅਸੀਂ ਕਰਨਾ ਆ। ਤੁਸੀਂ ਕਦੇ ਵੀ ਕਿਸੇ ਦੇ ਖਿਲਾਫ ਨਹੀਂ ਬੋਲਣਾ, ਕਦੇ ਕਿਸੇ ਦੇ ਖਿਲਾਫ ਨਹੀਂ ਜਾਣਾ। ਜੇ ਕੋਈ ਆਉਂਦਾ ਆ ਦਲ ਦੇ ਵਿੱਚ ਵੀ ਜਾਂ ਕੋਈ ਵੀ ਹੋਵੇ, ਭਾਵੇਂ ਕੋਈ ਵੀ ਹੋਵੇ, ਆਪਣਾ ਭਾਵੇਂ ਬਗਾਨਾ, ਭਾਵੇਂ ਕੋਈ ਵੀ ਹੋਵੇ, ਵੈਰੀ ਆ ਜਾਂ ਦੁਸ਼ਮਣ ਆ ਜਾਂ ਆਪਣਾ ਬਗਾਨਾ ਕੋਈ ਵੀ ਹੋਵੇ, ਉਹਦੇ ਨਾਲ ਪ੍ਰੇਮ ਦੇ ਨਾਲ ਪੇਸ਼ ਆਉਣਾ। ਤੁਸੀਂ ਨਹੀਂ ਕੋਈ ਵੀ ਗੱਲਬਾਤ ਕਰਨੀ, ਕਿਸੇ ਨੂੰ ਗਾਲੀ ਗਲੋਚ ਨਹੀਂ ਕਰਨਾ। ਇਹ ਸਿੱਖਿਆ ਬਾਬਾ ਬਹਾਦਰ ਸਿੰਘ ਸਾਹਿਬ ਜੀ ਆਪ ਪਲੰਘੇ ਤੇ ਬੈਠ ਕੇ ਭਚੰਗੀਆਂ ਨੂੰ ਇਹ ਸਿੱਖਿਆ ਦਿੰਦੇ ਹੁੰਦੇ ਸੀ ਕਿ ਭਾਈ ਤੁਸੀਂ ਕਦੇ ਵੀ ਕੋਈ ਹੁੱਲੜਬਾਜੀ ਨਹੀਂ ਕਰਨੀ, ਠੀਕ ਹੈ। ਆਪਾਂ ਪੰਥ ਨੂੰ ਵਧਾਉਣਾ ਆ, ਨਾ ਕਿ ਪੰਥ ਨੂੰ ਘਟਾਉਣਾ ਆ। ਆਪਾਂ ਪੰਥ ਦੀ ਇਕੱਤਰਤਾਈ ਕਰਕੇ ਚੜ੍ਹਦੀ ਕਲਾ ਕਰਨੀ ਆ, ਵੀ ਬੁੱਢੇ ਦਲ ਦੀ ਚੜ੍ਹਦੀ ਕਲਾ ਹੋਵੇ। ਚੜ੍ਹਦੀ ਕਲਾ ਤਾਂ ਹੀ ਹੋਵੇਗੀ ਜੇ ਸਾਰੇ ਰਲ ਮਿਲ ਕੇ ਚੱਲਣਗੇ। ਤੇ ਚਲੋ ਉਹ ਅਕਾਲ ਪੁਰਖ ਨੇ ਕਿਰਪਾ ਕੀਤੀ। ਬਾਬਾ ਜੀ ਤਾਂ ਐਦਾਂ ਦੀ ਸੋਚ ਦੇ ਨਾਲ, ਐਦਾਂ ਦੀ ਮੱਤ ਦੇ ਨਾਲ ਸਾਰਿਆਂ ਨੂੰ ਨਾਲ ਜੋੜਨਾ ਚਾਹੁੰਦੇ ਸੀ, ਜਾਂ ਜਿੰਨੇ ਵੀ ਇਹ ਆਉਂਦੇ ਹੁੰਦੇ ਸੀਗੇ, ਠੀਕ ਹੈ ਜੀ। ਪਰ ਇਹਨਾਂ ਨੇ ਮਤਾ ਲਿਆ ਵੀ ਆਪਾਂ ਬਹਾਦਰ ਸਿੰਘ ਨੂੰ ਬਦਲੀਏ, ਆਪਾਂ ਬਹਾਦਰ ਸਿੰਘ ਤੋਂ ਰਾਜਸਾਜ ਖੋਈਏ। ਕੱਲ ਬਚਨ ਚੱਲਿਆ ਸੀਗਾ ਬਹਿਬਲੀਏ ਸਿੰਘ ਦਾ, ਬਹਿਬਲ ਪਿੰਡ ਤੋਂ, ਠੀਕ ਹੈ ਜੀ। ਉਹ ਬਹਿਬਲ ਪਿੰਡ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ। ਅਖੰਡ ਪਾਠ ਸਾਹਿਬ ਦੇ ਵਿੱਚ ਇਹ ਗਿਆਨੀ ਸ਼ੇਰ ਸਿੰਘ, ਠੀਕ ਆ, ਜਿਹੜੀ ਆਪਣੀ ਫੌਜ ਸੀ ਦਲ ਪੰਥ ਦੀ, ਬਾਬਾ ਗੁਰਦਿਆਲ ਸਿੰਘ, ਬਾਬਾ ਤੇਜਾ ਸਿੰਘ, ਹੋਰ ਸਾਰੇ ਭਚੰਗੀ, ਤਰਨਵੀਰ ਸਿੰਘ, ਚੰਡੀਗੜ੍ਹੀਆ, ਸੁਲੱਖਣ ਸਿੰਘ, ਇਹ ਸਾਰੇ ਜਿਹੜੇ ਦਲ ਦੇ ਨਿਸ਼ਾਨਚੀ, ਨਗਾਰਚੀ ਜਾਂ ਹੋਰ ਸੇਵਾਦਾਰ, ਗ੍ਰੰਥੀ, ਰਾਗੀ ਢਾਡੀ, ਇਹ ਸਾਰੇ ਹੀ ਅਖੰਡ ਪਾਠ ਸਾਹਿਬ ਦਾ ਕਰ ਰਹੇ ਸੀ ਸੇਵਾ। ਜਿਹੜੀ ਅਖੰਡ ਪਾਠ ਸਾਹਿਬ ਦੀ ਚੱਲ ਰਹੀ ਸੀ, ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਸੀ। ਤੇ ਇਹ ਬਾਬੇ ਪ੍ਰੇਮ ਸਿੰਘ ਦੇ ਨਾਲ ਇਹਨਾਂ ਨੇ ਕੋਈ ਮਤਾ ਕੇ ਵੀ ਅਸੀਂ ਬਹਾਦਰ ਸਿੰਘ ਨੂੰ ਬਦਲਣਾ ਆ, ਜਾਂ ਕਿੱਦਾਂ ਵੀ ਇਹਨਾਂ ਨੇ ਇਹ ਖਿਚੜੀ ਇਹਨਾਂ ਨੇ ਪਕਾਈ। ਇਹ ਖਿਚੜੀ ਪਕਾਉਣ ਵਾਲੇ ਇਹ ਜਿਹੜਾ ਮਖਤਿਆਰੇ ਆਮ ਬੁੱਢਾ ਦਲ, ਦਿਆਲ ਸਿੰਘ, ਗਿਆਨੀ ਸ਼ੇਰ ਸਿੰਘ ਤੇ ਬਘੇਲਾ, ਉਹਦਾ ਨਾਮ ਬਘੇਲ ਸਿੰਘ, ਹੋਰ ਇਹਨਾਂ ਦੇ ਨਾਲ 6-7 ਗੱਡੀਆਂ ਸੀ। ਵਿੱਚੇ ਉਹਦੇ ਸੀਗਾ ਸਮਾਣੇ ਦਾ ਜਲਾਦ ਜਿਹੜਾ ਦਲੀਪ ਸਿੰਘ। ਇਹ 6-7 ਗੱਡੀਆਂ ਭਰ ਕੇ ਬਹਿਬਲ ਕਲਾਂ, ਉਸ ਪੜਾਅ ਦੇ ਉੱਤੇ ਬਹਿਬਲੀਏ ਦੇ ਪਿੰਡ ਬਹਿਬਲ ਕਲਾਂ ਜਿਹੜੀ ਛਾਉਣੀ ਆ ਨਿਹੰਗ ਸਿੰਘਾਂ ਦੀ, ਉਹ ਬਹਿਬਲ ਕਲਾਂ ਦੇ ਵਿੱਚ ਇਹ ਮਲੇਛਾਂ ਦੀ ਜੁੰਡਲੀ 6-7 ਗੱਡੀਆਂ ਭਰ ਕੇ ਇਹ ਚੜ੍ਹ ਕੇ ਆਏ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਉੱਤੇ। ਤੇ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਉੱਤੇ ਚੜ੍ਹ ਕੇ ਆਏ। ਇਹਨਾਂ ਦੀ ਭਾਵਨਾ ਕੀ ਸੀਗੀ, ਇਹਨਾਂ ਦੀ ਮਨਸ਼ਾ ਕੀ ਸੀ ਸਾਰਿਆਂ ਮਲੇਛਾਂ ਦੀ, ਕਿ ਆਪਾਂ ਜਾ ਕੇ ਬਹਾਦਰ ਸਿੰਘ ਤੋਂ ਸਾਰਾ ਰਾਜਸਾਜ ਖੋਣਾ, ਉਹ ਤੋਂ ਚਾਬੀਆਂ ਖੋਲਣੀਆਂ ਸਾਰੇ ਰਾਜਸਾਜ ਦੀਆਂ, ਸਾਰੀ ਗੱਲਬਾਤ ਉਹਦੇ ਕੋਲੋਂ ਆਪਾਂ ਖੋਲਣੀ ਆ ਜਾ ਕੇ। ਐਦਾਂ ਦਾ ਮਤਾ ਕੇ, ਐਦਾਂ ਦੀ ਮਨਸ਼ਾ ਲੈ ਕੇ ਇਹ 6-7 ਗੱਡੀਆਂ ਦੇ ਵਿੱਚ ਚੜ੍ਹ ਕੇ ਆਏ, ਜਿਹਦੇ ਵਿੱਚ ਦਿਆਲ ਸਿੰਘ ਸੀਗਾ, ਹੋਰ ਸਾਰੇ ਹੀ ਸੀਗੇ। ਇਹ ਲੰਗੜ ਬੰਗੜ ਜਿੰਨਾ ਵੀ ਇਹਨਾਂ ਦਾ
ठीक है, लुंग लाउणा जिन्ना भी ये सारा इकट्ठा करके मलेश लाणा इकट्ठा करके बाबे बहादुर सिंह ते चढ़ के आए। ते बाबिਆਂ ਨੂੰ पता सी इस गल का, बाबिਆਂ ਨੂੰ पता सी भी इन्हां ने मीटिंग कर लई आ। पहला इन्हां ने ये मीटिंग जंड साहब कीती किक्कर दे पड़ाव दे उत्ते, ठीक है, जिहदे विच अपने भी एक दो सिगे बाबा बहादुर सिंह साहब जी दे पक्षी जिहड़े सिगे वो भी उन्हां ने जाके वो खेड उन्होंने ऐदां दी खिडाई उन्होंने जाके वो मीटिंग दे विच देखिया भी ये की मता मताउंदे आ। उत्थे इन्हां ने जंड साहब किक्कर दे पड़ाव दे उत्ते बैठ के इन्हां ने मता मताया कि आपां बहादुर सिंह नूं बदलना आ बुढ़े दल दे विचों, ठीक है, बुढ़े दल दे विचों बहादुर सिंह नूं कढ देना आ, राजसाज घोड़े खो लैणे आ। वो मता मता के वो मीटिंग करके फिर ये बहवल कलां बाबियां ते चढ़ के आए आ। उत्थे सारी फौज देखदी सी, शेर सिंह अंबाले वाले नहीं, शेर सिंह जिहड़ा ज्ञानी गोह वाला वो सारे। ते उदों बाद जदों ये चढ़ के आ गए उत्थे बाबा बहादुर सिंह साहब जी ते कला परमेश्वर की ऐसी वरती, पता बाबियां नूं भी सीगा। उदण कुदरती उस दिन ऐदां दी कला वरतदी आ भी जिस दिन ये चढ़ के आए आ बहवल कलां बाबियां दे उत्ते 6-7 गड्डियां दे विच लैके, ठीक है, 6-7 गड्डियां दे विच लैके जदों ये चढ़ के आए आ ते बाबा बहादुर सिंह साहब जी दा सारियां नूं पता, सारी संगत नूं भी पता कि बाबे बलवीर सिंह दे नाल बाबे बहादुर सिंह साहब जी का एक केस चलदा आ। वो गोलियां पहलां बाबे बहादुर सिंह बाबे बलवीर सिंह दे बंदियां दे नाल आमो सामणियां बाबे बहादुर सिंह दीयां गोलियां चल गईयां सी एक वारी, ठीक है, ओहदियां तरीकां अज भी पैंदियां आ। ते ओ जदों ये सारा लुंग लाउणा जदों ये चढ़ के आए बाबा बहादुर सिंह साहब जी ते ज्ञानी शेर सिंह, मुख्तियारियां, बुढ़ा दल, बघेला, होर सारे दलीपा जिहड़ा होर जिन्ने भी ये सारे सगे ये 6-7 गड्डियां दे विच चढ़ के आए भी असीं अज जाके बहादुर सिंह तो सारा राज साज खो लेना आ, ठीक है, सारा राज साज जिहड़ा असीं खो लेना आ बहादुर सिंह दे कोलों, सारा राज साज खो के ते आपां बहादुर सिंह दा अज चाला पवा देना। ते ओ दिन उदण दा दिन सीगा भी बठिंडे उत्थे अदालत दे विच तरीकां पैंदियां सीगियां, पेशी सीगी ते बाबा बहादुर सिंह साहब जी 2-4 भचंगियां नूं नाल लैके उत्थे बठिंडे अदालत दे विच गए होए सी, जिहड़ा बलवीर सिंह दे नाल केस चलदा सीगा, ठीक है। वो ऐदां दी कला वरती कि बाबा जी चले गए 2 घंटे पहलां गड्डी लैके नाल ਸਿੰਘਾਂ ਨੂੰ ਵਿੱਚ ਬਿਠਾਲ ਕੇ बाबा जी चले गए बठिंडे नूं अदालत दे विच ते मगरों ये सारा ही लुंग लाउणा चढ़ के आ गया बाबियां दे उत्ते, ठीक है। इन्हां ने आके चलो इन्हां ने अहंकारी बचन भी कीते, होर तां किसी फौज नाल कोई बचन बलास नहीं कीता। 1-2 भचंगी जिहड़े घोड़ियां वाले सीगे उन्हां नूं ये बचन जरूर इदां दे कौड़े सुणा के गए भी अज बच गया बहादुर सिंह, नहीं असीं अज उहदा कशहरा चुका देना सीगा। इदां दियां इन्हां ने गल्लां बातां कीतियां। पर चलो जदों फिर शाम पई ये ऐदां दियां गल्लां बातां करके विचे मुख्तियारियां, बुढ़ा दल, ज्ञानी शेर सिंह गोह वाला जां बघेला, होर सारे ऐदां दी जिहड़ी जुंडली सीगी, ठीक है, मलेश मत दे लोक बाबे बहादुर सिंह नूं खत्म करन वाले, ये इन्हां ने चलो देखिया जदों भी हुण इत्थे बहादुर सिंह है नहीं गा, वो उधर गया बलवीर दे केस दे उत्ते तरीक भुगतण गया आ ते मुड़ के फिर ये आपदे घरां नूं चाला पा गए, ठीक है। उदों बाद शाम नूं फिर बाबा बहादुर सिंह साहब जी आउंदे आ तरीक भुगत के अदालत दे विचों, ठीक है जी। आउंदिਆਂ नूं बाबा जी नूं खबर दित्ती जांदी आ कि बाबा जी ऐदां ये सारे जने आए सीगे चढ़ के ते इन्हां दी मनशा ये सी भी ये ऐदां दी कार्रवाई करना चाहुंदे आ, अपना इत्थों चाला पवाउणा चाहुंदे आ दल दे विचों सारी फौज दा ही। बाबे कहंदे कोई गल नहीं, सानूं पता सारी गलबात दा, जिद्दां होवेगी ਉਹ ਨਿਬੜਾਂਗੇ, कोई गल नहीं, तुसीं देखो की खेड वरतदी आ। अपना जिहड़ा पहरा करन वाला लंगर दरबार दा ਉਹ डट के करो, फिर देखते हैं किदां निबड़दी आ। उदों बाद फिर ठीक है जी, उदों बाद फिर विसाखी का जोड़ मेला मनाया गया। विसाखी तो बाद जिहड़ी बरसी मनाई जाती आ, ठीक है जी, वो विसाखी तो बाद जिहड़ी दमदमा साहब मनाई गई, उत्थे फिर प्रेम सिंह आउंदा आ। बाबिਆਂ ने फिर बाबे प्रेम सिंह नूं बेनती की कि बाबा ये तैनूं चकदे फिरदे आ, ये तैनूं गलत गल्लां समझाउंदे आ, गलत गल्लां तैनूं दसदे, मेरे दिल दे विच इदां दी कोई गल नहीं है भी मैं तैनूं जथेदार नहीं मनदा जां मैं किसी गल दा भी मैं तैनूं कुछ नहीं करदा। ਉਹ ਨੈਟ ਦੇ ਉੱਤੇ ਫੋਟੋ ਵੀ ਹੈਗੀ ਆ, ਇੱਕ ਬਾਬਾ ਪ੍ਰੇਮ ਸਿੰਘ ਉੱਤੇ ਬੈੱਡ ਦੇ ਉੱਤੇ ਬੈਠਾ ਪਲੰਗੇ ਤੇ, ਬਾਬਾ ਬਹਾਦਰ ਸਿੰਘ ਥੱਲੇ ਫਰਸ਼ ਦੇ ਉੱਤੇ ਬੈਠਾ। ਕਹਿੰਦਾ ਬਾਬੇ ਪ੍ਰੇਮ ਸਿੰਘ ਨੇ ਕਿਹਾ ਵੀ ਜਦੋਂ ਵਿਸਾਖੀ ਦੇ ਜੋੜ ਮੇਲੇ ਤੋਂ ਬਾਅਦ ਜਦੋਂ 1 ਮਹੀਨੇ ਬਾਅਦ ਜਦੋਂ 5ਵੇਂ ਮਹੀਨੇ ਦੇ ਵਿੱਚ ਬਾਬਾ ਪ੍ਰੇਮ ਸਿੰਘ ਆਇਆ
पंजाब नूं, ठीक है, पंजाब नूं आया तो उत्थे दमदमा साहब छाउणी तलवंडी साबो की विखे छाउणी दे विच बाबा प्रेम सिंह ऐदा बैड दे उत्ते बैठा, ठीक है जी। ते बाबे बहादुर सिंह साहब जी हुणी फतेह गजाउण जांदे आ ते बाबे प्रेम सिंह ने कुर्सी दित्ती बे बहादुर सिंह दे वास्ते ओ कुर्सी खिच्चो। बाबे कहंदे नहीं बाबा मैं कुर्सी ते नहीं बैठना, मैं तेरे नाल जरूरी बचन करने आ, मैं थल्ले बैठदा, तू पलंगे ते बैठ, तू वड्डा जथेदार आ। बाबे ओ फोटो दे विच भी देख सकदे आ, बाबा प्रेम सिंह पलंगे ते बैठा ते बाबा बहादुर सिंह थल्ले फर्श दे उत्ते बैठा। थल्ले फर्श दे उत्ते बह के बाबा बहादुर सिंह साहब जी ने बाबे प्रेम सिंह नाल गल्लां कीतियां, बाबा ये बंदे जिहड़े तेरे नाल तुरे फिरदे आ सारे ही ये तैनूं गलत उंगलां लाउंदे आ, गलत तैनूं मेरे खिलाफ भड़काई जांदे आ, तू इन्हां दीयां गल्लां च ना आई, ये गल नूं समझण दी कोशिश कर। हुण महाराज दी किरपा दे नाल अपना जिहड़ा अपनी जिहड़ी गलबात चल रही आ वो बिल्कुल लीह दे उत्ते चल रही आ। ते जे फिर तू इन्हां दे मगर लग के खेड खराब करनी आ, हुण खेड खड़ी कर दित्ती आ अकाल पुरख ने, जे तू खेड खराब करनी आ तो फिर हुण तू आपदा देख ला की तेरा बनदा। बाकी मैं सारी फौज दे विच ऐलान कर चुका आ कि मैं बाबे प्रेम सिंह तो हुण 1 रुपया नहीं मंगना। कल भी आपां बचन कीते आ, कल दी वीडियो दे विच बाबिਆਂ ने सारी फौज दे विच बह के मता मताया सी कि अपनी प्रेम सिंह दे नाल सत श्री अकाल आ। ਉਹ इस करके सत श्री अकाल नहीं सी भी आपां बाबे प्रेम सिंह नूं हुण जथेदार नहीं मनना ਜਾਂ कोई फौज ਉਹਨੂੰ मत्था ना टेके ਜਾਂ इदां दी कोई ऐदां दा कोई छड्यंतर नहीं सी रचिया बाबे बहादुर सिंह ने। बाबे बहादुर सिंह ने यह गल कही सी भी अपनी सत श्री अकाल है, आपां मंगना हुण इहदे कोलों कुछ नहीं हैगा। जे ये वड्डा जथेदार आ, इहनूं पंथ दा दर्द आ जां फौज नाल प्रेम आ, जो कुछ भी करना ये आप मुहारे हो के करे, आपां इह तों मंगना कुछ नहीं। आपां संगत दे ते परमेश्वर दे सहारे दे नाल आपां दिन कटी करने आ, जिस तरह का भी साडा गुजारा होवेगा वो देखिया जावेगा। उदों बाद चलो बाबा प्रेम सिंह फिर इस गल नूं समझिया जां की खेड वरती, महल्ले कढ़े गए, ठीक है, महल्ले भी कढ़े गए, सारी गलबात हुई। पर जिहड़ी ये मलेश जुंडली पेश पई हुई सीगी, ठीक है, पहले दिन तो ही बाबा प्रेम सिंह इन्हां दे विच बाद चों आनी जुड़दा आ। जिहड़े ये मलेश जुंडली आ, जिहड़ी मुख्तियारे आम बुढ़ा दल जां होर जिन्ने भी आ, पहला ये सारे चक्रवर्ती दल दे नाल रहे आ। दल पहलां भी बहुत घट वारी दल बाबा संता सिंह साहब जी दे समय भी उत्थे हजूर साहब नूं दल बहुत घट वारी गया। बाबा सरजीत सिंह साहब जी दे बारी भी कोई गिणती मिणती दे बारी उत्थे दल जांदा हुंदा सी। सो इन्हां दा कोई एडा राबता नहीं सी बाबे प्रेम सिंह दे नाल। पर बाद चों आनी जदों इन्हां नूं ना चाणकीए अरगिਆਂ नूं जां मुख्तियारे आम बुढ़े दल नूं इन्हां नूं संगत ने जां बाबे बहादुर सिंह ने ना हामी भरी, इन्हीं मोहरे कर दिता बाबे प्रेम सिंह नूं। इस करके सारी गलबात बाबे प्रेम सिंह नूं बाबे बहादुर सिंह ने समझाई कि बाबे सरजीत सिंह साहब जी का भी यही हुक्म है, बाबा आपां रल के नीति दे नाल आपां गल करिए जिहड़ी करने वाली आ, नहीं पंथ नूं ढाह लग जाऊगी। जे अपनी खेड हुण खराब हो गई, 2 फाड़ हो गया काम, तां फिर खेड बहुत खराब हो जाऊगी। चलो जदों इन्हां ने यह गल देखी भी बहादुर सिंह नूं आपां बदलना चाहुंदे सीगे, ठीक है, इन्हीं फिर जदों ये चढ़ के आए उदों बाद फिर इन्हीं प्रेम सिंह दे नाल जाके मीटिंगां कीतियां। तां विचों फौज दसदी है भी प्रेम सिंह ने इन्हां नूं समझाया, प्रेम सिंह ने इन्हां नूं कहा भी आपां बहादुर सिंह नूं बदल नहीं सकदे, आपां बहादुर सिंह दा चाला नहीं मरवा सकदे, सारी खेड खड़ी करन वाला बहादुर सिंह आ, ठीक है। ये सब नूं पता आ, बाबे प्रेम सिंह नूं भी पता सीगा। बाबा प्रेम सिंह बाबे बहादुर सिंह दा भै रखदा सी, कुछ बोलदा नहीं सी बाबे दे मोहरे। इस करके भै रखदा सी कि बाबे सरजीत सिंह ने मोहरे इहनूं लाया भी तैं सारी गलबात करनी। बुढ़े दल दी सारी गलबात जिहड़ी आ ओह चक्रवर्ती पहरे दे नाल आ, खालसे पंथ का सारा सिस्टम चक्रवर्ती पहरे दे नाल आ। छाउणियां तां संगत दे वास्ते आ, पिंडां पुंडां दे वास्ते भी पिंडां दे विचों संगत आवे तां महाराज दे दर्शन करे, जस कीर्तन सुने। पर जिहड़ा खालसे पंथ का सिस्टम बुढ़े दल दी जिहड़ी जड़ आ ओह चक्रवर्ती पहरे दे नाल आ, होर बुढ़े दल का कोई सिस्टम नहीं है। बुढ़े दल नूं तां हुक्म आ बई चक्रवर्ती निशान नगारे फेरने आ, होर कुछ नहीं करना, कोई लैण देण नहीं। ये गल बाबे प्रेम सिंह ने भी इन्हां नूं समझाई जुंडली पार्टी नूं। पर अगे चल के हुण आपां देखदे हां जदों इन्हां ने ये मता मता लिया भी आपां बहादुर सिंह नूं कढ नहीं सकदे, फिर इन्हां दे कोल आखिरी जिहड़ा इन्हां नूं अक चब्बना पिया वो ये सी कि बाबे दे गोलियां मारनियां। उदों बाद फिर इन्हां ने मीटिंग कीती सारियां ने रल मिल के। किक्कर दे पड़ाव दे उत्ते किक्कर जेल दे विचों उस वेले छुट के आया सी ते इन्हां ने फिर चाणकीया भी जेल दे विचों आया होया सी। इन्हां ने फिर उत्थे जंड साहब रल के फिर मीटिंग कीती बई हुण आपां चंडीगढ़ गोलियां मारनियां बहादुर सिंह दे, चंडीगढ़ महल्ले चढ़ूगा बहादुर सिंह, आपां घोड़े चढ़े दे गोलियां मारनियां। चलो
ਅਕਾਲ ਪੁਰਖ ਦੀ ਐਸੀ ਕਲਾ ਵਰਤੀ ਵੀ ਉੱਥੇ ਕਹਿੰਦੇ ਵੀ ਪਹਿਲਾਂ ਬਾਬਾ ਪ੍ਰੇਮ ਸਿੰਘ ਕਹਿੰਦਾ ਵੀ ਮੈਂ ਨਹੀਂ ਉੱਥੇ ਆਉਣਾ। ਫਿਰ ਬਾਬਾ ਪ੍ਰੇਮ ਸਿੰਘ ਚੰਡੀਗੜ੍ਹ, ਠੀਕ ਹੈ ਜੀ, ਸੌਣ ਮਹੀਨੇ ਦੇ ਵਿੱਚ ਆਪਾਂ ਬਾਬਾ ਸਰਜੀਤ ਸਿੰਘ ਸਾਹਿਬ ਜੀ ਦਾ ਆਪਾਂ ਜੋੜ ਮੇਲਾ ਮਨਾਉਂਦੇ ਆ ਉੱਥੇ ਚੰਡੀਗੜ੍ਹ ਛਾਉਣੀ ਦੇ ਵਿੱਚ। ਉੱਥੇ ਸ਼ਹੀਦਾਂ ਦਾ ਜਿਹੜਾ ਜੋੜ ਮੇਲਾ ਮਨਾਇਆ ਜਾਂਦਾ, ਉੱਥੇ ਫਿਰ ਸਾਰੀ ਗੱਲਬਾਤ ਜਿਹੜੀ ਉੱਥੇ ਬਾਬਾ ਬਹਾਦਰ ਸਿੰਘ ਜੀ ਮਹੱਲੇ ਵੀ ਚੜੇ। ਉੱਥੇ ਚਲੋ ਕੋਈ ਗੱਲਬਾਤ ਨਹੀਂ ਇਦਾਂ ਦੀ ਵਰਤੀ, ਜਾਂ ਉੱਥੇ ਫੌਜ ਬਹੁਤ ਸੀ ਬਾਬਿਆਂ ਦੇ ਨਾਲ, ਠੀਕ ਹੈ। ਬਾਬੇ ਪ੍ਰੇਮ ਸਿੰਘ ਹੁਣੀ, ਜਦ ਬਾਬਾ ਪ੍ਰੇਮ ਸਿੰਘ ਇੱਕ ਗੱਡੀ ਲੈ ਕੇ ਆਉਂਦਾ ਹੁੰਦਾ ਸੀਗਾ ਮਾਤਾ ਸਾਹਿਬ ਦੇ ਬੰਦਿਓ, ਕਦੇ ਉਹ ਜਹਾਜ਼ 'ਚ ਆ ਕੇ ਜਹਾਜ਼ 'ਚ ਬਹਿ ਕੇ ਆ ਜਾਂਦਾ ਹੁੰਦਾ ਸੀ। ਮੋਰੇ ਜਿਹੜੀ ਪੰਜਾਬ ਦੀ ਫੌਜ ਸੀ, ਜਿਹੜੀ ਚੱਕਰਵਰਤੀ ਪਹਿਰੇ ਵਾਲੀ ਦਲ ਦੇ ਨਾਲ ਜੁੜੀ ਹੋਈ ਜਿਹੜੀ ਫੌਜ ਸੀ, ਸੰਗਤ ਸੀ, ਉਹ ਬਾਬੇ ਨੂੰ ਸਿਰ ਤੇ ਚੱਕਦੀ ਹੁੰਦੀ ਸੀ, ਠੀਕ ਆ। ਉਦੋਂ ਬਾਅਦ ਚਲੋ ਉਹ ਚੰਡੀਗੜ੍ਹ ਵਾਲਾ ਜਿਹੜਾ ਜੋੜ ਮੇਲਾ ਸੀ ਉਹ ਵੀ ਟਲ ਗਿਆ। ਇਤਿਹਾਸ ਬਹੁਤ ਲੰਬਾ ਆ, ਜਿਹੜਾ ਆਪਾਂ ਅੱਖੀਂ ਦੇਖਿਆ ਉਹ ਵੀ ਕਹਿਣ ਕਥਨ ਤੋਂ ਬਾਹਰ ਦੀਆਂ ਗੱਲਾਂ ਆ। ਪਰ ਜਿਹੜੀ ਗੱਲ ਕਰਕੇ ਰੌਲਾ ਪਿਆ ਸੀ, ਜਿਹੜੀ ਗੱਲ ਕਰਕੇ ਪ੍ਰੇਮ ਸਿੰਘ ਨੂੰ ਗਾਲਾਂ ਕੱਢੀਆਂ ਗਈਆਂ, ਅੱਜ ਉਹ ਗੱਲ ਦੇ ਉੱਤੇ ਆਪਾਂ ਮੋਰਚਾ ਫਤਿਹ ਕਰ ਦੇਣਾ ਆ। ਇੱਕ ਗੱਲ ਵੀ ਠੀਕ ਨਹੀਂ ਹੈਗਾ, ਇੱਕ ਕਰਦੇ ਆਪਾਂ ਗੱਲਬਾਤ। ਤੇ ਉਦੋਂ ਬਾਅਦ ਫਿਰ ਕੀ ਕਲਾ ਵਰਤਦੀ ਆ, ਜਦੋਂ ਇਹ ਚੰਡੀਗੜ੍ਹ ਗੋਲੀਆਂ ਨਾ ਚਲਾ ਸਕੇ, ਚੰਡੀਗੜ੍ਹ ਨਾ ਇਹਨਾਂ ਦੀ ਗੱਲ ਪੁੱਗੀ, ਉਦੋਂ ਬਾਅਦ ਫਿਰ ਜਿਹੜੀ ਖੇਡ ਉਦੋਂ ਬਾਅਦ ਵੀ ਰੌਲਾ ਗੋਲਾ ਪੈਂਦਾ ਹੀ ਰਿਹਾ, ਠੀਕ ਹੈ। ਕਦੇ ਕੁਛ ਹੋ ਗਿਆ, ਕਦੇ ਕੁਛ ਹੋ ਗਿਆ, ਕਦੇ ਕੁਛ ਹੋ ਗਿਆ, ਰੌਲਾ ਗੋਲਾ ਬਹੁਤ ਪਿਆ। ਫਿਰ ਜਿਹੜੀ ਅੱਜ ਜ਼ਰੂਰੀ ਗੱਲ ਕਰਨੇ ਵਾਲੀ ਆ, ਮਾਨਸਾ ਜਿਹੜੀ ਟੋਭੇ ਦੇ ਉੱਤੇ, ਮਾਨਸਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੀ ਟੋਭੇ ਦੇ ਉੱਤੇ ਛਾਉਣੀ ਆ, ਠੀਕ ਹੈ ਜੀ, ਟੋਭੇ ਦੇ ਉੱਤੇ ਛਾਉਣੀ ਆ। ਉਹ ਛੋਟੀ ਜਿਹੀ ਛਾਉਣੀ ਆ, ਇੱਕ ਵੱਡੀ ਮਾਨਸਾ ਇੱਕ ਛੋਟੀ ਮਾਨਸਾ ਆ। ਛੋਟੀ ਮਾਨਸਾ ਟੋਭੇ ਦੇ ਉੱਤੇ ਜਿਹੜੀ ਛਾਉਣੀ ਆ, ਉੱਥੇ ਦਲ ਪੰਥ ਨੇ ਅਤਾਰਾ ਕੀਤਾ 7ਵੇਂ ਮਹੀਨੇ ਦੇ ਵਿੱਚ ਜਾ ਕੇ, ਜੁਲਾਈ ਮਹੀਨੇ ਦੇ ਵਿੱਚ, ਜੁਲਾਈ ਤੋਂ ਵੀ ਪਹਿਲਾਂ ਜੂਨ ਦੇ ਵਿੱਚ ਆਪਾਂ ਜਦੋਂ ਸੌਣ ਦੀ ਬਰਸੀ ਮਨਾ ਕੇ ਫਿਰ ਚੱਕਰਵਰਤੀ ਪਹਿਰੇ ਦੇ ਨਾਲ ਉੱਥੇ ਮਾਨਸਾ ਜਾ ਪਹੁੰਚੇ, ਠੀਕ ਆ। ਉਧਰ ਸਾਰੇ ਡੱਲੇ ਪਿੰਡ ਵਾਲ ਉਧਰ ਸਾਰੇ ਪੜਾ ਲਾ ਕੇ ਮਾਨਸਾ ਛਾਉਣੀ ਦੇ ਵਿੱਚ ਅਤਾਰਾ ਕਰ ਲਿਆ। ਉੱਥੇ ਜਾ ਕੇ ਆਪਣਾ ਜਿਹੜਾ ਆਪਣਾ ਸੀ ਮਰਿਆਦਾ ਜਿਹੜੀ ਆਪਣੀ ਤਿਆਰ ਬਰ ਤਿਆਰ, ਉੱਥੇ ਸਾਰਾ ਦਰਬਾਰ ਸਜਾਇਆ, ਦਰਬਾਰ ਦਾ ਪਹਿਰਾ ਕੀਤਾ। 3 ਦਿਨ ਉੱਥੇ ਫੌਜਾਂ ਦਾ ਪੜਾ ਰਿਹਾ। ਇੱਕ ਦਿਨ ਜਿੱਦਣ ਜਾ ਕੇ ਉੱਤੇ ਉਤਰਦੇ ਆ, ਦੁਪਹਿਰ ਨੂੰ ਜਾ ਕੇ ਉਸ ਛਾਉਣੀ ਦੇ ਵਿੱਚ ਅਤਾਰਾ ਕੀਤਾ ਫੌਜ ਨੇ, ਠੀਕ ਹੈ ਜੀ। ਬਾਬਾ ਬਹਾਦਰ ਸਿੰਘ ਸਾਹਿਬ ਜੀ ਦੀ ਤਾਬਿਆ ਦੇ ਵਿੱਚ ਉੱਥੇ ਜਾ ਕੇ ਅਤਾਰਾ ਕੀਤਾ ਤੇ ਰਾਤ ਬੀਤਦੀ ਆ। ਚਲੋ ਜਿੱਦਾਂ ਆਪਣਾ ਜੋ ਸਿਸਟਮ ਸੀ, ਜਿਹੜਾ ਆਪਣਾ ਪਹਿਰਾ ਸੀਗਾ, ਉਹ ਸਾਰੀ ਫੌਜ ਨੇ ਤਿਆਰ ਬਰ ਤਿਆਰ ਉਹ ਪਹਿਰਾ ਕੀਤਾ। ਉਦੋਂ ਬਾਅਦ ਫਿਰ ਕੀ ਕਲਾ ਵਰਤਦੀ ਆ ਵੀ ਜਿਹੜਾ ਦਿਨ ਚੜ੍ਹਦਾ ਆ, ਦਿਨ ਚੜ੍ਹਦਾ ਫਿਰ ਆਪਣਾ ਤਿਆਰ ਬਰ ਤਿਆਰਾ ਪਹਿਰਾ ਹੁੰਦਾ, ਚਟੰਗੇ ਚਟੁੰਗੇ ਝਟਕੇ ਜਾਂਦੇ ਆ। ਉਦੋਂ ਬਾਅਦ ਜਿਹੜੀ ਫਿਰ ਸ਼ਾਮ ਪੈਂਦੀ ਆ, ਰਾਤ ਪੈਂਦੀ ਆ, ਅੰਮ੍ਰਿਤ ਵੇਲਾ ਹੁੰਦਾ 12 ਵਜੇ ਤੋਂ ਬਾਅਦ। ਬਾਬਾ ਬਹਾਦਰ ਸਿੰਘ ਸਾਹਿਬ ਜੀ ਤਿਆਰ ਬਰ ਤਿਆਰ ਹੁੰਦੇ ਆ। 1 ਵਜੇ ਬਾਬਾ ਬਹਾਦਰ ਸਿੰਘ ਸਾਹਿਬ ਜੀ ਪੂਰੇ ਤਿਆਰ ਬਰ ਤਿਆਰ ਹੋ ਕੇ ਪਲੰਘੇ ਤੇ ਬਹਿ ਜਾਂਦੇ ਹੁੰਦੇ ਸੀ। ਇਹ ਐਡਾ ਤਕੜਾ ਪਹਿਰਾ ਸੀ ਬਾਬਿਆਂ ਦਾ, ਠੀਕ ਆ। ਤੇ ਆਪ ਆਪਣੇ ਹੱਥੀਂ ਇੱਕ ਪਾਸੇ ਮੋਢੇ ਦੇ ਉੱਤੇ ਤੂੜੀ ਦੀ ਖੁਰਜੀ ਭਰ ਲੈਣੀ, ਇੱਕ ਪਾਸੇ ਦਾਣਾ ਇੱਕ ਬਾਂਹ ਦੇ ਨਾਲ ਫੜ ਲੈਣਾ, ਠੀਕ ਆ। ਆਪ ਨਾਲੇ ਸਾਰੀ ਰਾਤ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ, ਨਾਲੇ ਸਾਰੇ ਘੋੜਿਆਂ ਨੂੰ ਆਪ ਹੱਥੀਂ ਸਾਰੀ ਰਾਤ ਘੋੜਿਆਂ ਦੀ ਸੇਵਾ ਕਰਨੀ। ਬਾਬਾ ਸਰਜੀਤ ਸਿੰਘ ਸਾਹਿਬ ਜੀ ਨੇ ਹੁਕਮ ਲਾਇਆ ਸੀ, ਚੰਗੀਆ ਤੇਰਾ ਕਾਰਜ ਸਿਰਫ ਇੰਨਾ ਹੀ ਹੈ, ਸਾਰੀ ਰਾਤ ਸਾਰੇ ਦਲ ਨੂੰ ਤੈਂ ਸਾਂਭਣਾ, ਸਵੇਰ ਨੂੰ ਤੇਰੀ ਫੌਜ ਤੇਰੇ ਘੋੜਿਆਂ ਨੂੰ ਸਾਂਭੇਗੀ। ਸਾਰੀ ਰਾਤ ਤੈਂ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਤੁਰਿਆ ਫਿਰਨਾ, ਸਾਰੀ ਰਾਤ ਘੋੜਿਆਂ ਨੂੰ ਦੇਖਣਾ ਕਿਹਨੇ ਪਾਣੀ ਪੀਤਾ, ਕਿਹਦੇ ਕੋ ਤੂੜੀ ਹੈ, ਕਿਹਨੂੰ ਦਾਣਾ ਲਾਉਣਾ, ਕਿਹਦਾ ਲਦੇੜਾ ਹਟਾਉਣੇ ਵਾਲਾ। ਇਹ ਸੇਵਾ ਸੀ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੀ, ਠੀਕ ਆ। ਤੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਅਸੀਂ ਆਪਣੇ ਕੰਨਾਂ ਨਾਲ ਸੁਣਿਆ, ਜਿਹੜੇ ਆਪਣੇ ਆਪ ਨੂੰ ਅੱਜ ਵੱਡੇ ਬ੍ਰਹਮ ਗਿਆਨੀ ਕਹਿੰਦੇ ਆ ਤੇ ਬਾਬਿਆਂ ਦੀ ਨਿੰਦਿਆ ਕਰਦੇ ਆ, ਇਹ ਬਚਨ ਗੱਲਾਂ ਬਾਤਾਂ ਉਹਨਾਂ ਦੇ ਨਾਲ ਆ। ਤੇ ਉਦੋਂ ਬਾਅਦ ਕੀ ਪਹਿਰਾ ਵਰਤਦਾ, ਠੀਕ ਆ। ਫੌਜਾਂ ਦਾ ਪਹਿਰਾ ਉਸ ਵੇਲੇ ਸੁਖਮਨੀ ਸਾਹਿਬ ਦਾ ਸੀ। ਬੁੱਢੇ ਦਲ ਦੇ ਵਿੱਚ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਹੁਕਮ ਅਨੁਸਾਰ ਫੌਜਾਂ ਤਿਆਰ ਬਰ ਤਿਆਰ ਹੋ ਕੇ ਸੁਖਮਨੀ ਸਾਹਿਬ ਪੜ੍ਹ ਰਹੇ ਸੀ ਆਪਾਂ, ਠੀਕ ਹੈ। 1 ਵਜੇ ਬੁੱਢੇ ਦਲ ਦੇ ਨਗਾਰਿਆਂ ਤੇ ਚੋਭਾਂ ਲੱਗ ਜਾਂਦੀਆਂ ਆ ਤੇ 1 ਵਜੇ ਜਪਜੀ ਸਾਹਿਬ ਸ਼ੁਰੂ ਹੋ ਜਾਂਦਾ ਆ ਤੇ 2:30 ਵਜੇ ਤੱਕ ਸੁਖਮਨੀ ਸਾਹਿਬ ਦੀ ਸਮਾਪਤੀ ਹੁੰਦੀ। ਉਦੋਂ ਬਾਅਦ ਅਕਾਲ ਉਸਤਤ ਤਾਲਾ ਉਤਰਦਾ, ਜਿਹਨੇ ਅਕਾਲ ਉਸਤਤ ਪੜ੍ਹਨੀ ਹੋਵੇ। ਤੇ 1 ਵਜੇ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਪਹਿਰੇ ਦੇ ਵਿੱਚ 1 ਵਜੇ ਸੁਨਹਿਰੇ 'ਚ ਸਲੋਤਰ ਖੜਾ ਕਰ ਦਿੰਦੇ ਸੀ ਸਿੰਘ, ਸ਼ਹੀਦੀ ਦੇਗਾਂ ਦਾ ਰਗੜਾ ਲਾ ਕੇ। 1:45 ਵਜੇ ਨੂੰ ਅਰਦਾਸ ਸ਼ਹੀਦਾਂ ਦੀ ਪਹਿਲੀ ਹੋ ਜਾਂਦੀ ਹੁੰਦੀ ਸੀਗੀ। ਉਸ ਦਿਨ ਕੀ ਕਲਾ ਵਰਤਦੀ ਆ, ਠੀਕ ਹੈ। ਇਹ ਕੋਈ ਆਪਣੀਆਂ ਵਡਿਆਈਆਂ ਨਹੀਂ ਕਰਨੀਆਂ, ਪਰ ਜਿਹੜਾ ਉਦਣ ਪਹਿਰਾ ਵਰਤਿਆ ਉਹਦੀ ਗੱਲ ਆਪਾਂ ਕਰਨੀ, ਅੱਗੇ ਜਾ ਕੇ ਆਪਾਂ ਸਮਾਪਤੀ ਕਰਨੀ ਛੇਤੀ। ਫੌਜਾਂ ਸੁਖਮਨੀ ਸਾਹਿਬ ਦਾ ਪਹਿਰਾ ਜਿਹੜਾ ਗਜਾ ਕੇ ਆਪਾਂ ਦਰਬਾਰ ਤੋਂ ਬਾਹਰ ਨਿਕਲੇ ਆ 2:30 ਵਜੇ ਨੂੰ। ਤੇ ਅਕਾਲ ਉਸਤਤ ਪੜ੍ਹਨੇ ਨੂੰ ਬਾਬਾ ਗੁਰਦਿਆਲ ਸਿੰਘ ਸਾਹਿਬ ਜੀ ਤਿਆਰ ਬਰ ਤਿਆਰ ਹੋ ਕੇ
ਆਪਣਾ ਪਹਿਰਾ ਕਰਨ ਨੂੰ 2:30 ਵਜੇ ਉਹ ਉੱਥੇ ਆ ਕੇ ਮੈਕ ਸੰਭਾਲ ਲੈਂਦੇ ਆ। ਉਹਨਾਂ ਨੇ ਜਾਪ ਸਾਹਿਬ ਸ਼ੁਰੂ ਕਰ ਦਿੱਤਾ। ਠੀਕ ਹੈ ਜੀ। ਤੇ ਜਾ ਕੇ ਸ਼ਹੀਦੀ ਦੇਗਾ ਬਾਬਾ ਤੇਜਾ ਸਿੰਘ ਰਾਜਸਥਾਨੀ, ਜਿਹੜਾ ਰਾਜਸਥਾਨ ਦਾ ਸਿੰਘ ਰਾਜਸਥਾਨੀ ਤੇਜਾ ਸਿੰਘ ਬਾਬਾ ਮਹਾਂਕਾਲ, ਉਹ ਜਾ ਕੇ ਉਹ ਉਸ ਵੇਲੇ ਨੂੰ ਸ਼ਹੀਦੀ ਦੇਗਾਂ ਦੀ ਅਰਦਾਸ ਬੇਨਤੀ ਕਰਕੇ ਸਾਰਾ ਮੋਰਚਾ ਸੁੱਧ ਕਰ ਦਿੰਦਾ ਸੀ। ਠੀਕ ਹੈ ਜੀ। ਉਧਰ ਅਕਾਲ ਉਸਤਤ ਦਾ ਪਾਠ ਸ਼ੁਰੂ ਹੋ ਗਿਆ ਤੇ ਇੱਧਰ ਬਾਬਾ ਬਹਾਦਰ ਸਿੰਘ ਸਾਹਿਬ ਜੀ ਵਾਸਤੇ ਆਪਾਂ ਗਾੜੇ ਗੜਾਉਣ ਦੇ ਰਗੜੇ ਸੁਨਹਿਰਾ ਸਲੋਤਰ ਸੋਧ ਕੇ ਰਗੜਾ ਪਾ ਲਿਆ ਬਾਬਿਆਂ ਦੇ ਪ੍ਰਤੀ। ਤੇ ਕੀ ਖੇਡ ਵਰਤਦੀ ਆ ਬਈ, ਥੋੜੀ ਜਿਹੀ ਦੂਰ ਤੇ 20 ਕਦਮਾਂ ਦੇ ਉੱਤੇ ਦਰਬਾਰ ਸਜਿਆ ਹੋਇਆ ਤੇ 20-40 ਕਦਮਾਂ ਦੇ ਉੱਤੇ ਲੰਗਰ ਦਾ ਪਹਿਰਾ ਹੋ ਰਿਹਾ। ਠੀਕ ਹੈ ਜੀ। ਤੇ ਵਿੱਚੇ ਗੱਬੇ ਜਾਏ ਬਾਬਾ ਬਹਾਦਰ ਸਿੰਘ ਸਾਹਿਬ ਜੀ ਨੇ ਰੜੇ ਮੈਦਾਨ ਦੇ ਵਿੱਚ ਪਲੰਘਾ ਲਾਇਆ ਹੋਇਆ। ਠੀਕ ਹੈ ਜੀ। ਹਾਲਾਂਕਿ 3 ਵਾਰੀ ਇਹਨਾਂ ਮਲੇਛੀਆਂ ਨੇ ਧਮਕੀਆਂ ਦੇਤੀਆਂ ਸੀ। ਇੱਕ ਵਾਰਾਂ ਚੰਡੀਗੜ੍ਹ, ਇੱਕ ਵਾਰਾਂ ਬਹਿਬਲ ਆਏ ਸੀ। ਬਹਿਬਲ ਵੀ ਇਸੇ ਮਨਸ਼ਾ ਨਾਲ ਆਏ ਸੀ ਵੀ ਜੇ ਬਹਾਦਰ ਸਿੰਘ ਆਨਾਕਾਨੀ ਕਰੂਗਾ ਆਪਾਂ ਇਹਦੇ ਗੋਲੀਆਂ ਗਾਲੀਆਂ ਮਾਰ ਦਿਆਂਗੇ। ਠੀਕ ਹੈ। ਜਾਂ ਜਿਹੜੀ ਫੌਜ ਆ ਗੋਲੀਆਂ ਚਲਾ ਕੇ ਭਜਾ ਦਿਆਂਗੇ। ਫਿਰ ਵੀ ਬਾਬਿਆਂ ਨੇ ਕਿਹਾ ਸੀ ਭਾਈ ਜਿਹੜੀ ਮੌਤ ਆ 7 ਦਰਵਾਜ਼ਿਆਂ ਨੂੰ ਭੰਨ ਕੇ ਆਵੇਗੀ, ਸਭ ਦਰਵਾਜ਼ਿਆਂ ਨੂੰ ਭੰਨ ਕੇ ਆਵੇਗੀ। ਆਪਾਂ ਤਾਂ ਪਹਿਲਾਂ ਹੀ ਮਰੇ ਹੋਏ ਆ, ਮਰਿਆਂ ਨੂੰ ਕੋਈ ਕੀ ਮਾਰੇਗਾ। ਰੜੇ ਮੈਦਾਨ 'ਚ ਪਲੰਘਾ ਡਾਉਣਾ ਆ, ਰੜੇ ਮੈਦਾਨ 'ਚ ਪਲੰਘਾ ਡਾਇਆ ਹੋਇਆ ਸੀ ਸ਼ਹੀਦਾਂ ਨੇ। ਉਦਣ ਕੀ ਕਲਾ ਵਰਤਦੀ ਹੈ। ਚਲੋ ਬਾਬਾ ਬਹਾਦਰ ਸਿੰਘ ਸਾਹਿਬ ਜੀ ਪੂਰੇ ਤਿਆਰ ਬਰ ਤਿਆਰ ਪਲੰਘੇ ਦੇ ਉੱਤੇ ਬੈਠੇ ਆ ਸੱਜ ਕੇ। ਕੋਈ ਐਸੀ ਕਲਾ ਵਰਤੀ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਨਾ ਇੱਥੇ ਕਮਰ ਕੱਸੇ ਦੇ ਵਿੱਚ 2x2 ਰਿਵਾਲਵਰ ਹੁੰਦਾ ਸੀਗਾ। 2.2 ਦਾ ਰਿਵਾਲਵਰ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਕੋਲ ਹੁੰਦਾ ਸੀ। ਤੇ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਮਨ ਆਈ ਖੁਸ਼ੀ, ਚੜੀ ਕੋਈ ਲਹਿਰ ਚੜੀ। ਬਾਬਾ ਜੀ ਨੇ 5 ਫੈਰ ਕੱਢੇ ਉਸ ਦਿਨ ਹਵਾ ਦੇ ਵਿੱਚ 5 ਫੈਰ ਕੀਤੇ ਅੰਮ੍ਰਿਤ ਵੇਲੇ। ਠੀਕ ਹੈ। ਅੰਮ੍ਰਿਤ ਵੇਲੇ ਦਾ ਉਹ ਪਹਿਰ ਸੀਗਾ ਤੇ ਸਾਰੀ ਫੌਜ ਚਕੰਨੀ ਸੀਗੀ ਬਈ ਇਹ ਕੋਈ ਖੇਡ ਵਰਤਣੇ ਵਾਲੀ ਆ, ਪਤਾ ਨਹੀਂ ਕੀ ਪਹਿਰਾ ਵਰਤਣਾ, ਕਿੱਧਰੋਂ ਆਪਣੇ ਗੋਲੀ ਆ ਕੇ ਵੱਜੂਗੀ। ਜਦੋਂ ਬਾਬਾ ਬਹਾਦਰ ਸਿੰਘ ਸਾਹਿਬ ਜੀ ਨੇ ਪਲੰਘੇ ਤੇ ਬੈਠਿਆਂ ਨੇ ਉਹ 2.2 ਰਿਵਾਲਵਰ ਦੇ ਵਿੱਚੋਂ 5 ਫੈਰ ਕੀਤੇ। ਠੀਕ ਆ। ਅਸੀਂ ਤਾਂ ਤਿਆਰ ਬਰ ਤਿਆਰ ਹੋ ਕੇ ਪਲੰਘੇ ਵੱਲ ਨੂੰ ਭੱਜਣਾ ਹੀ ਸੀ। ਬਾਬਾ ਗੁਰਦਿਆਲ ਸਿੰਘ ਸਾਹਿਬ ਜੀ ਅਕਾਲ ਉਸਤਤ ਦਾ ਪਾਠ ਛੱਡ ਕੇ ਵਿੱਚ ਭੱਜਦੇ ਆ। ਬਾਬਾ ਤੇਜਾ ਸਿੰਘ ਰਾਜਸਥਾਨੀ ਉਹ ਲੰਗਰ ਚੋਂ ਭੱਜਦਾ। ਆਪਾਂ ਸੁਨਹਿਰਾ ਸਲੋਤਰ ਛੱਡ ਕੇ ਗਾੜਾ ਜਿਹੜਾ ਰਗੜਾ ਪਾਇਆ ਸੀ ਉਹ ਛੱਡ ਕੇ ਬਾਬਿਆਂ ਨੂੰ ਭੱਜੇ। ਪਤਾ ਨਹੀਂ ਭੈਣ ਚੋ ਕੀ ਹੋ ਗਿਆ, ਜਾ ਕੇ ਦੇਖਦੇ ਆ ਆਪਾਂ। ਠੀਕ ਆ। ਬਾਬਿਆਂ ਨੇ ਇੱਕੋ ਹੀ ਸਾਰ 5 ਫੈਰ ਕਰ ਦਿੱਤੇ, ਥਾੜ ਕਰਕੇ 5 ਫੈਰ ਕਰ ਦਿੱਤੇ। ਲੋਕ ਆਪਣੇ ਘਰਾਂ ਚੋਂ ਵੀ ਉੱਠ ਕੇ ਜਿਹੜੇ ਪ੍ਰੇਮ ਵਾਲੇ ਸਿੰਘ ਸੀ, ਪਿੰਡ ਵਾਲੇ ਸਿੰਘ ਸੀ, ਜਿਹੜੇ ਪਿੰਡ ਵਾਲੀ ਸੰਗਤ ਸੀ, ਉਹ ਆਪਣੇ ਘਰਾਂ ਚੋਂ ਉੱਠ ਕੇ ਭੱਜੇ ਵੀ ਪਤਾ ਨਹੀਂ ਕਿੱਥੇ ਗੋਲੀਆਂ ਚੱਲ ਗਈਆਂ, ਕੀ ਹੋ ਗਿਆ। ਤੇ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਚਿਹਰੇ ਦੇ ਉੱਤੇ ਖੇੜਾ, ਪੂਰਾ ਖੇੜਾ ਜਗਮਗ ਕਰ ਰਿਹਾ, ਲਾਲ ਦਗ ਹੋ ਰਹੀ ਹੈ ਚਿਹਰੇ ਦੇ ਉੱਤੇ। ਤੇ ਬਾਬਾ ਬਹਾਦਰ ਸਿੰਘ ਸਾਹਿਬ ਜੀ ਨੇ ਬਚਨ ਛੱਡੇ, ਕਹਿੰਦੇ ਜਿਹੜਾ ਹੁਕਮ ਆਉਣਾ ਸੀ ਆ ਗਿਆ, ਜਿਹੜੀ ਕਲਾ ਚੜ੍ਹਨੀ ਸੀ ਕਲਾ ਚੜ੍ਹ ਗਈ ਆ। ਠੀਕ ਆ। ਨਿਹੰਗ ਸਿੰਘ ਕਹਿੰਦੇ ਆ ਵੀ ਚੜ੍ਹਦੀ ਕਲਾ, ਵੀ ਅਜੇ ਕਲਾ ਚੜ੍ਹ ਰਹੀ ਆ। ਬਾਬਾ ਬਹਾਦਰ ਸਿੰਘ ਸਾਹਿਬ ਜੀ ਨੇ 5 ਫੈਰ ਕਰਨ ਤੋਂ ਬਾਅਦ ਜਦੋਂ ਫੌਜ ਨੇ ਪੁੱਛਿਆ ਬਾਬਾ ਜੀ ਕੀ ਪਹਿਰਾ ਵਰਤ ਗਿਆ, ਬਾਬੇ ਕਹਿੰਦੇ ਕਲਾ ਚੜ੍ਹ ਗਈ ਆ, ਹੁਕਮ ਆ ਗਿਆ ਹੁਣ ਸ਼ਹੀਦਾਂ ਦਾ, ਹੁਣ ਆਪਣਾ ਚਾਲਾ ਆ, ਤੁਸੀਂ ਤਕੜੇ ਹੋ ਕੇ ਪਹਿਰਾ ਕਰੋ। ਇਹ ਬਚਨ ਉਸ ਵੇਲੇ ਕਿਸੇ ਨੂੰ ਵੀ ਸਮਝ ਨਹੀਂ ਆਇਆ, ਪਰ ਬਹੁਤ ਬਾਅਦ ਵਿੱਚ ਬਾਬਾ ਗੁਰਦਿਆਲ ਸਿੰਘ ਸਾਹਿਬ ਜੀ ਨੇ ਇਹ ਬਚਨ ਖੋਲਿਆ ਕਿ ਸ਼ਹੀਦੀ ਫੌਜ ਉਤਰੀ ਬਾਬਾ ਬਹਾਦਰ ਸਿੰਘ ਸਾਹਿਬ ਜੀ ਨੂੰ ਫਰਮਾਨ ਸੁਣਾਉਣ ਵਾਸਤੇ ਕਿ ਭਾਈ ਤੇਰੀ ਸੇਵਾ ਜਿਹੜੀ ਆ ਉਹ ਲੇਖੇ, ਤੇਰੀ ਸੇਵਾ ਪ੍ਰਵਾਨ ਹੋ ਗਈ ਆ, ਹੁਣ ਤੇਰੇ ਚਾਲੇ ਦਾ ਸਮਾਂ ਆ, ਆਪ ਦਾ ਕਮਰ ਕੱਸਾ ਕਰ, ਸਮਾਂ ਤੇਰਾ ਨੇੜੇ ਆ। ਹੁਣ ਤਿਆਰ ਬਰ ਤਿਆਰ ਹੋ ਕੇ ਜਿਹੜੀ ਖੇਡ ਕਰਨੇ ਵਾਲੀ ਆ, ਜਿਹੜੀ ਕਰਨੀ ਸੀ ਉਹ ਹੋ ਗਈ। ਹੁਣ ਜਿਹੜਾ ਮੁੱਕਦਾ ਮੁੱਦਾ ਆ ਉਹ ਆਪਦਾ ਸੰਭਾਲੋ, ਜਿਹੜੀ ਖੇਡ ਹੋ ਰਹੀ ਆ, ਅੱਗੇ ਹੁਕਮ ਦਾ ਇੰਤਜ਼ਾਰ ਕਰ। ਇਹ ਗੱਲਾਂ ਬਾਤਾਂ ਬਾਬਾ ਬਹਾਦਰ ਸਿੰਘ ਸਾਹਿਬ ਜੀ ਨੇ ਬਾਬੇ ਗੁਰਦਿਆਲ ਸਿੰਘ ਸਾਹਿਬ ਜੀ ਨੂੰ ਦੱਸੀਆਂ ਤੇ ਖੁਸ਼ੀ ਦੇ ਵਿੱਚ 5 ਫੈਰ ਕੀਤੇ ਅੰਮ੍ਰਿਤ ਵੇਲੇ। 2:45 ਵਜੇ ਦਾ ਇਹ ਸਮਾਂ ਸੀ। 5 ਫੈਰ ਬਾਬਿਆਂ ਨੇ ਕੀਤੇ ਕਿ ਜਿਹੜੀ ਕਲਾ ਵਰਤਾਉਣੀ ਸੀ ਸੰਸਾਰ ਤੇ ਉਹ ਵਰਤ ਗਈ ਆ। ਹੁਣ ਆਪਣੀ ਛੁੱਟੀ ਆ, ਆਪਾਂ ਬਹੁਤ ਕਾਰਜ ਵਿਹਾਰ ਕਰਨੇ ਆ। ਠੀਕ ਆ। ਮਾਨਸਾ ਦੇ ਵਿੱਚੋਂ ਚੱਲ ਕੇ ਹੌਲੀ ਹੌਲੀ ਕਰਦੇ ਆ ਆਪਾਂ। ਠੀਕ ਹੈ ਜੀ। ਗਲਾ ਬਹੁਤ ਦੁਖ ਰਿਹਾ ਆ ਤੇ ਆਪਾਂ ਥੋੜਾ ਜਿਹਾ ਕੰਮ ਸਹਿਜੇ ਰੱਖਣਾ ਆ। ਮਾਨਸਾ ਉਹ ਛੋਟੀ ਛਾਉਣੀ ਦੇ ਵਿੱਚੋਂ ਫਿਰ ਚਾਲਾ ਪਾ ਕੇ ਹੌਲੀ ਹੌਲੀ ਕਰਦਿਆਂ ਧੌਲੇ ਪਿੰਡ ਪੜਾ ਲਾਇਆ। ਠੀਕ ਆ। ਧੌਲੇ ਪਿੰਡ ਪੜਾ ਲਾਇਆ। ਧੌਲਾ ਪਿੰਡ ਜਿਹੜਾ ਬਰਨਾਲੇ ਦੇ ਵਿੱਚ ਧੌਲਾ ਪਿੰਡ ਆ, ਉੱਥੇ ਆ ਕੇ
ਰਣਜੋਧ ਸਿੰਘ ਜਿਹੜਾ ਬਾਬੇ ਬਲਵੀਰ ਸਿੰਘ ਦਾ ਗੜਵਈ ਸਿੰਘ ਆ, ਉਹ ਆਪਾਂ ਨੂੰ ਪਹਿਲਾਂ ਵੀ ਬਾਬਿਆਂ ਨੂੰ ਆ ਕੇ ਮਿਲਦਾ ਰਿਹਾ, ਠੀਕ ਆ। ਤੇ ਉਹਦੇ ਨਾਲ ਇੱਕ ਹੋਰ ਸੀਗਾ ਦਮਦਮਾ ਸਾਹਿਬ ਤੋਂ ਸਿੰਘ ਬੁੱਢੇ ਦਲ ਦਾ, ਉਹ ਆ ਕੇ ਮਿਲਦੇ ਰਹੇ, ਉਹਨਾਂ ਨੇ ਗੱਲਬਾਤ ਕੀਤੀ ਸਾਰੀ, ਠੀਕ ਆ। ਬਾਬੇ ਬਲਵੀਰ ਸਿੰਘ ਵੱਲੋਂ ਇਹ ਇੱਕ ਵਾਰੀ ਨਹੀਂ 2-3 ਵਾਰੀ ਇਹ ਗੱਲਬਾਤ ਆਈ ਕਿ ਬਾਬਾ ਬਹਾਦਰ ਸਿੰਘ ਸਾਹਿਬ ਜੀ ਤੁਸੀਂ ਸਾਰੇ ਬੁੱਢੇ ਦਲ ਦਾ ਪਹਿਰਾ ਕਰੋ, ਸਾਰਾ ਬੁੱਢਾ ਦਲ ਇਕੱਠਾ ਕਰ ਦਿਓ, ਸਰਕਾਰੇ ਦਰਬਾਰੇ ਵਾਲੀ ਖੇਡ ਆਪਾਂ ਕਰਾਂਗੇ। ਜਿਸ ਤਰ੍ਹਾਂ ਬਾਬੇ ਸਰਜੀਤ ਸਿੰਘ ਸਾਹਿਬ ਜੀ ਦੇ ਨਾਲ ਜਿਹੜਾ ਬਚਨ ਹੋਇਆ ਸੀ, ਬਾਬੇ ਬਲਵੀਰ ਸਿੰਘ ਨੇ ਗੱਲਬਾਤ ਕੀਤੀ। ਅੱਜ ਕੋਈ ਇਹਦੀ ਹਾਮੀ ਭਰੇ ਨਾ ਭਰੇ, ਪਰ ਸਾਨੂੰ ਬਾਬਿਆਂ ਨੇ ਗੱਲਬਾਤ ਦੱਸੀ ਆ ਸਾਰੀ ਕਿ ਬਾਬਾ ਬਲਵੀਰ ਸਿੰਘ ਚਾਹੁੰਦਾ ਵੀ ਆਪਾਂ ਬੁੱਢਾ ਦਲ ਇਕੱਠਾ ਕਰ ਦਈਏ, ਬੁੱਢੇ ਦਲ ਦੀ ਚੜ੍ਹਦੀ ਕਲਾ ਹੋਵੇ, ਠੀਕ ਆ। ਚਲੋ ਹੋ ਜਾਂਦਾ ਇਹ ਗੁਰਮਤਾ ਤਾਂ ਪੰਥ ਦੀ ਇਕੱਤਰਤਾ ਹੀ ਹੋ ਜਾਂਦੀ, ਠੀਕ ਆ। ਜੇ ਅੱਜ ਬਾਬਾ ਬਹਾਦਰ ਸਿੰਘ ਰਹਿੰਦਾ ਤਾਂ ਉਹ ਇਕੱਤਰਤਾ ਹੀ ਕਰਦਾ ਵੀ, ਕਿਉਂਕਿ ਉਹ ਜਰਨੈਲ ਸੀ, ਫੌਜ ਦੀ ਅਗਵਾਈ ਕਰਨ ਵਾਲਾ, ਉਹ ਕਰਦਾ ਵੀ ਸਾਰੀ ਗੱਲਬਾਤ। ਪਰ ਬਾਬਾ ਬਹਾਦਰ ਸਿੰਘ ਸਾਹਿਬ ਜੀ ਨੇ ਇਹ ਗੱਲਬਾਤ ਕੀਤੀ ਕਿ ਭਾਈ ਜੇ ਬਾਬੇ ਬਲਵੀਰ ਸਿੰਘ ਦੇ ਨਾਲ ਅਸੀਂ ਰਲਣਾ ਹੀ ਸੀ, ਠੀਕ ਆ, ਅਸੀਂ ਬਾਬੇ ਜੋਗਿੰਦਰ ਸਿੰਘ ਦਾ ਵਿਰੋਧ ਕਾਤੇ ਕਰਦੇ? ਬਾਬਾ ਜੋਗਿੰਦਰ ਸਿੰਘ ਬ੍ਰਹਮ ਗਿਆਨੀ ਆ, ਬ੍ਰਹਮ ਗਿਆਨੀ ਬਾਬਾ ਜੋਗਿੰਦਰ ਸਿੰਘ। ਇਹ ਬਚਨ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਮੁਖ ਦੇ ਆ ਕਿ ਬਾਬੇ ਜੋਗਿੰਦਰ ਸਿੰਘ ਦੀ ਬਹੁਤ ਵੱਡੀ ਕਲਾ ਆ, ਪਰ ਇਹ ਐਸੀ ਕਲਾ ਵਰਤ ਗਈ, ਬਾਬਾ ਜੋਗਿੰਦਰ ਸਿੰਘ ਜਾ ਕੇ ਬਾਬੇ ਬਲਵੀਰ ਸਿੰਘ ਦੇ ਨਾਲ ਮਹੱਲੇ ਚੜਿਆ, ਆਪਾਂ ਨੂੰ ਵਿਰੋਧ ਕਰਨਾ ਪੈ ਗਿਆ ਉਸ ਬ੍ਰਹਮ ਗਿਆਨੀ ਦਾ, ਉਸ ਬ੍ਰਹਮ ਗਿਆਨੀ ਦੇ ਖਿਲਾਫ ਖੜੇ ਹੋਣਾ ਪੈ ਗਿਆ ਆਪਾਂ ਨੂੰ, ਆਪਣਾ ਉਹਦੇ ਨਾਲ ਖੰਡਾ ਖੜਕ ਗਿਆ ਇਸ ਬਚਨ ਕਰਕੇ ਹੀ ਬਈ ਉਹ ਬਾਬੇ ਬਲਵੀਰ ਸਿੰਘ ਦੇ ਨਾਲ ਮਹੱਲੇ ਕਾਤੇ ਚੜਿਆ। ਆਪਾਂ ਬਾਬੇ ਸਰਜੀਤ ਸਿੰਘ ਨੂੰ ਜਾਨ ਦੇ, ਉਹਦੇ ਨਾਲ ਆਪਾਂ ਆਪਣੀ ਜਾਨ ਦਾ ਕੌਲ ਆ ਵੀ ਜਾਨ ਦੇ ਦਿਆਂਗੇ ਬਾਬਾ, ਤੇਰੇ ਬਚਨਾਂ ਤੋਂ ਨਹੀਂ ਥਿੜਕਦੇ। ਆਪਾਂ ਬਾਬੇ ਬਲਵੀਰ ਸਿੰਘ ਦੇ ਨਾਲ ਇਕੱਤਰਤਾ ਹੀ ਨਹੀਂ ਕਰਨੀ, ਜੇ ਕਰਨੀ ਹੁੰਦੀ ਤਾਂ ਫਿਰ ਬਾਬੇ ਜੋਗਿੰਦਰ ਸਿੰਘ ਦਾ ਵਿਰੋਧ ਕਾਤੇ ਕਰਦੇ ਆਪਾਂ, ਠੀਕ ਆ। ਚਲੋ ਇਦਾਂ ਦਾ ਗੁਰਮਤਾ ਹੋਇਆ ਉਸ ਵੇਲੇ। ਰਣਜੋਤ ਸਿੰਘ ਹੁਣੀ ਆਏ, ਦੇਗਾ ਪਾਣੀ ਛਕ ਕੇ ਉਹ ਗਏ। ਅੱਜ ਵੀ ਆਪਣਾ ਪ੍ਰੇਮ ਹੈ ਸਾਰਿਆਂ ਦੇ ਨਾਲੇ, ਗੱਲ ਇਦਾਂ ਦੀ ਕੋਈ ਨਹੀਂ ਕਿਸੇ ਵੀ ਪ੍ਰਕਾਰ ਦੀ, ਠੀਕ ਹੈ। ਪਰ ਜਿਹੜਾ ਬਚਨ ਸੱਚ ਦਾ ਆ, ਜਦੋਂ ਸੱਚ ਬੋਲਿਆ ਜਾਂਦਾ ਫਿਰ ਵੈਰ ਪੈ ਹੀ ਜਾਂਦੇ ਆ ਸਾਰਿਆਂ ਨਾਲ। ਵੈਰ ਤਾਂ ਸੱਚ ਦਾ ਆ, ਝੂਠ ਦੀਆਂ ਯਾਰੀਆਂ ਆ ਤੇ ਵੈਰ ਸੱਚ ਦੇ ਆ, ਠੀਕ ਹੈ। ਬਾਬਾ ਬਹਾਦਰ ਸਿੰਘ ਸਾਹਿਬ ਜੀ ਨੇ ਇਹ ਬਚਨ ਕਰਕੇ ਪਚੰਗੀਓ ਖੁਸ਼ੇ ਲਓ। ਉਦੋਂ ਬਾਅਦ ਧੌਲੇ ਪਿੰਡ ਇਹਨਾਂ ਦੀ ਪੂਰੀ ਤਾਕ ਸੀ, ਜਿਹੜੀ ਇਹ ਜੁੰਡਲੀ ਸੀਗੀ ਸਾਰੀ, ਚਾਣਕੀਆ, ਮਿੱਠੂ, ਇਹ ਗੇਜੇ ਗੂਜੇ ਹੁਣੀ, ਇੱਕ ਇਹਨਾਂ ਦਾ ਬਹੁਤ ਤਕੜਾ ਬਾਬੇ ਸੰਤਾ ਸਿੰਘ ਸਾਹਿਬ ਜੀ ਦੇ ਸਮੇਂ, ਠੀਕ ਆ, ਇੱਕ ਇਹਨਾਂ ਦਾ ਰੱਖਿਆ ਹੋਇਆ ਦੈਂਤ ਸੀਗਾ ਸਰਕਾਰੀ ਸਾਨ, ਉਹਨੂੰ ਬਿੱਲਾ ਬਿੱਲਾ ਕਹਿੰਦੇ ਸੀ, ਸ਼ਹੀਦ। ਉਹਦੇ ਕੋਲ ਆਪਾਂ ਸੁਣਿਆ ਪਹਿਰਾ ਬਾਬੇ ਗੁਰਦਿਆਲ ਸਿੰਘ ਸਾਹਿਬ ਜੀ ਕੋਲੋਂ ਹੋਰ ਸਾਰੀ ਖੇਡ, ਉਹਦੇ ਕੋਲ 11 ਗੋਲੀ ਦੀ ਰਫਲ ਹੁੰਦੀ ਸੀ, 11 ਗੋਲੀ ਦੀ, ਤੇ ਉਹ ਐਡਾ ਦੈਂਤ ਸੀ ਸਾਲਾ ਰਾਖਸ਼, ਬਈ ਬਿਨਾਂ ਪੁੱਛ ਦੱਸੇ ਕਿਸੇ ਦੇ ਗੋਲੀ ਮਾਰ ਦਿੰਦਾ ਸੀ। ਬਹੁਤ ਪਚੰਗੀ, ਬਹੁਤ ਬੰਦੇ ਉਹਨੇ ਮਾਰੇ। ਉਹਨੂੰ ਇਹਨੀ ਮਲੇਸ਼ ਪਾਰਟੀ ਨੇ ਉਹਨੂੰ ਬਣਾਇਆ ਸੀ ਸ਼ਹੀਦ। ਉਹਦਾ ਵੀ ਆਪਾਂ ਦੱਸਦੇ ਆਂ ਵੀ ਉਹਦਾ ਅੱਗੇ ਜਾ ਕੇ ਹਾਲ ਕੀ ਹੋਇਆ, ਕੀ ਉਹਦਾ ਹਾਲ ਹੋਇਆ ਬਾਅਦ ਚ ਆਣੀ। ਧੌਲੇ ਪਿੰਡ ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ, ਧੌਲੇ ਪਿੰਡ ਦੇ ਵਿੱਚ ਮਿੱਠੂ ਦੀ ਗੱਡੀ ਘੁੰਮਦੀ ਰਹੀ, ਬਾਬਿਆਂ ਨੂੰ ਖਬਰਾਂ ਮਿਲੀਆਂ, ਧੌਲੇ ਵਾਲਾ ਰਾਜ ਉਹਨਾਂ ਨੇ ਖਬਰਾਂ ਦਿੱਤੀਆਂ, ਬਾਬਾ ਇੱਥੇ ਮਿੱਠੂ ਦੀ ਗੱਡੀ ਘੁੰਮਦੀ ਆ, ਇਹ ਕੋਈ ਗੱਲਬਾਤ ਕਰਨ ਨੂੰ ਫਿਰਦੇ ਆ। ਬਾਬੇ ਕਹਿੰਦੇ ਕੋਈ ਨਹੀਂ, ਜਿਹੜੀ ਗੱਲਬਾਤ ਹੋਣੇ ਵਾਲੀ ਆ ਉਹ ਸਾਨੂੰ ਸਭ ਪਤਾ, ਕਿੱਥੇ ਜਾ ਕੇ ਸਾਡਾ ਆਖਰੀ ਸਵਾਸ ਮੁੱਕਣਾ, ਸਾਨੂੰ ਸਾਰੀ ਗੱਲਬਾਤ ਪਤਾ, ਜੋ ਹੋਵੇਗਾ ਸੋ ਦੇਖਿਆ ਜਾਵੇਗਾ, ਠੀਕ ਆ। ਧੌਲੇ ਪਿੰਡ ਪੜਾ ਲਾਇਆ। ਧੌਲੇ ਤੇ ਨਾਲ ਇੱਕ ਹੋਰ ਪਿੰਡ ਆ ਜਿੱਥੇ ਟਕਸਾਲ ਦਾ ਪਹਿਰਾ ਚੱਲਦਾ ਆ, ਪਤਾ ਨਹੀਂ ਕੀ ਨਾਂ ਆ ਉਸ ਪਿੰਡ ਦਾ। ਉਦੋਂ ਬਾਅਦ ਬਾਬੇ ਗੁਰਦਿਆਲ ਸਿੰਘ ਦਾ ਪਿੰਡ ਆ ਜਾਂਦਾ ਕਾਨੇ ਕੇ, ਠੀਕ ਹੈ ਜੀ, ਕਾਨੇ ਕੇ ਪਿੰਡ ਆ ਜਾਂਦਾ ਬਾਬੇ ਗੁਰਦਿਆਲ ਸਿੰਘ ਦਾ ਨਗਰ। ਉੱਥੇ ਜਾ ਕੇ ਪੜਾ ਲਾਇਆ, ਪਹਿਲੇ ਦਿਨ ਰਾਤ ਨੂੰ ਪੜਾ ਲਾਇਆ, ਤੇ ਚਲੋ ਦੂਜੇ ਦਿਨ ਜਿਹੜਾ ਸਵੇਰ ਦਾ ਸੀ, ਬਾਬਿਆਂ ਨੇ ਬਚਨ ਕੀਤਾ ਸੀ ਵੀ ਇੱਥੇ ਭਾਈ ਆਪਾਂ ਸੁੱਖ ਲੈਣਾ ਆ। ਬਾਬੇ ਬਹਾਦਰ ਸਿੰਘ ਸਾਹਿਬ ਜੀ ਨੇ ਗੱਲ ਕੀਤੀ ਸੀ ਵੀ ਇਹ ਗੁਰਦਿਆਲ ਸਿੰਘ ਦਾ ਪਿੰਡ ਆ, ਫੌਜ ਇੱਥੇ ਹੈਗੀ ਆ ਨਿੰਗਾ ਸਿੰਘਾਂ ਦੀ, ਇਹ ਘੋੜੇ ਘਾੜੇ ਸਾਂਭੀ ਜਾਣਗੇ, ਆਪਾਂ ਦਰਸ਼ਨ ਦਿਦਾਰੇ ਕਰਨੇ ਆ, ਠੀਕ ਆ। ਆਪਾਂ ਸਾਰੇ ਜਾ ਕੇ ਦਰਸ਼ਨ ਦਿਦਾਰੇ ਕਰਨੇ, ਦਰਸ਼ਨ ਮੇਲੇ ਆਪਾਂ ਕਰਨੇ ਆ ਫੌਜਾਂ ਦੇ, ਠੀਕ ਹੈ। ਸਾਰਿਆਂ ਨੂੰ ਜਿਨ੍ਹਾਂ ਨੂੰ ਪ੍ਰੇਮ ਵਾਲਿਆਂ ਨੂੰ ਮਿਲਣਾ ਆਪਾਂ ਜਾ ਕੇ ਮਿਲਣਾ ਆ। ਤੇ ਵਿੱਚੋਂ ਫੌਜਾਂ ਨੇ ਅੰਦਾਜ਼ੇ ਲਾ ਲਏ ਸੀ ਬਈ ਸਮਾਂ ਆ ਗਿਆ ਆ, ਸਮਾਂ ਨਿਕਲ ਚੁੱਕਿਆ ਆ, ਠੀਕ ਆ, ਵੀ ਹੁਣ ਸ਼ਹੀਦਾਂ ਨੇ ਚਾਲਾ ਪਾ ਜਾਣਾ ਆ, ਜਿਹੜਾ ਮੇਲ ਮਿਲਾਪ ਦੇ ਬਚਨ ਆਉਣ ਲੱਗ ਪਏ ਵੀ ਮੇਲ ਮਿਲਾਪ ਕਰਨਾ ਆ। ਚਲੋ ਜਿਹੜੀ ਸ਼ਾਮ ਨੂੰ ਜਾ ਕੇ ਆਪਾਂ ਉੱਥੇ ਕਾਨੇ ਕੇ ਬਾਬਾ ਗੁਰਦਿਆਲ ਸਿੰਘ ਜੀ ਦੇ ਪਿੰਡ ਉਸ ਨਗਰ ਦੇ ਵਿੱਚ ਪੜਾਅ ਕੀਤਾ, ਉਦੋਂ ਜਿਹੜਾ ਅੰਮ੍ਰਿਤ ਵੇਲਾ ਚੜ੍ਹਦਾ ਆ, ਬਾਬਾ ਬਹਾਦਰ ਸਿੰਘ ਸਾਹਿਬ ਜੀ ਨੇ ਹੁਕਮ ਜਾਰੀ ਕੀਤਾ
कि भाई आपां जाके बाबे जोगिंदर सिंह नूं मिलना जाके, ठीक है। आपां बाबे जोगिंदर सिंह साहब जी दे दर्शन करने आ। सारी फौज तैयार बर तैयार होके सनदबद्ध होके एन तैयार बर तैयार होके 2 गड्डियां भर के आपां रकबे नूं गए उत्थे बाबियां दे नाल। बाबियां दे नाल जाके रकबे उत्थे बाबा जोगिंदर सिंह साहब जी दे दर्शन कीते। बाबा जोगिंदर सिंह साहब जी दे दर्शन कीते। बाबियां ने बहुत खुशियां वरताईयां। ਇੰਨੀ ਮੋਟੀ ਮੋਟੀ ਬਾਬਿਆਂ ਨੇ ਛਤਰਧਾਰਾ ਸਾਰਿਆਂ ਸਿੰਘਾਂ ਨੂੰ ਵਰਤਾਈ ਤੇ ਬਹੁਤ ਚੜ੍ਹਦੀ ਕਲਾ ਦੇ ਨਾਲ ਪ੍ਰੇਮ ਕੀਤਾ। ਬਚਨ ਬਲਾਸ ਹੋਏ ਬਹੁਤ ਚੜ੍ਹਦੀ ਕਲਾ ਵਾਲੇ ਕਿ ਭਾਈ ਚੜ੍ਹਦੀ ਕਲਾ ਹੋ ਗਈ। ਬਾਬਿਆਂ ਨੇ ਇਦਾਂ ਦੇ ਬਚਨ ਛੱਡੇ ਬਾਬੇ ਜੋਗਿੰਦਰ ਸਿੰਘ ਸਾਹਿਬ ਜੀ ਨੇ ਆਪਣੇ ਮੁਖ ਤੋਂ ਕਿ ਚੜ੍ਹਦੀ ਕਲਾ ਹੋ ਗਈ ਸ਼ਹੀਦਾ। ਹੋਰ ਦੂਜਾ ਸਾਰੀ ਫੌਜ ਦੇਖਦੀ ਸੀ ਵੀ ਹੋਰ ਦੂਜਾ ਬਚਨ ਕੋਈ ਨਹੀਂ ਹੋਇਆ ਦੋਨਾਂ ਦੇ ਵਿਚਾਲੇ, ਠੀਕ ਹੈ ਜੀ। ਦੋਏ ਜਥੇਦਾਰਾਂ ਨੇ ਕੋਈ ਬਚਨ ਨਹੀਂ ਕੀਤਾ ਇੱਕ ਦੂਜੇ ਦੇ ਨਾਲ। ਬਸ 10 ਮਿੰਟ ਬੈਠ ਕੇ ਆਪਦੀ ਜਿਹੜੀ ਗੱਲਬਾਤ ਅੰਦਰੋਂ ਗਤੀ ਕਰਨੀ ਸੀ, ਦਰਸ਼ਨ ਮੇਲੇ ਕਰਨੇ ਸੀ, ਉਹ ਹੋਏ, ਉਹ ਗੱਲਾਂ ਬਾਤਾਂ ਹੋਈਆਂ। ਉਦੋਂ ਬਾਅਦ ਕੀ ਕਲਾ ਵਰਤਦੀ ਆ ਬਾਬੇ ਕਹਿੰਦੇ ਵੀ ਚਲੋ ਆਪਾਂ ਬੋਪਾ ਰਾਏ ਪਿੰਡ ਦੇ ਵਿੱਚ ਇੱਕ ਭਚੰਗੀ ਅਕਾਲ ਚਲਾਣਾ ਕਰ ਗਿਆ, ਆਪਾਂ ਉਹਦੇ ਘਰੇ ਜਾ ਕੇ ਆਪਾਂ ਦਰਸ਼ਨ ਦਿਦਾਰੇ ਕਰਨੇ ਆ, ਠੀਕ ਆ। ਉਹ ਭਚੰਗੀ ਅਕਾਲ ਚਲਾਣਾ ਕਰ ਗਿਆ। ਉਹ ਸਾਰਾ ਦਿਨ ਆਪਾਂ ਘੁੰਮ ਫਿਰ ਕੇ ਪਹਿਲਾਂ ਬਾਬੇ ਜੋਗਿੰਦਰ ਸਿੰਘ ਸਾਹਿਬ ਜੀ ਦੇ ਦਰਸ਼ਨ ਕੀਤੇ ਉੱਥੇ ਬੋਪਾ ਰਾਏ ਪਿੰਡ ਦੇ ਵਿੱਚ, ਫਿਰ ਉਹ ਭਚੰਗੀ ਦੇ ਦਰਸ਼ਨ ਕੀਤੇ। ਫਿਰ ਬਾਬਿਆਂ ਦੇ ਘਰੇ ਜਾ ਕੇ ਬਾਬਿਆਂ ਦੀ ਮਾਈ ਨੂੰ ਮਿਲੇ, ਠੀਕ ਆ। ਬਾਬੇ ਆਪਣੀ ਮਾਈ ਨੂੰ ਮਿਲ ਕੇ ਆਏ ਵੇ ਮਾਈ ਚੱਲ ਆਪਣਾ ਧਿਆਨ ਰੱਖੀ ਚੜ੍ਹਦੀ ਕਲਾ, ਠੀਕ ਆ। ਨਹੀਂ ਬਾਬੇ ਕਿਤੇ ਕਿਤੇ ਜਾ ਕੇ ਮਾਈ ਨੂੰ ਮਿਲਦੇ ਹੁੰਦੇ ਸੀਗੇ, ਕਿਤੇ ਸਾਲਾਂ ਬਾਅਦ। ਪਰ ਬਾਬੇ ਕਹਿੰਦੇ ਚਲੋ ਅੱਜ ਵੀ ਆਪਾਂ ਮਿਲਣਾ। ਉੱਥੇ ਜਾ ਕੇ ਬਾਬਿਆਂ ਨੂੰ ਮਿਲੇ, ਮਾਈ ਨੂੰ ਮਿਲੇ ਬਾਬੇ, ਠੀਕ ਆ। ਉਦੋਂ ਬਾਅਦ ਫਿਰ ਆਪਾਂ ਘੁੰਮਦੇ ਫਿਰਦੇ ਸਾਰੇ ਜਿਹੜੇ ਇੱਧਰ ਉੱਧਰ ਦਰਸ਼ਨ ਦਿਦਾਰੇ ਜਿਹੜੀ ਫੌਜ ਨਾਲ ਕਰਨੇ ਵਾਲੇ ਸੀਗੇ, ਬਾਬਾ ਜੀ ਨੇ ਜਿੱਥੇ ਜਿੱਥੇ ਗੇੜਾ ਮਾਰਨਾ ਸੀ ਉਹ ਦਰਸ਼ਨ ਦਿਦਾਰੇ ਕਰਕੇ ਆਪਾਂ ਕਾਨੇ ਕੇ ਨਗਰ ਦੇ ਵਿੱਚ ਫੇਰ ਆ ਗਏ, ਠੀਕ ਆ। ਉਹ ਰਾਤ ਬਤੀਤ ਹੁੰਦੀ ਆ ਇਹਨਾਂ ਦੀ ਇੱਕ ਮਿੱਠੂ ਦੀ ਚਾਣਕੀਏ ਦੀ। ਜਦੋਂ ਆਪਾਂ ਗਏ ਹੋਏ ਸੀ ਰਕਬੇ ਨੂੰ, ਜਦੋਂ ਗਏ ਹੋਏ ਸੀ ਤੇ ਇੱਕ ਸਰਜੀਤ ਆ ਬੁੱਢਾ ਜਿਹਾ ਆ, ਉਹਦਾ ਚਿੱਟਾ ਦਾੜਾ ਆ, ਸਰਜੀਤ ਆ। ਸਰਜੀਤ ਉਹਦਾ ਨਾਂ ਆ, ਦਿੜਬੇ ਵਾਲਾ ਸਰਜੀਤ। ਉਹ ਪਿੱਛੇ ਜਿਹੜੇ ਘੋੜਿਆਂ ਵਾਲੀ ਫੌਜ ਸੀ ਕਾਨੇ ਕੇ ਨਗਰ ਦੇ ਵਿੱਚ, ਠੀਕ ਹੈ ਜੀ, ਘੋੜਿਆਂ ਵਾਲੀ ਫੌਜ ਸੀ ਉਹਨਾਂ ਦੇ। ਉਹ ਭਚੰਗੀਆਂ ਛੋਟੇ ਭਚੰਗੀਆਂ ਦੇ ਕੋਲੋਂ ਇਹ ਮੁਖਬਰੀਆਂ ਕਰਦੇ ਫਿਰਦੇ ਸੀ ਵੀ ਤੁਹਾਡੀ ਕਿੰਨੀ ਕੁ ਫੌਜ ਆ ਜਾਂ ਤੁਹਾਡੇ ਕੋਲ ਕਿਹੜੇ ਕਿਹੜੇ ਸ਼ਸਤਰ ਬਸਤਰ ਆ। ਇਸ ਤਰ੍ਹਾਂ ਦਾ ਇਹ ਪਹਿਰਾ ਸਾਰੇ ਕਾਨੇ ਕੇ ਨੂੰ ਪਤਾ ਆ, ਸਾਰੇ ਕਾਨੇ ਕੇ ਦੇ ਲੋਕਾਂ ਨੂੰ ਪਤਾ ਵੀ ਇਹ ਏਦਾਂ ਗੱਡੀਆਂ ਦੇ ਵਿੱਚ ਮੁਖਬਰੀਆਂ ਕਰਦੇ ਫਿਰਦੇ ਸੀ, ਸੂਹਾਂ ਲੈਂਦੇ ਫਿਰਦੇ ਸੀਗੇ। ਉਦੋਂ ਬਾਅਦ ਕੀ ਕਲਾ ਵਰਤਦੀ ਆ, ਚਲੋ ਰਾਤ ਪੈਂਦੀ ਹੈ, ਅੰਮ੍ਰਿਤ ਵੇਲਾ ਹੋ ਜਾਂਦਾ ਹੈ, ਠੀਕ ਹੈ। ਅੰਮ੍ਰਿਤ ਵੇਲੇ ਦੇ 5 ਵੱਜਦੇ ਆ, ਠੀਕ। ਅੰਮ੍ਰਿਤ ਵੇਲੇ ਦੇ 5 ਵੱਜਦੇ ਆ। ਬਾਬਾ ਬਹਾਦਰ ਸਿੰਘ ਸਾਹਿਬ ਜੀ ਕਹਿੰਦੇ ਵੀ ਗੱਡੀਆਂ ਚੱਕੋ ਆਪਾਂ ਜਾ ਕੇ ਰਾਮਗੜੀਏ ਨੂੰ ਮਿਲਣਾ ਆ, ਠੀਕ ਹੈ। ਗੱਡੀਆਂ ਚੱਕੋ ਆਪਾਂ ਜਾ ਕੇ ਰਾਮਗੜੀਏ ਨੂੰ ਮਿਲਣਾ। ਉਹ ਮਖੂ ਪਿੰਡ ਉਹਦੇ ਉੱਥੇ ਛਾਉਣੀ ਆ ਵੀ ਆਪਾਂ ਰਾਮਗੜੀਏ ਦੇ ਕੋਲ ਜਾਈਏ ਵੀ ਰਾਮਗੜੀਏ ਨੇ ਆਪਾਂ ਨੂੰ ਯਾਦ ਕੀਤਾ ਵੀ ਉਹਨੇ ਗੁਰਦੁਆਰਾ ਗੁਰੂ ਘਰ ਬਣਾਉਣਾ ਕੋਈ ਤੇ ਉਹਦਾ ਨੀਂਹ ਪੱਥਰ ਰੱਖਿਆ ਜਾਊਗਾ, ਠੀਕ ਹੈ ਜੀ। ਉਹਦਾ ਨੀਂਹ ਪੱਥਰ ਰੱਖਣਾ। ਚਲੋ ਪਾਤਸ਼ਾਹ ਜੀ ਸਨਦਬੱਧ ਹੋ ਕੇ ਤਿਆਰ ਬਰ ਤਿਆਰ ਫੌਜ ਦੇ ਨਾਲ ਚੜ੍ਹ ਕੇ ਆਪਾਂ ਉੱਥੇ ਗੱਡੀਆਂ ਦੇ ਵਿੱਚ ਗਏ। ਉੱਥੇ ਜਾ ਕੇ ਕੀ ਕਲਾ ਵਰਤਦੀ ਆ ਵੀ ਉੱਥੇ ਜਿਹੜਾ ਸਾਰਾ ਸਿਸਟਮ ਸੀ, ਜਿਹੜਾ ਨੀਂਹ ਪੱਥਰ ਰੱਖਣਾ ਸੀ, ਉਹ ਨੀਂਹ ਪੱਥਰ ਗੁਰੂ ਘਰ ਦਾ ਰੱਖਿਆ ਗਿਆ। ਬਹੁਤ ਖੁਸ਼ੀਆਂ ਖੇੜਿਆਂ ਦੇ ਨਾਲ ਉੱਥੇ ਫੌਜ ਨੇ ਖੁੱਲ ਕੇ ਫੈਰ ਫੂਰ ਕੀਤੇ। ਫੌਜ ਦੇ ਕੋਲ ਜਿੰਨੀਆਂ ਵੀ ਸਾਰਿਆਂ ਕੋਲੇ ਰਫਲਾਂ ਬੰਦੂਕਾਂ ਸੀ। ਬਾਬੇ ਕਹਿੰਦੇ ਸਾਰੇ ਹੀ ਅੱਜ ਖੁਸ਼ੀ ਮਨਾਓ ਪੂਰੀ ਰੱਜ ਕੇ, ਅੱਜ ਖੁਸ਼ੀਆਂ ਦਾ ਦਿਨ ਆ। ਪਰ ਪਤਾ ਨਹੀਂ ਸੀ ਵੀ ਕਿਹੜੀਆਂ ਗੱਲਾਂ ਦੀਆਂ ਖੁਸ਼ੀਆਂ ਮਨਾਉਣ ਨੂੰ ਪਾਤਸ਼ਾਹ ਕਹਿ ਰਿਹਾ। ਚਲੋ ਫੌਜ ਨੇ ਉਹ ਵੀ ਗੱਲਾਂ ਬਾਤਾਂ ਕੀਤੀਆਂ ਔਰ ਬਾਬੇ ਰਾਮਗੜੀਏ ਦੇ ਨਾਲ ਵੀ ਬਚਨ ਬਲਾਸ ਹੋਏ ਜਿਹੜੇ ਕਰਨੇ ਵਾਲੇ ਜ਼ਰੂਰੀ ਸੀ। ਉੱਥੋਂ ਆਉਂਦਿਆਂ, ਠੀਕ ਆ, ਇਹ 2-3 ਦਿਨ ਦਾ ਬਾਬਿਆਂ ਦਾ ਬਹੁਤ ਜ਼ਿਆਦਾ ਇੱਧਰ ਉੱਧਰ ਆਣ ਜਾਣ ਰਿਹਾ ਸੀ। ਤਾਂ ਬਾਬਿਆਂ ਦੇ ਪਿੱਛੇ ਢੂਹੀ ਦੇ ਪਿੱਛੇ ਇੱਥੇ ਲੱਕ ਦੇ ਵਿੱਚ ਦਰਦ ਹੁੰਦੀ ਸੀ ਬਾਬਿਆਂ ਦੇ, ਠੀਕ ਆ। ਤੇ ਜਦੋਂ ਉੱਥੇ ਮਖੂ ਤੋਂ ਮੁੜ ਕੇ ਆਏ ਰਾਮਗੜੀਏ ਨੂੰ ਮਿਲ ਕੇ, ਜਦੋਂ ਮਖੂ ਤੋਂ ਮੁੜ ਕੇ ਆਏ ਤਾਂ ਆਉਂਦਿਆਂ ਸਾਨੂੰ 5:30 ਹੋ ਗਏ ਸ਼ਾਮ ਦੇ, ਠੀਕ ਆ। ਆਉਂਦਿਆਂ ਫਟਾਫਟ ਸਾਰੀ ਫੌਜ ਨੇ ਇਸ਼ਨਾਨ ਪਾਣੀ ਸੋਧਿਆ, ਦਰਬਾਰ ਦਾ ਪਹਿਰਾ ਸੰਭਾਲਿਆ। ਜਦੋਂ ਦਰਬਾਰ ਦਾ ਪਹਿਰਾ ਸੰਭਾਲਿਆ ਸੰਧਿਆ ਹੋਈ, ਸੰਧਿਆ ਕੀਤੀ ਗਈ, ਠੀਕ ਆ। ਆਰਤੇ ਕੀਤੇ। ਆਰਤੇ ਦੇ ਵਿੱਚ ਜਿਹੜੀ ਕਲਾ ਵਰਤੀ ਉਹ ਕਹਿਣ ਕਹਾਣ ਤੋਂ ਬਾਹਰ ਦੀ ਗੱਲ ਹੈ ਉਹ, ਠੀਕ ਆ। ਸ਼ਹੀਦਾਂ ਦੀ ਕੋਈ ਫੌਜ ਉਤਰੀ ਬਾਬਾ ਜੀ ਨੂੰ ਲੈਣ ਵਾਸਤੇ ਤੇ ਉਦੋਂ ਬਾਅਦ ਕੀ ਕਲਾ ਵਰਤਦੀ ਹੈ ਜਿਹੜੀ ਬੁੱਢੇ ਦਲ ਦੀ ਮਰਿਆਦਾ। ਉੱਥੇ ਕਾਨੇ ਕੇ ਦਰਬਾਰ ਦੇ ਵਿੱਚੋਂ ਪਹਿਰਾ ਕਰਕੇ, ਠੀਕ ਹੈ ਜੀ, ਆਰਤਾ ਕੀਰਤਨ ਸੋਲਾ ਦਰਬਾਰ ਦੀ ਸਮਾਪਤੀ ਕਰਕੇ
8:30 ਵਜੇ ਦਰਬਾਰ ਦੇ ਵਿੱਚੋਂ ਫੌਜ ਨਿਕਲਦੀ ਆ, ਲੰਗਰ ਦੇ ਵਿੱਚ ਫਤਿਹ ਗਜਾਉਂਦੀ ਆ ਤੇ ਬਾਬਾ ਬਹਾਦਰ ਸਿੰਘ ਸਾਹਿਬ ਜੀ ਮੋਹਰੇ ਮੋਹਰੇ ਪਹਿਲਾਂ ਅੱਗੇ ਜਦੋਂ ਵੀ ਬਾਬਾ ਜੀ ਦਰਬਾਰ ਦੇ ਵਿੱਚ ਹਾਜ਼ਰੀ ਭਰਦੇ ਸੀ ਰੋਜ਼ ਸ਼ਾਮ ਨੂੰ ਤੇ ਬਾਬਾ ਜੀ ਜਾ ਕੇ ਪਲੰਗੇ ਦੇ ਉੱਤੇ ਸੱਜਦੇ ਸੀ, ਤਿਆਰ ਬਰ ਤਿਆਰ ਹੋ ਕੇ ਪਲੰਗੇ ਤੇ ਚੜ੍ਹਦੇ ਸੀ, ਵੀਰ ਆਸਣ ਲਾ ਕੇ ਫਿਰ ਫੌਜ ਦੇ ਨਾਲ ਵਚਨ ਵਿਲਾਸ ਕਰਨਾ ਤੇ ਫੌਜ ਨੂੰ ਕਹਿਣਾ ਬਹਿ ਜਾਓ ਹੁਣ ਇੱਥੇ ਆਪਾਂ ਵਚਨ ਵਿਲਾਸ ਕਰਦੇ ਆ ਆਪਣੇ ਦਿਲ ਦੇ ਜਿਹੜੇ ਕਰਨੇ ਵਾਲੇ। ਕੱਲੀ ਕੱਲੀ ਫੌਜ ਨੂੰ ਪੁੱਛਣਾ ਬਈ ਤੂੰ ਕਿਵੇਂ, ਤੇਰਾ ਘੋੜਾ ਕਿੱਦਾਂ, ਕੀ ਗੱਲਬਾਤ ਹੈ, ਜਾਂ ਤੈਨੂੰ ਕੋਈ ਚੀਜ਼ ਚਾਹੀਦੀ, ਕੀ ਤੈਨੂੰ ਕੋਈ ਗੱਲਬਾਤ ਕੋਈ ਤਕਲੀਫ ਹੈ ਦੱਸ। ਉਸ ਦਿਨ ਕੀ ਕਲਾ ਵਰਤਦੀ ਹੈ? ਉਸ ਦਿਨ ਇਹ ਕਲਾ ਵਰਤੀ ਬਈ ਜਦੋਂ ਦਰਬਾਰ ਲੰਗਰ ਦੇ ਵਿੱਚੋਂ ਫਤਿਹ ਗਜਾ ਕੇ ਬੁੱਢੇ ਦਲ ਦੀ ਮਰਿਆਦਾ ਪਹਿਲਾਂ ਦਰਬਾਰ ਦੇ ਵਿੱਚ ਫਤਿਹ ਗਜਾਉਣੀ, ਫਿਰ ਮਾਤਾ ਨੂੰ ਲੰਗਰ ਦੇ ਵਿੱਚ ਫਤਿਹ ਗਜਾ ਕੇ ਫਿਰ ਆਪਣੇ ਜਥੇਦਾਰ ਨੂੰ ਆ ਕੇ ਝੁਕਣਾ, ਪਲੰਗੇ ਦੇ ਉੱਤੇ ਗੱਦੀ ਨੂੰ ਆ ਕੇ ਮੱਥਾ ਟੇਕਣਾ। ਉਦੋਂ ਬਾਅਦ ਫਿਰ ਕੀ ਕਲਾ ਵਰਤੀ? ਉਦਣ ਬਾਬਾ ਜੀ ਪਲੰਗੇ ਤੇ ਨਹੀਂ ਚੜ ਕੇ ਬੈਠੇ, ਉਦਣ ਬਾਬਿਆਂ ਨੇ ਪਲੰਗੇ ਦੇ ਉੱਤੇ ਆਸਣ ਨਹੀਂ ਲਾਇਆ, ਬਾਬਿਆਂ ਨੇ ਪਲੰਗਾ ਮੋਹਰੇ ਕਰ ਦਿੱਤਾ। ਜਿੱਦਾਂ ਪਲੰਗਾ ਡਿੱਠਿਆ ਹੋਇਆ ਪਲੰਗੇ ਦੇ ਪਿੱਛੇ ਜਾ ਕੇ ਖੜੋ ਗਏ ਹੱਥ ਜੋੜ ਕੇ। ਜਿਹੜਾ ਵੀ ਸਿੰਘ, ਅਸੀਂ ਤਾਂ ਮੱਥਾ ਆਪਣੇ ਜਥੇਦਾਰ ਨੂੰ ਟੇਕਦੇ ਹੁੰਦੇ ਸੀ ਵੀ ਜਥੇਦਾਰ ਨੂੰ ਫਤਿਹ ਗਜਾਉਣੀ ਆ ਉਹਦੇ ਚਰਨਾਂ ਤੇ ਸਿਰ ਰੱਖ ਕੇ, ਪਰ ਬਾਬਿਆਂ ਨੇ ਉਸ ਦਿਨ ਹੱਥ ਦੇ ਵਿੱਚ ਸਲੋਤਰ ਫੜਿਆ ਹੋਇਆ ਸੀ। ਕਹਿੰਦੇ ਭਾਈ ਇਹ ਬੁੱਢੇ ਦਲ ਦੀ ਗੱਦੀ ਆ, ਗੱਦੀ ਨੂੰ ਨਮਸਕਾਰ ਕਰੋ, ਸਾਨੂੰ ਨਮਸਕਾਰ ਨਹੀਂ ਕਰਨੀ। ਆਪ ਬਾਬੇ ਪਿੱਛੇ ਖੜੇ ਰਹੇ, ਸਾਰੇ ਸਿੰਘ ਗੱਦੀ ਨੂੰ ਨਮਸਕਾਰ ਕਰਕੇ ਫਿਰ ਬਾਬਿਆਂ ਦੇ ਕੋਲ ਜਾਂਦੇ ਸੀ। ਤੇ ਬਾਬਿਆਂ ਨੇ ਉਸ ਦਿਨ ਇੰਨੀ ਬਹੁਤ ਜ਼ਿਆਦਾ ਕਾਹਲੀ ਪਾਈ ਹੋ ਸੀ, ਬਾਬਿਆਂ ਨੇ ਫੌਜ ਨੂੰ ਹੁਕਮ ਲੱਗਾ ਸੀ ਕਿ ਜਿਹੜੇ ਦਾਣਾ ਲਾਉਣ ਵਾਲੇ ਫੌਜ ਸੀ, ਦਾਣਾ ਰਲਾਉਣਾ ਸੀ, ਰਸਤਾਂ ਬਸਤਾਂ ਉਤਰੀਆਂ ਸੀ ਸੰਗਤ ਵੱਲੋਂ ਕਿ ਸਾਰੀ ਫੌਜ ਨੂੰ ਦਾਣਾ ਰਲਾਇਆ ਜਾਵੇ। ਬਾਬਿਆਂ ਨੇ ਕਿਹਾ, ਬਾਬੇ ਕਹਿੰਦੇ ਦਾਣਾ ਤੁਸੀਂ ਇੱਥੇ ਢੇਰੀ ਕਰ ਦਿਓ, ਦਾਣਾ ਅਸੀਂ ਆਪ ਲਾਵਾਂਗੇ। ਜਿਹੜੀ ਫੌਜ ਆ ਘੋੜਿਆਂ ਵਾਲੀ ਵੀ, ਜਾਂ ਜਿਹੜੀ ਫੌਜ ਸਾਡੇ ਨਾਲ ਸਾਰੀ ਗਈ ਸੀ ਮਖੂ ਨੂੰ, ਠੀਕ ਆ, ਕਾਨੇ ਕੇ ਨਗਰ ਤੋਂ ਬਹੁਤ ਦੂਰ ਆ ਪੜਾ ਜਿਹੜਾ ਮਖੂ ਦਾ, ਗੱਡੀਆਂ 'ਚ ਜਾਣ ਨੂੰ ਬਹੁਤ ਸਮਾਂ ਲੱਗਦਾ। ਬਾਬੇ ਕਹਿੰਦੇ ਸਾਰੇ ਥੱਕੇ ਹੋ ਆ ਤੁਸੀਂ, 9 ਵੱਜ ਚੱਲੇ ਆ, 9 ਵਜੇ ਦਾ ਸਮਾਂ ਹੋ ਚੱਲਿਆ, ਸਾਰੇ ਥੱਕੇ ਟੁੱਟੇ ਆ, ਗੱਫਾ ਚੋਭਾਂ ਲੱਗ ਗਈਆਂ, ਜਾ ਕੇ ਗੱਫਾ ਲਾਓ, ਗੱਫਾ ਲਾ ਕੇ ਆਪਦੇ ਆਪਦੇ ਆਸਣਾਂ ਤੇ ਬਿਰਾਜਮਾਨ ਹੋ ਜਾਓ, ਠੀਕ ਆ, ਤੁਹਾਡਿਆਂ ਘੋੜਿਆਂ ਨੂੰ ਦਾਣਾ ਅਸੀਂ ਲਾਵਾਂਗੇ, ਤੁਸੀਂ ਆਪਦਾ ਆਪਦਾ ਪਹਿਰਾ ਕਰੋ। ਉਦੋਂ ਬਾਅਦ ਬਾਬਾ ਜੀ ਦੇ ਵਾਸਤੇ ਸਾਡੇ ਦੇਖਦਿਆਂ ਦੇਖਦਿਆਂ ਸਾਰੀ ਫੌਜ ਦੇ ਬਾਬਾ ਗੁਰਦਿਆਲ ਸਿੰਘ, ਬਾਬਾ ਤੇਜਾ ਸਿੰਘ, ਸੁਲੱਖਣ ਸਿੰਘ, ਠੀਕ ਹੈ, ਹੋਰ ਜਿੰਨੇ ਵੀ ਭਚੰਗੀ ਦਲ ਦੇ ਸਾਰੇ ਤਿਆਰ ਬਰ ਤਿਆਰ, ਉਨੀ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਬਾਬਾ ਜੀ ਲਈ ਪ੍ਰਸ਼ਾਦਾ ਆਇਆ। ਬਾਬਾ ਜੀ ਨੇ ਸਿਰਫ ਇੱਕ ਟੁੱਕ, ਇੱਕ ਬੁਰਕੀ ਲੈ ਕੇ ਮੂੰਹ ਦੇ ਵਿੱਚ ਪਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਕੇ ਬਾਬਾ ਜੀ ਚਾਦਰ ਲੈ ਕੇ ਪਿੱਛੇ ਨੂੰ ਬਿਰਾਜਮਾਨ ਹੋ ਗਏ। ਇੱਕ ਸਭ ਤੋਂ ਵੱਡੀ ਕਲਾ ਬਾਬਾ ਬਹਾਦਰ ਸਿੰਘ ਜੀ ਸਾਹਿਬ ਜੀ ਦੀ ਇਹ ਸੀ, ਪਹਿਲੀ ਗੱਲ ਤਾਂ ਕਦੇ ਉਹਨਾਂ ਨੂੰ ਪਲੰਗੇ ਦੇ ਉੱਤੇ ਬਿਰਾਜਮਾਨ ਹੋਇਆ ਨਹੀਂ ਦੇਖਿਆ, ਪਰ ਜੇ ਦੇਖਿਆ ਵੀ ਤਾਂ ਸਿੱਧਾ ਆਸਣ ਲਾਉਂਦੇ ਸੀ, ਕਦੇ ਬੱਖ ਲਿਆ ਨਹੀਂ ਦੇਖਿਆ ਵੀ ਕਦੇ ਬੱਖ ਲਿਆ ਹੋਵੇ। ਉਹਨਾਂ ਨੇ ਛਾਤੀ ਦੇ ਉੱਤੇ ਹੱਥ ਰੱਖਦੇ ਹੁੰਦੇ ਸੀਗੇ, ਆਪਦੀ ਦੋਨੇ ਹੱਥ ਜੋੜ ਲੈਣੇ ਛਾਤੀ ਦੇ ਉੱਤੇ, ਠੀਕ ਹੈ ਜੀ। ਤੇ ਉਦੋਂ ਕੀ ਕਲਾ ਵਰਤਦੀ ਹੈ? 9 ਵੱਜ ਜਾਂਦੇ ਆ, 9 ਵੱਜ ਕੇ ਅਸੀਂ ਬਾਬਾ ਜੀ ਨੂੰ ਚਾਲਾ ਗਜਾਉਨੇ। ਬਾਬਾ ਜੀ ਨੇ ਆਪਣੀ ਸ੍ਰੀ ਸਾਹਿਬ ਲਾ ਕੇ ਬਲੈਰੋ ਗੱਡੀ ਦੇ ਵਿੱਚ ਰੱਖਣ ਨੂੰ ਕਹਿਤਾ, ਆਪਣਾ ਖਜ਼ਾਨਾ ਲਾ ਦਿੱਤਾ, ਠੀਕ ਆ। ਬਾਬਾ ਬਹਾਦਰ ਸਿੰਘ ਸਾਹਿਬ ਜੀ ਨੇ, ਸ਼ਹੀਦ ਪਾਤਸ਼ਾਹ ਜੀ ਨੇ ਆਪਣੇ ਗਾਤਰੇ ਦੀ ਸ੍ਰੀ ਸਾਹਿਬ ਜਿਹੜੀ ਬਾਬਾ ਸਰਜੀਤ ਸਿੰਘ ਸਾਹਿਬ ਜੀ ਨੇ ਦਿੱਤੀ ਹੋਈ ਸੀ ਉਹਨਾਂ ਨੂੰ, ਉਹ ਸ੍ਰੀ ਸਾਹਿਬ ਲਾ ਕੇ ਭਚੰਗੀ ਨੂੰ ਫੜਾਤੀ ਵੀ ਇਹ ਗੱਡੀ ਦੇ ਵਿੱਚ ਰੱਖ ਦੇ। ਜਿਹੜਾ ਖਜ਼ਾਨਾ ਸੀਗਾ ਉਹ ਖਜ਼ਾਨਾ ਲਾ ਕੇ ਬਾਬਾ ਜੀ ਨੇ ਫੜਾਤਾ ਭਚੰਗੀ ਨੂੰ, ਠੀਕ ਹੈ ਜੀ। ਤੇ ਮੁੱਖ ਦੇ ਉੱਤੇ ਇਸ ਤਰ੍ਹਾਂ ਚਾਦਰ ਲੈ ਕੇ ਦੱਬ ਕੇ ਪੈ ਗਏ ਚਾਦਰ ਨੂੰ, ਠੀਕ ਆ। ਨਹੀਂ ਕਦੇ ਵੀ ਉਹ ਆਪਣੇ ਫਰਲੇ ਨੂੰ ਏਦਾਂ ਢੱਕਦੇ ਨਹੀਂ ਸੀ ਹੁੰਦੇ, ਠੀਕ ਆ। ਕਦੇ ਵੀ ਨਿਹੰਗ ਸਿੰਘ ਆਪਣੇ ਫਰਲੇ ਨੂੰ ਢੱਕ ਨਹੀਂ ਸਕਦਾ, ਇਹ ਪਰਮੇਸ਼ਵਰ ਦਾ ਹੁਕਮ ਆ, ਸਰਬਲੋ ਮਹਾਰਾਜ ਦਾ। ਤੇ ਉਸ ਦਿਨ ਕੀ ਕਲਾ ਵਰਤੀ ਵੀ ਸਾਰਾ ਹੀ ਮੁੱਖ ਏਦਾਂ ਕਾਬਜ ਕਰਕੇ ਇੱਥੇ ਚਾਦਰ ਦੱਬ ਕੇ ਪੈ ਗਿਆ, ਇੱਥੇ ਛਾਤੀ ਦੇ ਉੱਤੇ ਹੱਥ ਆ, ਠੀਕ ਆ। ਇਹ 9 ਵਜੇ ਦੀ ਗੱਲ ਆ ਉਸ ਰਾਤ ਦੀ, ਜਿਸ ਦਿਨ ਰਾਤ ਨੂੰ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਗੋਲੀਆਂ ਵੱਜਦੀਆਂ। ਚਲੋ ਉਹ ਐਸੀ ਕਲਾ ਵਰਤੀ ਬਈ 9 ਵਜੇ ਬਾਬਾ ਜੀ ਪਲੰਗੇ ਦੇ ਉੱਤੇ ਬਿਰਾਜਮਾਨ ਹੁੰਦੇ ਆ ਤੇ ਬਾਕੀ ਸਾਰੀ ਫੌਜ ਛਕ ਛਕਾ ਕੇ, ਵਿੱਚ ਹੋਰ ਬਹੁਤ ਫੌਜ ਸੀਗੀ, ਬਾਅਦ ਚੋਂ ਆਣੀ ਘੜੀਸਾ ਵੀ ਪਿਆ ਸਾਰੀ ਫੌਜ ਦੇ, ਆਪਾਂ ਨਾਂ ਲੈਣੇ ਆ। ਸਾਰੀ ਫੌਜ ਨਜਾਇਜ਼, ਬਾਬੇ ਬਹਾਦਰ ਸਿੰਘ ਦੀ ਸਾਰੀ ਫੌਜ ਨਜਾਇਜ਼ ਘੜੀਸੀ ਗਈ ਬਾਅਦ ਚੋਂ ਆਣੀ, ਠੀਕ ਆ। ਉਹ 9 ਵਜੇ ਤੋਂ ਬਾਅਦ ਗੱਫਾ ਪ੍ਰਸ਼ਾਦਾ ਛਕਦਿਆਂ 10 ਵੱਜ ਗਏ ਤੇ ਬਾਬਾ ਬਹਾਦਰ ਸਿੰਘ ਸਾਹਿਬ ਜੀ ਨੇ ਜਦੋਂ ਇਹ ਹੁਕਮ ਲਾਤਾ ਸੀ ਕਿ ਤੁਹਾਡੇ ਘੋੜਿਆਂ ਨੂੰ ਦਾਣਾ ਅਸੀਂ ਲਾਵਾਂਗੇ, ਤੁਸੀਂ ਆਪਣਾ ਸਾਰਾ ਪਹਿਰਾ ਕਰੋ, ਜਿਹੜਾ ਕਰਨੇ ਵਾਲਾ ਗੱਫਾ ਪ੍ਰਸ਼ਾਦਾ ਛਕ ਕੇ ਬਿਰਾਜਮਾਨ ਹੋ ਜਾਓ ਆਪਦੇ ਆਪਦੇ ਥੈਂ ਤੇ। ਤੇ ਘੋੜਿਆਂ ਵਾਲੀ ਫੌਜ ਨੂੰ ਖਾਸ ਹੁਕਮ ਲਾਇਆ ਸੀ ਕਿ ਕਾਨੇ ਕੇ ਦਾ ਜਿਹੜਾ ਦਰਬਾਰ ਆ, ਠੀਕ ਆ,
कोई 50 कदमां की दूरी के उत्ते कानेके दा जिहड़ा दरबार सी पिंड दा नगर दे विच ऐन चौंक दे विच पलंगा बाबा जी ने डाया होया सी। ठीक है, वो हॉल दे विच बिल्कुल बाहरले पासे कोई दरवाजा बंद नहीं कीता सी, कोई कुछ नहीं सी कीता आ। बाबा बहादुर सिंह साहब जी दे कोल जदों बाबा जी ने कहता सारी फौज गफ्फा प्रशादा छको, जाके उत्थे दरबार दे विच AC लगे होए आ, सारी फौज जाके AC दे विच उत्थे दरबार दे विच जाके तुसीं आराम करो 2-2 घंटे, 12 बजे फिर उठ के तुसीं पहरे करने आ, तैयार बर तैयार होके अपनी मर्यादा सांभिओ ते बाकी सारी गलबात छड्ड दिओ। सारी फौज विराजमान हो जाती है 10 बजदे नूं ते 9 बजे तो बाद बाबा जी ने एक टुक प्रशादे का छक के चादर लै लेंदे आ। मुड़ के वो चादर सवेर नूं 5 बजे फौज लाउंदी आ मुख दे उत्तेओं। ठीक है, चलो वो आपां बचन करने आ। 10 बजे नूं सारी फौज विराजमान हो गई ते सलखण सिंह चंडीगढ़िया ते बाबा गुरदयाल सिंह होर 2-3 सिंह सीगे ते नाल फौज भी सी। असीं बाबे गुरदयाल सिंह दे घरे गए, माई नूं उत्थे मिल के आपां सारी गलबात कीती। गलबात करके 10:23-24 ते काने के दरबार दे बाहर आपां गड़ गुड़ तोड़ के जल पानी वरत के अंदर वड़दे आ। ठीक है, अंदर वड़दे आ ते 10:47 दे उत्ते बाबा रणवीर सिंह रकबे तो बाबा रणवीर सिंह आ, बाबा रणवीर सिंह भज के आके दरबार दे विच आउंदा है ते आके बाबा गुरदयाल सिंह तो बाबे गुरदयाल सिंह दी रफल मंगदा है कि बाबा रफल दई बाहर गोली चली आ। ठीक है, चलो उदों बाबियां दे कोल पणगे दे कोल बाबा रणवीर सिंह सीगा ते एक बाबा मल्लण सीगा, मल्लण बजुर्ग, एक भचंगी होर सीगा। ठीक है, उहदा नाम नहीं हुण मैनूं याद आ रहा की खेड़िया। बाबा जी दे कोल सिर्फ ये 3 जाने सी, इन्हां नूं बाबियां ने कहा सी भी तुसीं भी भाई अंदर जाके पै जाओ। 2 जाने अंदर सीगे, ਜਿਹੜਾ ਇੱਕ ਭਚੰਗੀ ਸੀਗਾ ਉਹ ਗੂਲੇ ਚੀਕੇ ਵਾਲਾ ਭਚੰਗੀ ਸੀਗਾ, ਸਿਰਫ ਉਹੀ ਬਾਬਿਆਂ ਦੇ ਕੋਲ ਪਲੰਗੇ ਦੇ ਕੋਲ ਸੀਗਾ ਉਹੀ। ਠੀਕ ਹੈ, ਬਾਕੀ ਸਾਰੀ ਫੌਜ ਨੂੰ ਬਾਬਿਆਂ ਨੇ ਆਪ ਹੁਕਮ ਲਾਇਆ ਸੀ ਵੀ ਤੁਹਾਡਾ ਸਾਰਾ ਸਾਂਭ ਲਵਾਂਗੇ, ਤੁਸੀਂ ਜਾ ਕੇ ਦਰਬਾਰ ਦੇ ਵਿੱਚ ਆਸਣ ਲਾਓ। ਉਦਾਂ ਹੀ ਫੌਜ ਨੇ ਹੁਕਮ ਮੰਨਿਆ ਤੇ ਕੀ ਖੇਡ ਵਰਤਦੀ ਹੈ ਉਹ ਬਾਅਦ ਚੋਂ ਆਣੀ। ਉਹ ਗੂਲੇ ਚੀਕੇ ਵਾਲਾ ਜਿਹੜਾ ਭਚੰਗੀ ਸੀਗਾ ਉਹ ਦੱਸਦਾ ਉਦੋਂ ਪਹਿਲਾਂ ਵੀ ਇਹਨਾਂ ਨੇ ਗੇੜੇ ਗੂੜੇ ਮਾਰੇ ਆ। ਉਹ 10:47 ਦੇ ਉੱਤੇ ਜਿਹੜੀ ਗੋਲੀ ਚੱਲਦੀ ਹੈ ਉਹ ਗੋਲੀ ਬਾਅਦ ਚੋਂ ਨਹੀਂ ਚੱਲਦੀ, ਪਹਿਲਾਂ ਇਹ ਅੰਦਰ ਬੜੇ ਆ। ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਸੀਗਾ ਸ਼ਹੀਦ ਇੱਕ ਬਾਬੇ ਪੁਰਾਤਨ ਫੌਜ ਸਾਰੀ ਜਾਣਦੀ ਆ, ਉਹ ਇੱਕ ਦੈਂਤ ਸੀ ਪੰਥ ਨੂੰ ਭੱਛ ਜਾਣ ਵਾਲਾ। ਉਹ ਸ਼ਹੀਦ ਉਹਦਾ ਨਾਂ ਰੱਖਿਆ ਸੀ ਇਹਨਾਂ ਨੇ ਰੱਖਿਆ ਹੋਇਆ ਸੀ, ਉਹਦਾ ਨਾਂ ਸੀ ਬਿੱਲਾ। ਉਹ ਕੁੜੀ ਜਾਵਾ ਮਲੇਸ਼, ਉਹ ਨਾਲ ਸੀਗਾ ਮਿੱਠੂ ਜਿਹੜਾ ਇਹ ਸੰਗਰੂਰ ਵਾਲਾ ਮਿੱਠੂ, ਨਾਲ ਇਹਨਾਂ ਦੇ ਸਰਜੀਤ ਦਿੜਬੇ ਵਾਲਾ, ਨਾਲ ਇਹਨਾਂ ਦੇ ਚਾਣਕੀਆ ਸੀ, ਨਾਲ ਇਹਨਾਂ ਦੇ ਹੋਰ ਇਹਨਾਂ ਦੇ 7-8 ਇਹਨਾਂ ਦੇ ਜਿਹੜਾ ਇਹਨਾਂ ਦੀ ਮਲੇਸ਼ ਜੁੰਡਲੀ ਸੀ। ਇਹ 7-8 ਬੰਦੇ ਜਿਹੜੇ ਇਹ ਸ਼ਾਰਪ ਸ਼ੂਟਰ ਬਣੇ ਫਿਰਦੇ ਆ, ਇਹ ਸਾਰੇ ਹੀ ਨਾਲ ਸੀ। ਇਹਨਾਂ ਨੇ ਆ ਕੇ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਢਿੱਡ ਨੂੰ ਲਾ ਕੇ 2 12 ਬੋਰ ਦੇ 2 ਕੱਟਿਆਂ ਦੇ ਨਾਲ ਸ਼ਹੀਦ ਨੇ ਹੱਥੀਂ ਗੋਲੀਆਂ ਮਾਰੀਆਂ। ਜਿਹੜਾ ਉਹ ਬਿੱਲਾ ਸੀ ਉਹਨੇ ਹੱਥੀਂ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਢਿੱਡ ਨੂੰ ਲਾ ਕੇ 2 ਜਿਹੜੇ ਕੱਟੇ ਸੀਗੇ ਦੇਸੀ ਉਹ ਗੋਲੀਆਂ ਮਾਰੀਆਂ ਬਾਬਾ ਜੀ ਦੇ। ਠੀਕ ਆ, ਉਹ ਆਪਾਂ ਬਾਅਦ ਚੋਂ ਨਹੀਂ ਦੱਸਣੀ। ਹੁਣ ਕੀ ਕਲਾ ਵਰਤਦੀ ਆ ਇੱਥੇ ਬਾਬੇ ਬਹਾਦਰ ਸਿੰਘ ਦੀ ਕਲਾ ਦਾ ਵੀ ਵਿਖਿਆਨ ਕੀਤਾ ਜਾਊਗਾ ਜਿੰਨੀ ਕੁ ਆਪਣੀ ਸਮਝ ਚ ਆਈ ਆ। ਠੀਕ ਆ, ਉਹ ਇਹਨਾਂ ਨੇ ਢਿੱਡ ਦੇ ਨਾਲ ਲਾ ਕੇ ਉਹ ਗੋਲੀਆਂ ਚਲਾਈਆਂ। ਜਦੋਂ ਰਾਈਫਲ ਕੋਈ ਵੀ ਰਫਲ ਹੋਵੇ ਭਾਵੇਂ ਸੰਸਾਰ ਦੀ, ਜਦੋਂ ਉਹਦੀ ਨਾਲ ਦੇ ਵਿੱਚ ਹਵਾ ਨਹੀਂ ਵੱਜਦੀ, ਉਹਨੂੰ ਏਅਰ ਨਹੀਂ ਮਿਲਦੀ, ਉਹ ਖੜਾਕ ਨਹੀਂ ਕਰਦੀ, ਉਹ ਸਾਇਲੈਂਸਰ ਬਣ ਜਾਂਦਾ, ਉਹਦੀ ਏਅਰ ਉੱਥੇ ਰੁਕ ਜਾਂਦੀ ਆ, ਉਹ ਡੱਕਾ ਲੱਗ ਜਾਂਦਾ। ਠੀਕ ਹੈ, ਇਹਨਾਂ ਨੇ ਨਾਲ ਢਿੱਡ ਦੇ ਲਾ ਕੇ ਗੋਲੀਆਂ ਚਲਾਈਆਂ, ਉਹ ਗੋਲੀਆਂ ਦੀ ਆਵਾਜ਼ ਨਹੀਂ ਆਈ। ਉਹ ਜਿਹੜਾ ਗੂਲੇ ਚੀਕੇ ਵਾਲਾ ਭਚੰਗੀ ਸੀ ਉਹਨੇ ਬਾਅਦ ਵਿੱਚ ਦੱਸਿਆ ਵੀ ਇਹਨਾਂ ਨੇ ਮੈਨੂੰ ਵੀ ਡਰਾਇਆ ਧਮਕਾਇਆ ਵੀ ਜੇ ਤੂੰ ਰੌਲਾ ਪਾਇਆ ਮੈਂ ਤੇਰੇ ਵੀ ਤੁਹਾਡੇ ਗੋਲੀਆਂ ਮਾਰ ਦਿਆਂਗੇ। ਠੀਕ ਆ, ਚਲੋ ਇਹਨਾਂ ਨੇ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੇ ਉਹ ਰਾਤ ਗੋਲੀਆਂ ਮਾਰ ਦਿੱਤੀਆਂ। ਠੀਕ ਹੈ ਜੀ, ਉਹ ਗੋਲੀਆਂ ਮਾਰ ਦਿੱਤੀਆਂ। ਉਦੋਂ ਬਾਅਦ ਕਿਸੇ ਨੂੰ ਕੁਛ ਨਹੀਂ ਪਤਾ, ਕਿਸੇ ਵੀ ਫੌਜ ਨੂੰ ਕੁਛ ਨਹੀਂ ਪਤਾ। ਉਹ ਜਿਹੜਾ ਭਚੰਗੀ ਸੀਗਾ ਗੂਲੇ ਚੀਕੇ ਵਾਲਾ, ਜਦੋਂ ਇਹਨਾਂ ਨੇ ਗੋਲੀਆਂ ਮਾਰ ਦਿੱਤੀਆਂ, ਇਹਨਾਂ ਨੇ ਦੇਖਿਆ ਵੀ ਕੋਈ ਨਹੀਂ ਦਲ ਦੇ ਵਿੱਚੋਂ ਕੁਸਕਿਆ, ਕੋਈ ਨਹੀਂ ਉੱਠਿਆ। ਇਹਨਾਂ ਨੇ ਜਾਣ ਲੱਗਿਆ ਉੱਥੇ ਮੋੜ ਦੇ ਉੱਤੇ ਇਹਨਾਂ ਦੀਆਂ ਗੱਡੀਆਂ ਖੜੀਆਂ ਸੀਗੀਆਂ ਸਾਰਿਆਂ ਦੀਆਂ, ਉਹ ਗੱਡੀਆਂ 'ਚ ਬਹਿਣ ਲੱਗਿਆ। ਇਹਨਾਂ ਨੇ ਇੱਕ ਫਾਇਰ ਕੀਤਾ, ਜਦੋਂ ਉਹ ਫਾਇਰ ਹੋਇਆ ਤਾਂ ਬਾਬਾ ਰਣਵੀਰ ਸਿੰਘ ਜਿਹੜਾ ਰਕਬੇ ਵਾਲਾ ਉਹਦੀ ਜਾਗ ਖੁੱਲੀ, ਉਹਦੀ ਅੱਖ ਖੁੱਲੀ, ਉਹਨੇ ਦੇਖਿਆ ਆਲੇ ਦੁਆਲੇ। ਉਹਨਾਂ ਨੇ ਵੀ ਚਲੋ 1-2 ਫਾਇਰ ਕੀਤੇ, ਵੀ ਪਤਾ ਨਹੀਂ ਕੌਣ ਆ, ਕੀ ਗੱਲਬਾਤ ਆ, ਕੀ ਖੇਡ ਵਰਤੀ।
ਕਿਸੇ ਨੂੰ ਨਹੀਂ ਪਤਾ ਵੀ ਸਾਡੇ ਜਥੇਦਾਰ ਦੇ ਗੋਲੀਆਂ ਵੱਜੀਆਂ ਜਾਂ ਕੀ ਖੇਡ ਵਰਤਦੀ ਹੈ। ਠੀਕ ਆ, ਉਸ ਤਰ੍ਹਾਂ ਜਿੱਦਾਂ ਹੀ ਬਾਬਿਆਂ ਨੇ ਚਾਦਰ ਲਈ ਸੀ ਆਪਣਾ ਫਰਲਾ ਦੱਬ ਕੇ, ਐਦਾਂ ਹੀ ਚਾਦਰ ਦੀ ਚਾਦਰ, ਨਾ ਬਾਬੇ, ਨਾ ਕੋਈ ਸਰੀਰ ਦੇ ਉੱਤੇ ਕੋਈ, ਨਾ ਚਾਦਰ ਦੇ ਉੱਤੇ ਕੋਈ ਬਲ, ਨਾ ਚਾਦਰ ਦੇ ਉੱਤੇ ਖੂਨ ਦਾ ਕੋਈ ਧੱਬਾ, ਨਾ ਚਾਦਰ ਦਾ ਕੋਈ ਚਾਦਰ ਦੇ ਉੱਤੇ ਕੋਈ ਸਿਲਵਟ ਪਈ ਹੋਈ ਸੀ, ਕੋਈ ਚਾਦਰ ਦੇ ਉੱਤੇ ਵੱਟ ਪਿਆ ਹੋਇਆ ਸੀ। ਉਸ ਹਜੂਰੀਏ ਦੇ ਉੱਤੇ ਨੀਲੇ ਰੰਗ ਦੀ ਚਾਦਰ ਬਾਬਿਆਂ ਨੇ ਉੱਤੇ ਲਈ ਹੋਈ ਸੀਗੀ। ਠੀਕ ਹੈ ਜੀ। 12 ਵਜੇ ਤੋਂ ਬਾਅਦ 12 ਵਜੇ ਜਦੋਂ 12 ਵੱਜਦੇ ਆ, ਸਭ ਤੋਂ ਪਹਿਲਾਂ ਉਸ ਵੇਲੇ ਪਹਿਰਾ ਆਪਣਾ ਸੀ। 10 ਵੱਜ ਕੇ 23 24 25 ਮਿੰਟ ਤੇ ਆਪਾਂ ਗੜ ਤੋੜ ਕੇ ਦਰਬਾਰ 'ਚ ਵੜਦੇ ਆ ਤੇ 12 ਵਜੇ ਨੂੰ ਉੱਠਦੇ ਆ। ਠੀਕ ਆ, ਜਦੋਂ ਉਹ ਰਕਬੇ ਦਾ ਉਹ ਬੋਪਾ ਰਾਏ ਪਿੰਡ ਦਾ ਆ ਸਿੰਘ, ਠੀਕ ਆ, ਉਹਦਾ ਨਾਮ ਫੂਸਾ ਜਸਵਾਲ ਸਿੰਘ, ਉਹਨੂੰ ਸਾਰਾ ਦਲ ਪੰਥ ਫੂਸਾ ਕਹਿੰਦਾ। ਉਹ ਪਹਿਰੇ ਤੇ ਹੁੰਦਾ ਸੀ, ਉਹਨੇ ਆ ਕੇ ਠਾਲਿਆ। 12 ਵਜੇ ਨੂੰ ਆਪਾਂ ਤਿਆਰ ਬਰ ਹੋ ਕੇ ਪਹਿਰਾ ਆਪਣਾ ਮੋਰਚਾ ਲਾਤਾ। ਜਪਜੀ ਸਾਹਿਬ, ਸ਼ਬਦ ਹਜ਼ਾਰੇ ਤੇ ਸੁਖਮਨੀ ਸਾਹਿਬ। ਉਦੋਂ ਬਾਅਦ ਅਕਾਲ ਉਸਤਤ ਦੇ ਪਾਠ ਹੋਏ। ਕਿਸੇ ਨੂੰ ਕੋਈ ਗੱਲਬਾਤ ਨਹੀਂ ਹੋਈ। ਪਰ ਫੌਜ ਦੇ ਵਿੱਚ ਜਦੋਂ ਦਰਸ਼ਨ ਮੇਲੇ ਕਰਨ ਉੱਧਰ ਗਏ, ਉੱਥੇ ਜਾ ਕੇ ਦੇਖਿਆ ਵੀ ਬਾਬਾ ਬਹਾਦਰ ਸਿੰਘ ਸਾਹਿਬ ਜੀ ਅੱਜ ਤਿਆਰ ਬਰ ਨਹੀਂ ਹੋਏ। ਭਾਈ ਚਲੋ, ਬਾਬੇ ਕਹਿੰਦੇ ਸੀ ਵੀ ਸਾਡੀ ਢੂਹੀ ਦੁਖਦੀ ਆ, ਵੀ ਚਲੋ ਬਾਬੇ ਆਰਾਮ ਕਰਦੇ ਆ, ਕੋਈ ਨਹੀਂ ਅੱਜ ਬਾਬਿਆਂ ਨੂੰ ਆਰਾਮ ਕਰ ਲੈਣ ਦਿਓ। ਠੀਕ ਆ। 4 ਵਜੇ ਨੂੰ ਅਕਾਲ ਉਸਤਤ ਦਾ ਬੁੱਢੇ ਦਲ ਦਾ ਸਾਰਾ ਜਿਹੜਾ ਨਿਤਨੇਮ ਆ ਉਹਦੀ ਸਮਾਪਤੀ ਹੋ ਜਾਂਦੀ ਆ। ਰਾਗੀ ਸਿੰਘ ਨੇ ਉਧਰ ਆਪਣਾ ਆਸਾ ਦੀ ਵਾਰ ਦਾ ਮੋਰਚਾ ਛੇੜ ਦਿੱਤਾ। ਜਦੋਂ 4 ਵਜੇ ਤੇ ਫੇਰ ਜਾ ਕੇ ਜਿਹੜਾ ਬਾਬਾ ਰਣਵੀਰ ਸਿੰਘ ਆ, ਜਿਹੜਾ 4 ਵਜੇ ਜਾ ਕੇ ਉਹਨੇ ਬਾਬਿਆਂ ਨੂੰ ਪਲੰਘੇ ਦੇ ਉੱਤੇ ਹਿਲਾਇਆ। ਬਾਬਿਆਂ ਨੂੰ ਪੈਰਾਂ ਵਾਲੇ ਪਾਸਿਓਂ ਪੈਰਾਂ ਤੋਂ ਫੜ ਕੇ ਮਾੜਾ ਜਿਹਾ ਹਿਲਾਉਣ ਦੀ ਕੋਸ਼ਿਸ਼ ਕੀਤੀ, ਪਰ ਬਾਬਿਆਂ ਨੇ ਮੋਹਰਿਓਂ ਕੋਈ ਜਵਾਬ ਨਹੀਂ ਦਿੱਤਾ। ਇੱਕ ਵਾਰੀ ਹੋਇਆ, ਦੂਜੀ ਵਾਰੀ ਫਿਰ ਇਹ ਕਲਾ ਵਰਤੀ। ਠੀਕ ਆ। ਦੂਜੀ ਵਾਰੀ ਫਿਰ ਜਾ ਕੇ ਫਿਰ ਇਧਰੋਂ ਫੌਜਾਂ ਸ਼ਹੀਦੀ ਦੇਗਾ ਬਾਬਾ ਤੇਜਾ ਸਿੰਘ ਰਾਜਸਥਾਨੀ ਸ਼ਹੀਦੀ ਦੇਗਾਂ ਦਾ ਬਾਟਾ ਲੈ ਕੇ ਗਿਆ। ਬਾਬੇ ਫਿਰ ਨਾ ਉੱਠੇ। ਬਾਅਦ ਚੋਂ ਨਹੀਂ ਆਪਾਂ ਗਾੜੀਆਂ ਦੇਗਾਂ ਦੇ ਬਾਟੇ ਲੈ ਕੇ ਗਏ, ਬਾਬੇ ਨਹੀਂ ਉੱਠੇ। ਚਲੋ ਆਪਾਂ ਕਿਹਾ ਵੀ ਸਾਰੀ ਫੌਜ ਨੇ ਗੁਰਮਤਾ ਕੀਤਾ ਕਿ ਬਾਬਿਆਂ ਦੀ ਢੂਹੀ ਦੁਖਦੀ ਸੀ, ਭਾਈ ਬਾਬੇ ਸੁੱਖ ਲੈਂਦੇ ਆ, ਲੈ ਲੈਣ ਦੋ, ਕੋਈ ਨਹੀਂ, ਪਰੇਸ਼ਾਨ ਨਾ ਕਰੋ। ਪਰ 5 ਵੱਜਦਿਆਂ ਨੂੰ ਜਦੋਂ 5 ਵੱਜ ਗਏ ਉਦੋਂ ਬਾਬੇ ਰਣਵੀਰ ਸਿੰਘ ਨੇ ਫਿਰ ਚਾਦਰ ਖਸਕਾਈ। ਬਈ ਇਹ ਕੀ, ਉਦੋਂ ਵਿਚਾਰ ਚੱਲ ਪਈ ਫੌਜ ਦੇ ਵਿੱਚ ਵੀ ਕਦੇ ਬਾਬਿਆਂ ਨੇ ਆਪਣਾ ਮੂੰਹ ਨਹੀਂ ਢੱਕਿਆ, ਕਦੇ ਵੀ। ਅੱਜ ਬਾਬਿਆਂ ਨੇ ਫਰਲਾ ਵੀ ਢੱਕਿਆ ਹੈ, ਵੀ ਆਪਾਂ ਦੇਖੀਏ ਤਾਂ ਸਹੀ ਕੀ ਗੱਲ ਵਰਤਦੀ ਆ। ਚਲੋ ਚਾਦਰ ਦੇਖੀ ਤਾਂ ਬਾਬਿਆਂ ਦੇ ਜਦੋਂ ਚਾਦਰ ਲਾਈ, ਚਾਦਰ ਇੱਥੋਂ ਦਮਾਲੇ ਤੋਂ ਇੱਥੋਂ ਚਾਦਰ ਕੱਢ ਕੇ ਦੇਖਿਆ, ਦਰਸ਼ਨ ਕੀਤੇ ਤਾਂ ਬਾਬਿਆਂ ਦੇ ਮੁਖ ਦੇ ਉੱਤੇ ਪੂਰਾ ਖੇੜਾ ਸੀ। ਠੀਕ ਆ, ਪੂਰਾ ਖੇੜਾ ਸੀ। ਪਤਾ ਲੱਗਦਾ ਹੈ ਵੀ ਸਰੀਰ ਦੀ ਨਬਜ਼ ਨਹੀਂ ਚੱਲ ਰਹੀ, ਸਰੀਰ ਆਕੜਿਆ ਹੋਇਆ। ਠੀਕ ਆ। ਪਰ ਉਦੋਂ ਵੀ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਬਾਬਿਆਂ ਦੇ ਗੋਲੀਆਂ ਲੱਗੀਆਂ। ਠੀਕ ਆ। ਸਾਰੇ ਦਲ ਦੇ ਵਿੱਚ, ਸਾਰੇ ਨਗਰ ਦੇ ਵਿੱਚ ਹਲਾ ਲਲਾ ਹੋ ਗਈ ਵੀ ਇਹ ਕੀ ਖੇਡ ਵਰਤ ਗਈ। ਬੁੱਢੇ ਦਲ ਦਾ ਜਥੇਦਾਰ ਅਕਾਲ ਚਲਾਣਾ ਕਰ ਗਿਆ। ਜਦੋਂ 6 ਵੱਜਦੇ ਆ ਉਦੋਂ ਸਾਰੀ ਚਾਦਰ ਲਾ ਕੇ ਦੇਖਿਆ ਜਾਂਦਾ, ਬਾਬਿਆਂ ਦੇ ਢਿੱਡ ਦੇ ਉੱਤੇ 2 ਫੈਰ ਲੱਗੇ ਹੋਏ ਸੀ। ਠੀਕ ਆ। 7 ਵੱਜਦੇ ਆ, 7 ਵੱਜਦੇ ਨੂੰ ਤਾਂ ਦੇਸ਼ ਦੁਨੀਆ ਦੇ ਵਿੱਚ ਪੂਰੇ ਖਬਰ ਫੈਲ ਗਈ ਸੀ ਕਿ ਅਕਾਲੀ ਬਾਬਾ ਬਹਾਦਰ ਸਿੰਘ ਸਾਹਿਬ ਜੀ ਅਕਾਲ ਚਲਾਣਾ ਕਰ ਗਏ ਆ। ਠੀਕ ਆ। ਇਹ ਕੋਈ ਅਤ ਕਥਨ ਨਹੀਂ ਹੈ। ਆ ਜਿਹੜਾ ਹੁਣ ਅੱਗੇ ਬਚਨ ਕਰਨਾ, ਇਹ ਕੋਈ ਅਤ ਕਥਨ ਨਹੀਂ, ਇਹ ਕੋਈ ਵਡਿਆਈ ਦੀ ਗੱਲ ਨਹੀਂ ਹੈ। ਜਦੋਂ ਬਾਬਿਆਂ ਦੇ ਗੋਲੀਆਂ ਲੱਗੀਆਂ ਦੇ ਦਰਸ਼ਨ ਹੋਏ ਨਾ, ਸਭ ਤੋਂ ਪਹਿਲਾਂ ਫੌਜ ਨੇ ਇਹ ਬਚਨ ਛੱਡਿਆ ਸੀਗਾ ਕਿ ਬਾਬਿਆਂ ਨੇ ਪਹਿਲਾਂ ਸਰੀਰ ਤਿਆਗ ਦਿੱਤਾ ਸੀਗਾ। ਠੀਕ ਆ। ਸਾਰੇ ਸੰਸਾਰ ਨੂੰ ਪਤਾ ਹੋ ਸਕਦਾ ਹੈ ਕਿ ਜਦੋਂ ਜਦੋਂ ਪੋਸਟਮਾਰਟਮ ਹੋਇਆ, ਚਲੋ 7 ਵਜੇ ਪਤਾ ਲੱਗ ਗਿਆ, ਬਚਨ ਨਿਕਲ ਗਏ ਕਿ ਬਾਬਿਆਂ ਨੇ ਗੋਲੀਆਂ ਲੱਗਣ ਨਾਲ ਨਹੀਂ ਬਾਬਿਆਂ ਨੇ ਸਰੀਰ ਛੱਡਿਆ। ਉਦੋਂ ਬਾਅਦ ਕੀ ਕਲਾ ਵਰਤਦੀ ਹੈ ਇਹ ਜਿਹੜੇ ਮਿੱਠੂ ਹੁਣੀ ਰਾਤ ਨੂੰ ਆ ਕੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ, ਸਾਰਿਆਂ ਨੇ ਜਿਹੜੇ ਕਰਤਾ ਧਰਤਾ ਸੀ, ਇਹ ਭੈਣ ਦੇ ਯਾਰ 9 ਵਜੇ ਨੂੰ ਫੇਰ ਉੱਥੇ ਖੜੇ ਆ। 9 ਵਜੇ ਨੂੰ ਐਡੇ ਇਹਨਾਂ ਦੈਂਤਾਂ ਦੇ ਜਿਗਰੇ ਵੀ ਰਾਤ ਨੂੰ ਗੋਲੀਆਂ ਮਾਰ ਕੇ ਜਾਂਦੇ ਆ, ਸਵੇਰ ਨੂੰ ਫੇਰ ਉੱਥੇ ਆ ਗਏ ਸਾਰੇ ਇਕੱਠੇ ਹੋ ਕੇ। ਜਿੰਨੀ ਵੀ ਇਹ ਮਲੇਸ਼ ਜੁੰਡਲੀ ਵਿੱਚੇ ਮੁਖਤਿਆਰੇ ਆਮ ਬੁੱਢਾ ਦਲ ਵਿੱਚੇ ਹੀ ਇਹ ਸਾਰੇ ਮਿੱਠੂ ਹੋਰ ਜਿੰਨੇ ਵੀ ਸਾਰੇ ਸੀਗੇ ਇਹ ਆ ਗਏ। ਠੀਕ ਆ। ਗਿਆਨੀ ਸ਼ੇਰ ਸਿੰਘ ਗੋਹ ਵਾਲਾ ਆ ਗਿਆ। ਉਹਨੇ ਆ ਕੇ ਫਿਰ ਇੱਥੇ ਧੌਲੇ ਜਿਹੜਾ ਥਾਣਾ ਉੱਥੇ ਲਿਜਾ ਕੇ ਉੱਥੇ ਜਾ ਕੇ ਉਹਨੇ FRI ਕਰਾਈ। ਠੀਕ ਆ। ਜਿੱਦਾਂ ਵੀ ਇਹਨਾਂ ਨੇ ਚਲੋ ਜਿਹੜੀ ਇਹਨਾਂ ਨੇ ਛਡਿਅੰਤਰ ਰਚਿਆ ਸੀ, ਇਹਨਾਂ ਦੀਆਂ ਤਾਂ 12 9 ਨਿੱਧਾਂ 12 ਸਿੱਧਾ ਹੋ ਗਈਆਂ।
भी असीं गोलियां मारियां, असीं FIR दर्ज कराउने आ, सारी गलबात असीं करदे आ। चलो परमेश्वर की कला वरतदी है, रात पै जाती आ पोस्टमार्टम हुंदियां, ठीक आ। जदों ये मेरे मुख तो बचन निकले सीगे कि बाबियां ने बाबियां दी शहीदी जिहड़ी आ वो गोलियां लगन नाल नहीं हुंदी, ठीक आ। इन्हां ने भैण दे यारां ने दूजे पासे नूं गल चक दित्ती। जदों ये गल अपने मुख तो निकल गई कि बाबियां दे गोलियां लगन नाल बाबियां दी शहीदी नहीं होई, ਉਹਦਾ ਕਾਰਨ ਕੀ ਸੀ ਬਚਨ ਕਰਨ ਦਾ? ਕਿਉਂਕਿ 9 ਨੰਬਰ ਦੇ ਜਿਹੜੇ ਸ਼ਿਕਾਰ ਕਰਦੇ ਉਹਨਾਂ ਰਫਲਾਂ ਬੰਦੂਕਾਂ ਦਾ ਉਹਨਾਂ ਨੂੰ ਪਤਾ ਹੋਊ, ਜਿਨ੍ਹਾਂ ਨੂੰ 9 ਨੰਬਰ ਦਾ LG ਦਾ ਰੌਂਦ ਹੁੰਦਾ, ਇੱਕ 9 ਨੰਬਰ ਦਾ, ਠੀਕ ਆ। ਬਾਬਿਆਂ ਦੇ 9 ਨੰਬਰ ਦੇ ਰੌਂਦ ਚਲਾਏ ਗਏ ਸੀ, 2, ਇੱਕ ਧੁੰਨੀ ਦੇ ਉੱਤੇ, ਇੱਕ ਇੱਥੇ ਥੋੜਾ ਜਿਹਾ ਉੱਤੇ ਬੱਖ ਦੇ ਉੱਤੇ। 9 ਨੰਬਰ ਦਾ ਜਿਹੜਾ ਰੌਂਦ ਹੁੰਦਾ ਨਾ LG ਦਾ, ਉਹ ਕੰਧ ਪਾੜ ਕੇ ਪਾਰ ਲੰਘ ਜਾਂਦਾ, ਪਰ ਬਾਬਿਆਂ ਦੇ ਸਰੀਰ ਦੇ ਪਾਰ ਨਹੀਂ ਸੀ ਉਹ ਰੌਂਦ ਲੰਘਿਆ। इस करके आपां किहा सी जदों रौंद चलाए गए, जदों फैर होए ना, उदों बाबियां दा शरीर आकड़िया सी, और जिथे रौंद खुब्बे उत्थे खुब्बदे बाहर नूं ਉਹ ਰੌਂਦਾਂ ਦੀ ਸਾੜ ਦੇ ਨਾਲ ਸਰੀਰ ਬਾਹਰ ਨੂੰ ਫੁੱਲ ਗਿਆ, ਰੌਂਦ ਪਾਰ ਨਹੀਂ ਲੰਘਿਆ ਸਰੀਰ ਦੇ, ਠੀਕ ਆ। ਇਹ ਕਲਾ ਵਰਤੀ ਤਾਂ ਕਰਕੇ ਚਲੋ ਸ਼ਹੀਦਾਂ ਦਾ ਪਤਾ ਨਹੀਂ ਕਿੱਦਾਂ ਦੇ ਬਚਨ ਨਿਕਲ ਗਏ ਉਸ ਵੇਲੇ, ਉਹ ਪਹਿਰੇ ਦੇ ਵਿੱਚ ਉਹ ਬਚਨ ਨਿਕਲੇ। ਇਹਨਾਂ ਨੇ ਰੌਲਾ ਪਾਤਾ ਵੀ ਬਹਾਦਰ ਸਿੰਘ ਦੀ ਫੌਜ ਜਿਹੜੀ ਯਾਰ ਨਾਲ ਰਹਿਣੇ ਵਾਲੀ, ਇਹਨਾਂ ਨੇ ਪਹਿਲਾਂ ਜ਼ਹਿਰ ਦੇਤੀ, ਬਾਅਦ ਚੋਂ ਹੀ ਨਹੀਂ ਭੈਣ ਚੋ ਇਹਨਾਂ ਨੇ ਗੋਲੀਆਂ ਮਾਰ ਦਿੱਤੀਆਂ, ਠੀਕ ਆ। ਇਹਨਾਂ ਨੇ ਇਹ ਜਾ ਕੇ FIR ਕਰਾਈ ਵੀ ਗੋਲੀਆਂ ਪਾਰ ਨਹੀਂ ਲੰਘੀਆਂ, ਇਹਨਾਂ ਦੇ ਬੰਦਿਆਂ ਨੇ ਜ਼ਹਿਰ ਦਿੱਤੀ ਆ, ਠੀਕ ਆ। ਇਹ ਰਿਪੋਰਟਾਂ ਲਿਖਾਉਣ ਵਾਲਾ ਸੀਗਾ ਸ਼ੇਰ ਸਿੰਘ ਗੋਹ ਵਾਲਾ, ਇਹਦੇ ਨਾਲ ਜਿੰਨੇ ਵੀ ਉਸ ਵੇਲੇ ਸੀਗੇ ਬਘੇਲਾ ਬਘੂਲਾ ਸਾਰੇ ਵਿੱਚ ਹੀ ਆ, ਠੀਕ ਆ। ਤੇ ਮਿੱਠੂ ਐਡਾ ਸਾਲਾ ਹਰਾਮ ਦਾ ਕੁੱਤਾ ਮਿੱਠੂ ਆ ਉਹ, ਠੀਕ ਹੈ, ਰਾਤ ਨੂੰ ਗੋਲੀਆਂ ਮਾਰ ਕੇ ਜਾਂਦਾ ਤੇ ਸਵੇਰ ਨੂੰ ਸਾਡੇ ਹੱਥ ਦੇ ਵਿੱਚੋਂ ਬਾਬੇ ਰਣਵੀਰ ਸਿੰਘ ਦੇ ਹੱਥ ਚੋਂ ਗੱਡੀ ਦੀ ਚਾਬੀ ਖੋਲਣ ਦਾ, ਠੀਕ ਹੈ, ਕਹਿੰਦਾ ਗੱਡੀ ਮੈਂ ਚਲਾਉਣੀ ਆ। ਤੇ ਬਾਬਿਆਂ ਦੇ ਸਰੀਰ ਨੂੰ ਉੱਥੇ ਪੋਸਟਮਾਰਟਮ ਲਈ ਲਿਜਾਇਆ ਜਾਂਦਾ, ਹੰਡਿਆਏ ਉੱਥੇ ਪੋਸਟਮਾਰਟਮ ਕੀਤਾ ਗਿਆ। ਉੱਥੇ ਉਹਨਾਂ ਨੇ ਸਾਡੇ ਸਾਹਮਣੇ ਅੰਦਰ ਸੱਦ ਕੇ ਸਾਨੂੰ ਕੋਲ ਰੌਂਦ ਕੱਢੇ, ਇੱਕ ਸ਼ਰਰਾ ਉਹਨਾਂ ਨੇ ਗਣਾਇਆ 9 ਨੰਬਰ ਦੇ ਰੌਂਦਾਂ ਦਾ, LG ਦੇ ਰੌਂਦਾਂ ਦਾ, ਠੀਕ ਆ। ਉਸ ਰਿਪੋਰਟ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਵੀ ਇਸ ਸਰੀਰ ਦੇ ਵਿੱਚੋਂ ਜ਼ਹਿਰ ਦਾ ਕੋਈ ਕਿਣਕਾ ਨਹੀਂ ਮਿਲਿਆ, ਇੱਕ ਮਾਤਰ ਜ਼ਹਿਰ ਦਾ ਕਿਣਕਾ ਨਹੀਂ ਮਿਲਿਆ। ਇਹ ਬਾਅਦ ਚੋਂ ਨਹੀਂ ਸ਼ਹੀਦਾਂ ਦਾ ਫਰਮਾਨ ਆਇਆ ਵੀ ਬਾਬਿਆਂ ਦੀ ਐਸੀ ਕਲਾ ਸੀ ਬਾਬੇ ਬਹਾਦਰ ਸਿੰਘ ਦੀ ਕਿ ਉਹਨਾਂ ਦਾ ਜਿਹੜਾ ਜਪ ਤਪ ਸੀ, ਉਹਨਾਂ ਨੇ ਆਪ ਦੇ ਸਵਾਸ ਉਸ ਖੇਡ ਨੂੰ ਚੜਾਤੇ ਸੀ, ਪਹਿਲਾਂ ਹੀ ਸਰੀਰ ਛੱਡ ਦਿੱਤਾ ਸੀ, ਠੀਕ ਹੈ ਜੀ। ਇਹਨਾਂ ਦੀ ਮੌਤ ਵੀ ਪ੍ਰਵਾਨ ਨਹੀਂ ਕੀਤੀ, ਇਹਨਾਂ ਮਲੇਛਾਂ ਦੇ ਹੱਥੋਂ ਮਰਨਾ ਵੀ ਪਸੰਦ ਨਹੀਂ ਕੀਤਾ ਸਾਡੇ ਸ਼ਹੀਦ ਨੇ। ਉਹਨੇ ਸਿੱਧ ਕਰ ਦਿੱਤਾ ਵੀ ਖਾਲਸਾ ਨਾ ਜੰਮਣ ਚ ਨਾ ਮਰਨ ਚ, ਖਾਲਸੇ ਦੀ ਆਦ ਜਗਾਦੀ ਖੇਡ ਆ, ਨਾ ਖਾਲਸਾ ਜੰਮਦਾ ਨਾ ਮਰਦਾ। ਆਪਦੇ ਬਚਨਾਂ ਦੇ ਉੱਤੇ ਪੂਰਾ ਪੈਰਾ, ਪੂਰੀ ਖਾਲਸੇ ਵਾਲੀ ਖੇਡ ਵਰਤਾ ਕੇ, ਠੀਕ ਆ, ਉਹ ਗਏ ਸ਼ਹੀਦ। ਚਲੋ ਉਦੋਂ ਬਾਅਦ ਕੀ ਕਲਾ ਵਰਤਦੀ ਆ, ਉਦੋਂ ਬਾਅਦ ਪੁਲਿਸ ਦੀਆਂ ਇਨੀ FIR ਜਿਹੜੀਆਂ ਕਰਾਉਣੀਆਂ ਸੀ ਕਰਾਤੀਆਂ। ਉਦੋਂ ਬਾਅਦ ਸਾਰੀ ਖੇਡ ਇਹਨਾਂ ਦੇ ਹੱਥ ਵਿੱਚ ਆ ਗਈ। ਇਹ ਜਿੰਨੀ ਵੀ ਪੁਰਾਤਨ ਮਲੇਸ਼ ਜੁੰਡਲੀ ਸੀ ਆ ਕੇ ਇਨੀ ਹਰ ਇੱਕ ਚੀਜ਼ ਦੇ ਉੱਤੇ ਕਬਜ਼ਾ ਕਰ ਲਿਆ। ਪਹਿਲੇ ਦਿਨ ਪੋਸਟਮਾਰਟਮ ਹੁੰਦਾ, ਉਧਰ ਪ੍ਰੇਮ ਸਿੰਘ ਨੂੰ ਫੋਨ ਮਾਰਿਆ, ਕਹਿੰਦੇ ਪ੍ਰੇਮ ਸਿੰਘ ਨੇ ਆਉਣਾ। ਪ੍ਰੇਮ ਸਿੰਘ ਨੂੰ 2 ਦਿਨ ਜਹਾਜ਼ ਹੀ ਨਹੀਂ ਮਿਲਿਆ, ਠੀਕ ਆ। ਇੱਕ ਰਾਤ ਨੂੰ ਬਾਬਾ ਬਹਾਦਰ ਸਿੰਘ ਸਾਹਿਬ ਜੀ ਦੀ ਸ਼ਹੀਦੀ ਹੁੰਦੀ ਆ, ਦੂਜੀ ਰਾਤ ਨੂੰ ਬਾਬਾ ਜੀ ਦੇ ਸਰੀਰ ਦਾ ਪੋਸਟਮਾਰਟਮ ਹੁੰਦਾ, ਤੀਜੀ ਰਾਤ ਤੱਕ ਬਾਬਾ ਜੀ ਨੂੰ ਬਰਫ਼ ਦੇ ਵਿੱਚ ਲਾ ਰੱਖਿਆ। ਫੋਟੋਆਂ ਦੇਖ ਸਕਦੇ ਆ ਬਾਬਾ ਜੀ ਦੇ ਸਰੀਰ ਦੇ, ਬਾਬਾ ਜੀ ਦੇ ਚਿਹਰੇ ਤੇ ਪੂਰਾ ਖੇੜਾ ਐਨ ਤਿਆਰ ਬਰ ਤਿਆਰ। ਜੇ ਬਾਬਾ ਜੀ ਉਸ ਵੇਲੇ ਸਰੀਰ ਦੇ ਵਿੱਚ ਹੁੰਦੇ ਜਾਂ ਗੋਲੀਆਂ ਵੱਜਦੀਆਂ ਜਾਂ ਜ਼ਹਿਰ ਦੇ ਨਾਲ ਉਹਨਾਂ ਦਾ ਸਵਾਸ ਉਹਨਾਂ ਦੇ ਫਤਿਹ ਹੁੰਦੇ, ਠੀਕ ਆ। ਮੱਥੇ ਦੇ ਉੱਤੇ ਕੋਈ ਵੱਟ ਹੁੰਦਾ, ਕੋਈ ਵੱਟ ਨਹੀਂ ਸੀ ਮੱਥੇ ਦੇ ਉੱਤੇ, ਪੂਰਾ ਸ਼ਹੀਦ ਸੀ ਉਹ। ਪਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਉਹਦੀ ਸ਼ਹੀਦੀ ਨੂੰ ਰੋਲਣ ਵਾਸਤੇ। ਬਹੁਤ ਜਿਹੜੀਆਂ ਗੱਲਾਂ ਆਪਾਂ ਕਰ ਨਹੀਂ ਸਕਦੇ, ਜਿਹੜੀਆਂ ਹੋ ਨਹੀਂ ਸਕਦੀਆਂ। ਪਰ ਉਦੋਂ ਬਾਅਦ ਕੀ ਕਲਾ ਵਰਤਦੀ ਆ, ਚੌਥੇ ਦਿਨ ਬਾਬਾ ਜੀ ਦਾ, ਠੀਕ ਆ, ਲੱਖੀ ਜੰਗਲ ਉੱਥੇ ਫੌਜ ਨੇ ਗੁਰਮਤਾ ਕੀਤਾ ਕਿ ਬਾਬਿਆਂ ਦਾ ਜਿਹੜਾ ਸੰਸਕਾਰ ਹੈ ਉਹ ਆਪਾਂ ਕਰਨਾ ਬਾਬਿਆਂ ਦੇ ਨਗਰ ਲਿਜਾ ਕੇ, ਠੀਕ ਆ। ਵੀ ਹੁਣ ਆਪਣੀ ਬੁੱਢੇ ਦਲ 'ਚ ਬਾਬੇ ਹੈਪੀ ਨੇ, ਬਾਬਿਆਂ ਦੇ ਭਚੰਗੀ ਨੇ ਇਹ ਮਤਾ ਸਾਰੀ ਫੌਜ ਦੇ ਨਾਲ ਕੀਤਾ ਵੀ ਇਹ ਜਿਹੜੀ ਮਲੇਸ਼ ਜੁੰਡਲੀ ਆ ਗਈ ਆ
ਇਹਨਾਂ ਨੇ ਆਪਣਾ ਬੁੱਢੇ ਦਲ ਤੇ ਹੁਣ ਕੋਈ ਹੱਕ ਨਹੀਂ ਰਹਿਣ ਦੇਣਾ, ਸਾਰਾ ਕੁਝ ਹੀ ਨਹੀਂ ਕਬਜ਼ੇ ਕਰ ਲਿਆ। ਠੀਕ ਆ, ਹੁਣ ਆਪਾਂ ਇਸ ਤਰ੍ਹਾਂ ਕਰੀਏ ਵੀ ਆਪਾਂ ਬਾਬਿਆਂ ਦੇ ਸਰੀਰ ਨੂੰ ਲਿਜਾ ਕੇ ਆਪਣਾ ਬੋਪਾ ਰਾਏ ਪਿੰਡ ਦੇ ਵਿੱਚ ਆਪਣੀ ਜ਼ਮੀਨ ਆ, ਆਪਾਂ ਉੱਥੇ ਲਿਜਾ ਕੇ ਸੰਸਕਾਰ ਕਰਨਾ ਬਾਬਿਆਂ ਦਾ। ਆਪਾਂ ਬਾਬਿਆਂ ਦਾ ਨਿਸ਼ਾਨ ਲਾਵਾਂਗੇ, ਬਾਬਿਆਂ ਦਾ ਬੁੰਗਾ ਤਿਆਰ ਕਰਾਂਗੇ ਆਪਾਂ। ਠੀਕ ਆ, ਸਾਰੀ ਭਚੰਗ ਫੌਜ ਬਾਬਿਆਂ ਦੀ ਉੱਥੇ ਰਹਿ ਕੇ ਬੁੰਗੇ ਦੇ ਵਿੱਚ ਸੇਵਾ ਕਰੇਗੀ। ਪਰ ਇਹਨਾਂ ਮਲੇਛਾਂ ਨੇ ਆਪ ਦੀ ਮਨਿਆਈ ਕਰਕੇ, ਠੀਕ ਆ, ਉੱਥੇ ਲੈ ਗਏ ਜਫਰਨਾਮਾ ਸਾਹਿਬ। ਠੀਕ ਆ, ਜਦੋਂ ਜਫਰਨਾਮਾ ਇਨੀ ਕਿਹਾ ਵੀ ਆਪਾਂ ਜਫਰਨਾਮਾ ਸਾਹਿਬ ਲਿਜਾ ਕੇ ਸੰਸਕਾਰ ਕਰਨਾ, ਚਲੋ ਉੱਥੇ ਲਿਜਾ ਕੇ ਸੰਸਕਾਰ ਕੀਤਾ ਗਿਆ ਬਾਬਿਆਂ ਦਾ। ਉੱਥੇ ਵੀ ਬਹੁਤ ਕੁਝ ਹੋਇਆ। ਠੀਕ ਆ, ਇਹ ਸਾਰੀ ਜਿਹੜੀ ਭਚੰਗ ਫੌਜ ਸੀ, ਨਿਸ਼ਾਨਚੀ ਨਗਾਰਚੀ ਸੀਗੇ ਉਸ ਵੇਲੇ ਦੇ, ਉਹਨਾਂ ਨੇ ਸਾਰਾ ਹੀ ਇਹ ਗੁਰਮਤਾ ਕੀਤਾ ਸੀ ਵੀ ਆਪਾਂ ਤਿਆਰ ਬਰ ਤਿਆਰ ਘੋੜਿਆਂ ਦੇ ਉੱਤੇ ਕਾਠੀਆਂ ਪਾ ਕੇ, ਜਿਸ ਤਰ੍ਹਾਂ ਬਾਬਾ ਸਰਜੀਤ ਸਿੰਘ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ ਸੀਗਾ। ਠੀਕ ਆ, ਨਿਸ਼ਾਨਚੀ ਨਿਸ਼ਾਨ ਲੈ ਕੇ ਘੋੜਿਆਂ ਦੇ ਉੱਤੇ ਤਿਆਰ ਬਰ ਤਿਆਰ ਖੜੇ ਸੀਗੇ, ਨਗਾਰਿਆਂ ਤੇ ਚੋਭਾਂ ਲੱਗਦੀਆਂ ਸੀ, ਘੋੜਿਆਂ ਤੇ ਨਗਾਰੇ ਪਾਏ ਹੋਏ ਸੀ। ਆਪਾਂ ਉਸ ਕਲਾ ਦੇ ਨਾਲ ਆਪਣੇ ਜਥੇਦਾਰ ਦਾ ਸੰਸਕਾਰ ਕਰਨਾ। ਠੀਕ ਆ, ਭਾਵੇਂ ਸਾਡਾ ਸ਼ਹੀਦ ਹੈ, ਆਪਾਂ ਆਪਣੇ ਸ਼ਹੀਦ ਦਾ ਪੂਰੀ ਮਰਿਆਦਾ ਨਾਲ ਸੰਸਕਾਰ ਕਰਨਾ, ਪੂਰੀ ਖੇਡ ਦੇ ਨਾਲ, ਜਿਹੜੀ ਬੁੱਢੇ ਦਲ ਦੇ ਜਥੇਦਾਰਾਂ ਦੀ ਖੇਡ ਹੈ। ਉਦੋਂ ਬਾਅਦ ਕੀ ਕਲਾ ਵਰਤਦੀ ਹੈ, ਜਿਹੜਾ ਇਹ ਦਿਆਲ ਸਿੰਘ ਆ, ਜਿਹੜਾ ਦਿਆਲ ਸਿੰਘ ਆ, ਇਹ ਮਲੇਸ਼ ਨੇ ਉਸ ਵੇਲੇ ਐਨੇ ਝੂਠ ਬੋਲੇ, ਇਹਨੇ ਸਾਨੂੰ ਗਾਲਾਂ ਕੱਢੀਆਂ, ਕਹਿੰਦਾ ਭੈਣ ਚੁੱਦੋ ਤੁਸੀਂ ਆਪਦੀ ਮਰਿਆਦਾ ਤੋਰੀ ਜਾਂਦੇ ਆ। ਕਿਸੇ ਬੁੱਢੇ ਦਲ ਦਾ, ਕੋਈ ਬੁੱਢੇ ਦਲ ਦੀ ਇਹ ਮਰਿਆਦਾ ਨਹੀਂ ਹੈਗੀ ਵੀ ਜਥੇਦਾਰ ਦੇ ਸੰਸਕਾਰ ਦੇ ਉੱਤੇ ਨਿਸ਼ਾਨ ਲੈ ਕੇ ਜਾਣੇ ਜਾਂ ਜਥੇਦਾਰ ਦੇ ਸੰਸਕਾਰ ਤੇ ਘੋੜੇ ਲੈ ਕੇ ਜਾਣੇ ਆ। ਚਲੋ ਇਹਨਾਂ ਦਾ ਉਸ ਵੇਲੇ ਭਾਰਾ ਸੀ ਸਾਡੇ ਤੇ ਪੱਖ, ਇੰਨੀ ਸਾਡੀ ਇੱਕ ਨਹੀਂ ਚੱਲਣ ਦਿੱਤੀ। ਪਰ ਬਾਅਦ ਵਿੱਚ ਸਾਨੂੰ ਫੋਟੋਆਂ ਤੇ ਵੀਡੀਓ 'ਚ ਦੇਖਣ ਮਿਲਿਆ ਬਾਬੇ ਸਰਜੀਤ ਸਿੰਘ ਦਾ ਸੰਸਕਾਰ ਇਦਾਂ ਹੀ ਹੋਇਆ ਸੀ, ਨਿਸ਼ਾਨਾ ਨਗਾਰਿਆਂ ਦੀ ਤਾਬਿਆਂ ਦੇ ਵਿੱਚ। ਚਲੋ ਉਹ ਖੇਡ ਹੋਈ, ਭੋਗ ਤੱਕ ਸਾਨੂੰ ਸਾਰੀ ਗੱਲਬਾਤ ਪਤਾ ਲੱਗ ਗਈ ਸੀ, ਭੋਗ ਤੱਕ ਸਾਨੂੰ ਸਭ ਕੁਝ ਪਤਾ ਲੱਗ ਗਿਆ ਸੀ ਕਿਹੜੇ ਪਾਸੇ ਤੂਤੀ ਬੋਲਦੀ ਆ। ਠੀਕ ਆ, ਭੋਗ ਜਦੋਂ ਬਾਬਿਆਂ ਦਾ ਜਫਰਨਾਮੇ ਸੰਸਕਾਰ ਹੋਇਆ, ਸਾਰੀ ਗੱਲਬਾਤ ਕੀਤੀ ਗਈ। ਠੀਕ ਆ, ਘੋੜੇ ਸਾਡੇ ਕੋਲ ਹੀ ਸੀ ਉਸ ਵੇਲੇ, ਬਾਬੇ ਹੈਪੀ ਦੇ ਕੋਲ ਹੀ ਸੀ ਘੋੜੇ ਸਾਰੇ। ਬਾਬੇ ਹੈਪੀ ਨੇ ਫਿਰ ਗੁਰਮਤਾ ਕੀਤਾ ਕਿ ਭਾਈ ਇਹ ਅਗਸਤ 21 ਤਰੀਕ ਦੀ ਰਾਤ ਨੂੰ ਬਾਬਿਆਂ ਦੀ ਸ਼ਹੀਦੀ ਹੁੰਦੀ ਆ, 21 ਅਗਸਤ ਨੂੰ। ਠੀਕ ਆ, ਉਦੋਂ 13 ਦਿਨਾਂ ਬਾਅਦ ਬਾਬਿਆਂ ਦਾ ਦੁਸ਼ਹਿਰਾ ਮਨਾਇਆ ਜਾਂਦਾ। ਚਲੋ ਉਹ ਭੋਗ ਪਿਆ, ਸਾਰਾ ਕੁਝ ਹੋਇਆ। ਇੰਨੀ ਸ਼ੈਤਾਨੀ ਕੀਤੀ ਪ੍ਰੇਮ ਸਿੰਘ ਦੀ ਹਜ਼ੂਰੀ ਦੇ ਵਿੱਚ। ਇਨੀ 5 ਸਿੰਘਾਂ ਨੂੰ ਸਰੋਪਾ ਦੇਤਾ ਵੀ ਦਲ ਦੇ 5 ਸਿੰਘ ਹੁਣ ਸੇਵਾ ਕਰਨਗੇ, ਮੁਖਤਿਆਰੇ ਆਮੀ ਕਰਨਗੇ। ਇਨੀ ਬਾਬੇ ਵਿੱਚ ਸਾਡੇ ਜਿਹੜਾ ਬਾਬਿਆਂ ਦਾ ਭਚੰਗੀ ਸੀਗਾ, ਉਹ ਬਾਬੇ ਹੈਪੀ ਨੂੰ ਵੀ ਵਿੱਚ ਸਰੋਪਾ ਦੇਤਾ ਵੀ ਇਹ ਸਾਰੇ ਰਲ ਮਿਲ ਕੇ ਕਹਿੰਦੇ ਵੀ ਤੁਸੀਂ ਉੱਥੇ ਆ ਜਾਓ, ਮਾਤਾ ਦੇ ਲਿਜਾ ਕੇ ਫਿਰ ਪੱਗ ਬੰਨਾਂਗੇ, ਉੱਥੇ ਨਿਰਣਾ ਕਰਾਂਗੇ ਕਿਹੜੇ ਜਥੇਦਾਰ ਦੇ ਪੱਗ ਵੱਜਦੀ ਆ। ਇੱਥੋਂ ਹੁਣ ਸਾਰੀ ਖੇਡ ਜਿਹੜਾ ਪ੍ਰੇਮ ਸਿੰਘ ਦੀ ਮਾਂ ਭੈਣ ਕੀਤੀ ਗਈ ਆ, ਇੱਥੋਂ ਕੀਤੀ ਗਈ ਆ। ਆਹ ਗੱਲਬਾਤ ਕਰਕੇ ਅੱਗੇ ਬਹੁਤ ਆ, ਵੈਸੇ ਕਹਾਣੀ ਜਿੰਨੀ ਹੋ ਗਈ ਆਪਾਂ ਕਰਨੀ ਜ਼ਰੂਰ ਆ। ਉਹ ਦੁਸ਼ਹਿਰਾ ਮਨਾਇਆ ਜਾਂਦਾ। ਉਦੋਂ ਬਾਅਦ ਅਗਸਤ ਸਤੰਬਰ ਸੀ, ਮੋਰੇ ਅਕਤੂਬਰ ਮਹੀਨੇ ਦੇ ਵਿੱਚ ਦੁਸ਼ਹਿਰਾ ਆ ਜਾਂਦਾ। ਜਦੋਂ ਦਲ ਪੰਥ ਆਪਾਂ ਜਾ ਕੇ, ਠੀਕ ਆ, ਸਰਬਲੋ ਬੁੰਗੇ ਹਜੂਰ ਸਾਹਿਬ ਜਾ ਕੇ ਜਦੋਂ ਫਿਰ ਸਾਰੀ ਖੇਡ ਵਰਤਾਈ ਜਾਂਦੀ ਆ। ਠੀਕ ਆ, ਚਲੋ ਬਾਬਿਆਂ ਦੀ ਸ਼ਹੀਦੀ ਹੋ ਗਈ, ਸਾਰਾ ਕੁਝ ਹੋ ਗਿਆ, ਕਰਾ ਕੇ ਹੁਣ ਪਹੁੰਚ ਗਿਆ ਪੜਾ ਗੂਲੇ ਚੀਕੇ ਜਾ ਕੇ। ਠੀਕ ਆ, ਗੂਲੇ ਚੀਕੇ ਜਿਹੜਾ ਪਿੰਡ ਮਾਨ ਸਿੰਘ ਦਾ ਹੈ, ਗੂਲੇ ਚੀਕੇ ਵਾਲਾ ਮਾਨ ਸਿੰਘ ਜਿਹੜਾ ਹੁਣ ਆਪਣੇ ਆਪ ਨੂੰ 96 ਕਰੋੜੀ ਕਹਾਉਂਦਾ, ਉਹਦਾ ਪਿੰਡ। ਉੱਥੋਂ ਲਿਜਾ ਕੇ ਘੋੜੇ ਟਰੱਕਾਂ 'ਚ ਲੱਦ ਕੇ, ਠੀਕ ਆ, ਉੱਥੇ ਘੋੜੇ ਟਰੱਕਾਂ 'ਚ ਲੱਦ ਕੇ ਆਪਾਂ ਚਾਲਾ ਪਾਉਣਾ ਸੀ ਹਜੂਰ ਸਾਹਿਬ ਨੂੰ। ਉੱਥੇ ਚਾਲਾ ਪਾਇਆ ਗਿਆ। ਪਹਿਲਾਂ ਸਾਡੀ ਇੱਥੇ ਖੜਕ ਪਈ, ਸਾਰੀ ਜਿਹੜੀ ਬਾਬੇ ਬਹਾਦਰ ਸਿੰਘ ਦੀ ਫੌਜ ਸੀ, ਵਿੱਚ ਹੀ ਬਾਬਾ ਹੈਪੀ ਜਿਹੜਾ ਬਾਬਿਆਂ ਦਾ ਭਚੰਗੀ ਸੀਗਾ, ਇਹਦੀ ਸਾਰੀ ਫੌਜ ਇਹਦੀ ਸਾਡੀ ਖੜਕ ਪਈ ਇਹਨਾਂ ਦੇ ਨਾਲ ਆਮੋ ਸਾਹਮਣੀ। ਇਹ ਵਿੱਚ ਹੀ ਸ਼ੇਰ ਸਿੰਘ, ਵਿੱਚ ਹੀ ਮਾਨ ਸਿੰਘ, ਇਹਨਾਂ ਸਾਰਿਆਂ ਨਾਲ ਆਪਣਾ ਖੜਕਾ ਦੜਕਾ ਹੋ ਗਿਆ। ਇਹ ਮਾਨ ਸਿੰਘ ਕਹਿੰਦਾ ਮੇਰੇ ਕੋਲ ਹੈ ਨਹੀਂ ਤੁਹਾਨੂੰ ਕੋਈ ਵੀ। ਮਾਨ ਸਿੰਘ ਦੇ ਪਿੰਡ ਦੇ ਵਿੱਚ ਮਹੱਲਾ ਕੱਢਿਆ, ਮਾਨ ਸਿੰਘ ਨੇ ਕੋਈ ਵੀ ਇਨਾਮ ਨਹੀਂ ਦਿੱਤਾ ਫੌਜ ਨੂੰ। ਬਾਬੇ ਹੈਪੀ ਨੇ ਮਾਨ ਸਿੰਘ ਦੀ ਮਾਂ ਭੈਣ ਕੀਤੀ ਰੱਜ ਕੇ। ਠੀਕ ਆ, ਰੱਜ ਕੇ ਉਹਦੀ ਮਾਂ ਭੈਣ ਕੀਤੀ ਵੀ ਆਪਦੇ ਜਵਾਈਆਂ ਨੂੰ ਮੱਲੇ ਚੜਾਉਣ ਦਾ ਪਤਾ। ਭੈਣ ਦਿਆ ਯਾਰਾ 10-10 20-20 ਰੁਪਈਏ ਵੀ ਨਹੀਂ ਸਰਦੇ ਤੇਰੇ ਕੋਲੋਂ। ਇਹਦੀ ਮਾਂ ਭੈਣ ਕੀਤੀ ਰੱਜ ਕੇ। ਫਿਰ ਇਹਨੇ 100-100 ਰੁਪਈਆ ਫੌਜ ਨੂੰ ਦਿੱਤਾ। ਨਹੀਂ, ਬਾਬਾ ਬਹਾਦਰ ਸਿੰਘ ਜਦੋਂ ਗੂਲੇ ਚੀਕੇ ਤੋਂ ਚਾਲਾ ਪਾਉਂਦਾ ਸੀਗਾ, ਠੀਕ ਆ,
ਬਾਬਾ ਬਹਾਦਰ ਸਿੰਘ ਸਾਰੀ ਫੌਜ ਨੂੰ ਇਨਾਮ ਵਰਤਾਉਂਦਾ ਸੀ ਬਈ ਹਜੂਰ ਸਾਹਿਬ ਤੱਕ ਜਾਣਾ। ਕਿਸੇ ਵੀ ਫੌਜ ਨੇ ਕੁਝ ਖਾਣਾ ਪੀਣਾ ਹੋਵੇ ਰਾਸਤੇ ਦੇ ਵਿੱਚ ਤਾਂ ਆਪ ਦਾ ਖਰਚਾ ਵਰਚਾ ਤੁਸੀਂ ਕਰ ਸਕਦੇ ਆ। 1000 ਰੁਪਈਆ ਬਾਬਾ ਸਾਰਿਆਂ ਨੂੰ ਦਿੰਦਾ ਹੁੰਦਾ ਸੀਗਾ ਕਿ ਸਾਰੀ ਫੌਜ ਆਪਣੇ ਕੋਲ ਥੋੜਾ ਬੜਾ ਖਰਚਾ ਰੱਖੇ। ਠੀਕ ਆ, ਆਪਾਂ ਬਹੁਤ ਦੂਰ ਜਾਣਾ, ਇੱਥੋਂ ਪੰਜਾਬ ਤੋਂ ਹਜੂਰ ਸਾਹਿਬ ਨੂੰ ਜਾਣਾ ਆਪਾਂ, ਇਹਨੇ ਕੋਈ ਪੈਸਾ ਨਹੀਂ ਦਿੱਤਾ। ਚਲੋ ਮੁੱਕਦੀ ਗੱਲ, ਹਜੂਰ ਸਾਹਿਬ ਪਹੁੰਚ ਗਏ। ਹਜੂਰ ਸਾਹਿਬ ਪਹੁੰਚ ਗਏ, ਇੱਥੇ ਪੰਜਾਬ ਦੀ ਪੁਲਿਸ ਨੇ ਕੋਈ ਗੱਲਬਾਤ ਨਹੀਂ ਕੀਤੀ, ਪਿੱਛੇ ਕੋਈ ਪਹਿਰਾ ਨਹੀਂ ਲਿਆ ਇਹਨਾਂ ਨੇ। ਠੀਕ ਆ, ਉਦੋਂ ਬਾਅਦ ਕੀ ਕਲਾ ਵਰਤੀ, ਉਦੋਂ ਬਾਅਦ ਫਿਰ ਇਹ ਖੇਡ ਵਰਤਦੀ। ਜਦੋਂ ਹਜੂਰ ਸਾਹਿਬ ਪਹੁੰਚ ਗਏ ਇਹਨਾਂ ਨੇ ਵਿੱਚੇ ਹੀ ਪ੍ਰੇਮ ਸਿੰਘ ਆਉਂਦਾ, ਪ੍ਰੇਮ ਸਿੰਘ ਨੇ ਇੱਕ ਸ਼ੋਸ਼ਾ ਛੱਡ ਦਿੱਤਾ। ਪ੍ਰੇਮ ਸਿੰਘ ਆ ਕੇ ਪਲੰਗੇ ਤੇ ਬਹਿ ਕੇ ਕਹਿੰਦਾ ਮੈਂ ਇੱਥੇ ਮਹਾਰਾਸ਼ਟਰ ਦੀ ਜਿਹੜੀ ਪੁਲਿਸ ਆ ਨਾ, CID ਆ, ਕਹਿੰਦਾ ਮੈਂ ਉਹ CID ਨੂੰ ਸਾਰੇ ਬਾਬੇ, ਜਿਹੜਾ ਬਹਾਦਰ ਸਿੰਘ ਦਾ ਸਾਰਾ ਗਰੁੱਪ ਆ, ਬਹਾਦਰ ਸਿੰਘ ਦੇ ਸਾਰੇ ਜਿਹੜੇ ਭਚੰਗੀ ਆ, ਇਹਨਾਂ ਨੂੰ ਸਾਰਿਆਂ ਨੂੰ CID ਕੋਲੋਂ ਚੁਕਾਊਂ, ਮੈਂ ਕੱਲੇ ਦੀਆਂ ਜੜਾਂ ਚੋਂ ਕਢਾਊਂ ਬਈ ਬਹਾਦਰ ਸਿੰਘ ਨੂੰ ਕਿਹਨੇ ਜ਼ਹਿਰ ਦਿੱਤੀ ਆ, ਕਿਹਨੇ ਉਹਦੇ ਗੋਲੀਆਂ ਮਾਰੀਆਂ। ਪ੍ਰੇਮ ਸਿੰਘ ਨੂੰ ਇੱਕ ਗੱਲ ਦਾ ਪਤਾ ਸੀ ਵੀ ਕੀ ਕਲਾ ਵਰਤੀ ਆ। ਪ੍ਰੇਮ ਸਿੰਘ ਦੇ ਕੋਲ ਬਹਿ ਕੇ ਮੀਟਿੰਗਾਂ ਕੀਤੀਆਂ ਇਹਨਾਂ ਦੱਲਿਆਂ ਨੇ, ਸਾਰਿਆਂ ਨੇ, ਇਨੀ ਭੈਣ ਚੋਦਾਂ ਨੇ ਉੱਥੇ ਮਾਤਾ ਦੇ ਮਤਾ ਕੇ ਫਿਰ ਸਾਡੇ ਜਥੇਦਾਰ ਦੇ ਗੋਲੀਆਂ ਮਾਰੀਆਂ, ਫਿਰ ਸਾਨੂੰ ਜੇਲ੍ਹਾਂ 'ਚ ਭੈਣ ਚੋਦਾਂ ਨੇ ਘੜੀਸਿਆ। ਕਿਉਂ ਨਾ ਇਹਨਾਂ ਦੀ ਭੈਣ ਗੜੀਏ ਅਸੀਂ, ਜਿਹਨੂੰ ਦੁੱਖ ਲੱਗਦਾ ਲੱਗੇ ਭੈਣ ਗੜਾਵੇ ਆਪਦੀ। ਠੀਕ ਆ, ਜਿਹੜਾ ਇਹਨਾਂ ਦਾ ਪੱਖ ਪੂਰਦਾ ਉਹ ਪੂਰੇ, ਅਸੀਂ ਗੜਨੀ ਆ ਭੈਣ ਪ੍ਰੇਮ ਸਿੰਘ ਦੀ, ਭਾਵੇਂ ਕਿੱਡਾ ਵੀ ਬ੍ਰਹਮ ਗਿਆਨੀ ਸੀ। ਉਦੋਂ ਬਾਅਦ ਪ੍ਰੇਮ ਸਿੰਘ ਨੇ ਝੂਠ ਮਾਰਿਆ ਗੱਦੀ ਦੇ ਉੱਤੇ ਬਹਿ ਕੇ। ਠੀਕ ਆ, ਚਲੋ ਬਹੁਤ ਫੌਜ ਨੇ, ਜਿੰਨੀ ਪੁਰਾਤਨ ਫੌਜ ਸੀ, ਸਾਨੂੰ ਸਾਰਿਆਂ ਨੂੰ ਇਹਨਾਂ ਨੇ ਡਰਾਇਆ, ਤੁਸੀਂ ਚਾਲਾ ਮਾਰ ਜਾਓ, ਤੁਸੀਂ ਦੌੜ ਜਾਓ ਪੰਜਾਬ ਨੂੰ। ਠੀਕ ਆ, ਪਰ ਫੌਜ ਆਪਣੇ ਬਚਨ ਅਟੱਲ ਤੇ ਖੜੀ ਰਹੀ। ਹੈਪੀ ਦੇ ਨਾਲ ਬਚਨ ਹੋਏ ਸੀ ਸਾਰੀ ਫੌਜ ਦੇ ਕਿ ਬਾਬੇ ਬਹਾਦਰ ਸਿੰਘ ਨਾਲ ਵੀ ਆਪਣੀ ਇਹ ਗੱਲ ਸੀ, ਮਰਦੇ ਮਰ ਜਾਵਾਂਗੇ, ਤੈਨੂੰ ਛੱਡ ਕੇ ਨਹੀਂ ਜਾਂਦੇ। ਬਚਨ ਤੇਰੇ ਨਾਲ ਵੀ ਇਹੀ ਆ, ਜਿੱਧਰ ਨੂੰ ਜਾਵਾਂਗੇ ਇਕੱਠੇ ਜਾਵਾਂਗੇ ਹੁਣ ਇੱਥੋਂ। ਠੀਕ ਆ, ਪਰ ਸਾਨੂੰ ਇਹ ਸਾਰਾ ਅਸਾਰ ਪਤਾ ਲੱਗ ਗਿਆ ਸੀ ਵੀ ਇਹ ਪ੍ਰੇਮ ਸਿੰਘ ਜਾਂ ਇਹ ਸਾਰੇ ਹੀ ਇਹ ਸਾਡੇ ਤੋਂ ਦਲ ਵੀ ਖੋਣਗੇ, ਸਾਨੂੰ ਕੁੱਟਣਗੇ, ਮਾਰਨਗੇ ਵੀ। ਚਲੋ ਅਕਾਲ ਪੁਰਖ ਦੀ ਕਿਰਪਾ ਰਹੀ, ਮਾਤਾ ਨੇ ਇੰਨੀ ਮਿਹਰ ਬਣਾ ਰੱਖੀ, ਆਪਾਂ ਉੱਥੋਂ ਭੱਜੇ ਨਹੀਂ, ਪਰ ਡਰ ਬਹੁਤ ਲੱਗਾ ਵੀ ਇਹ ਭੈਣ ਦੇ ਯਾਰ ਆਪਾਂ ਨੂੰ ਨਜਾਇਜ਼ ਹੀ ਪੁਲਿਸਾਂ ਕੋਲੋਂ ਚੁਕਾ ਕੇ ਕਟਾਉਣਗੇ। ਠੀਕ ਆ, ਸਾਰਿਆਂ ਪੁਰਾਤਨ ਸਿੰਘਾਂ ਨੇ, ਮਹਾਕਾਲ ਸਿੰਘਾਂ ਨੇ ਕਿਹਾ ਬਈ ਹਨੀ, ਚੰਡੀਗੜ੍ਹੀਆ, ਹੋਰ ਜਿੰਨੇ ਵੀ ਸਿੰਘ ਆ ਸਾਰੇ ਹੀ ਚਾਲਾ ਪਾ ਜਾਓ, ਇਹ ਤੁਹਾਨੂੰ ਕੁੱਟਣਗੇ, ਘੜੀਸਣਗੇ ਤੁਹਾਨੂੰ। ਫਿਰ ਕੀ ਫੌਜ ਨੇ ਮਤਾ ਲਿਆ ਸੀ ਵੀ ਆਪਾਂ ਸ਼ਾਮ ਦੀ ਟ੍ਰੇਨ ਫੜ ਕੇ ਦੌੜ ਜਾਣਾ। ਠੀਕ ਆ, ਭੈਣ ਦਾ ਹੰਨਾ ਮਰਾਵੇ, ਨਾਲੇ ਨਹੀਂ ਸਾਡਾ ਜਥੇਦਾਰ ਮਾਰ ਦਿੱਤਾ, ਨਾਲੇ ਸਾਨੂੰ ਹੁਣ ਕੁੱਟਣਗੇ, ਘੜੀਸਣਗੇ। ਪਰ ਇੱਕ ਸਿੰਘ ਆ, ਠੀਕ ਆ, ਕਾਕਾ ਉਹਦਾ ਨਾਂ ਆ, ਰਕਬੇ ਵਾਲਿਆਂ ਦੇ ਵਿੱਚ ਵੀ ਰਿਹਾ, ਸਾਰਿਆਂ ਦੇ ਸਾਰੇ ਪਾਸੇ ਹੀ ਉਹ ਆਉਂਦਾ ਜਾਂਦਾ। ਉਹਨੇ ਇੱਕ ਗੱਲਬਾਤ ਕੀਤੀ ਬਈ ਇੱਕ ਵਾਰੀ ਤਖਤ ਤੇ ਜਾ ਕੇ ਅਰਦਾਸ ਕਰੋ ਮਹਾਰਾਜ ਨੂੰ, ਮਹਾਰਾਜ ਕੀ ਗੱਲਬਾਤ ਕਰਦੇ ਆ। ਠੀਕ ਆ, ਚਲੋ ਜਿੱਦਾਂ ਦਾ ਹੁਕਮ ਸ਼ਹੀਦਾਂ ਦਾ ਵਰਤਿਆ। ਕਿਸੇ ਪੁਰਾਤਨ ਸਿੰਘ ਨੇ ਇਹ ਸਲਾਹ ਦਿੱਤੀ ਬਈ ਮਹਾਰਾਜ ਨੂੰ ਜਾ ਕੇ ਅਰਦਾਸ ਕਰੋ। ਠੀਕ ਆ, ਕੀ ਪਹਿਰਾ ਵਰਤਾਉਣਾ ਆ, ਤੇ 2 ਪਰਚੀਆਂ ਲਿਖ ਕੇ ਮਹਾਰਾਜ ਦੇ ਮੋਹਰੇ ਸਿੱਟ ਦਿਓ। ਇੱਕ ਸਿੰਘ ਅਰਦਾਸ ਕਰੋ, ਦੂਜਾ ਸਿੰਘ ਉਹ ਪਰਚੀਆਂ ਨੂੰ ਚੱਕੇ। ਇੱਕ ਠੀਕ ਆ, ਫੌਜਾਂ ਨੇ ਉਹ ਪਰਚੀਆਂ ਤਿਆਰ ਕੀਤੀਆਂ, ਕਾਗਜ਼ ਦੇ ਉੱਤੇ ਲਿਖ ਕੇ, ਇੱਕ ਪਰਚੀ ਦੇ ਉੱਤੇ ਲਿਖਿਆ ਚੱਕਰਵਰਤੀ, ਦੂਜੀ ਪਰਚੀ ਦੇ ਉੱਤੇ ਲਿਖਿਆ ਰਹਾਓ, ਵੀ ਆਪਾਂ ਇੱਥੇ ਠਹਿਰਨਾ ਆ, ਜੋ ਹੁੰਦਾ ਹੋ ਜਵੇ, ਦੇਖਿਆ ਜਾਊਗਾ। ਠੀਕ ਆ, ਮਹਾਰਾਜ ਗੁਰੂ ਕਲਗੀਧਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਉੱਥੇ ਅਰਦਾਸ ਕੀਤੀ ਕਿ ਆਹ ਗੱਲਬਾਤ ਆ ਪ੍ਰੇਮ ਸਿੰਘ ਜਿਹੜਾ 96 ਕਰੋੜੀ ਇਹ ਸਾਨੂੰ ਧਮਕੀ ਦੇ ਗਿਆ ਵੀ ਤੁਹਾਨੂੰ CID ਕੋਲੋਂ ਚੁਕਾ ਕੇ ਤੁਹਾਡੀਆਂ ਜੜਾਂ ਚੋਂ ਕਢਾਊਂ। ਕਿਹਨੇ ਬਹਾਦਰ ਸਿੰਘ ਨੂੰ ਜ਼ਹਿਰ ਦਿੱਤਾ, ਕਿਹਨੇ ਉਹਦੇ ਗੋਲੀਆਂ ਮਾਰੀਆਂ। ਅਰਦਾਸਾ ਸੋਧਿਆ ਗਿਆ, ਉੱਥੇ ਸੰਖ ਵੱਜਦੇ ਆ 3 ਵਜੇ ਦੁਪਹਿਰ ਦੇ। 3 ਵਜੇ ਦੁਪਹਿਰ ਨੂੰ ਜਦੋਂ ਉਹ ਅਰਦਾਸਾ ਸੋਧਿਆ ਫੌਜਾਂ ਨੇ, ਚੰਡੀਗੜ੍ਹੀਆ ਜਿਹੜਾ ਸੁਲੱਖਣ ਸਿੰਘ ਆ, ਉਹਨੇ ਇੱਕ ਪਰਚੀ ਚੱਕੀ, ਉਹਦੇ ਤੇ ਰਹਾਓ ਲਿਖਿਆ ਹੋਇਆ ਸੀ। ਫੌਜ ਨੂੰ ਗੁਰੂ ਕਲਗੀਧਰ ਨੇ ਹੁਕਮ ਦਿੱਤਾ ਬਈ ਖੜੇ ਹੋ ਕੇ ਵਿੱਚ ਮੈਦਾਨ ਦੇ ਦੇਖੋ ਕੀ ਤਮਾਸ਼ਾ ਵਰਤਦਾ, ਕੀ ਖੇਡ ਵਰਤਦੀ ਹੈ। ਫੌਜਾਂ ਨੇ ਮਨ ਬਣਾ ਲਿਆ ਵੀ ਜਿਹੜਾ CID ਕੋਲ ਜਾਵਾਂਗੇ ਦੇਖਿਆ ਜਾਊਗਾ ਜੋ ਵੀ ਹੁੰਦਾ, ਪਰ ਰਹਿਣਾ ਇੱਥੇ ਹੀ ਆ, ਹੁਣ ਦੇਖਾਂਗੇ। ਚਲੋ ਹਜੂਰ ਸਾਹਿਬ ਦਾ ਵੀ ਜਿਹੜਾ ਮਹੱਲਾ ਕੱਢਿਆ, ਉਦੋਂ ਬਾਅਦ ਮਾਤਾ ਦੇ ਚਲੇ ਗਏ। ਮਾਤਾ ਦੇ ਜਾ ਕੇ ਵੀ ਇਹਨਾਂ ਨੇ ਆਪਣੀਆਂ ਮਨਿਆਈਆਂ ਕੀਤੀਆਂ। ਹਜੂਰ ਸਾਹਿਬ ਛਾਉਣੀ 'ਚ ਵੀ ਇਨੀ ਸਰਬਲੋ ਬੰਗੇ ਵੀ ਆਪਣੀਆਂ ਮਨਿਆਈਆਂ ਕੀਤੀਆਂ। ਪਰ ਰੱਜ ਕੇ ਮਹਾਰਾਜ ਦੀ ਕਿਰਪਾ ਦੇ ਨਾਲ
ਅੜ ਕੇ ਮਹੱਲੇ ਕੱਢੇ ਆ। ਠੀਕ ਆ, ਫੌਜ ਦਾ ਇੱਕੋ ਹੀ ਇੱਕ ਸੁਪਨਾ ਸੀਗਾ ਬੁੱਢੇ ਦਲ ਦੇ ਵਿੱਚ ਵੀ ਅਸੀਂ ਕਦੇ ਨਗਾਰਚੀ ਨਹੀਂ ਬਣੇ। ਜਦੋਂ ਦੇ ਭਰਤੀ ਹੋਏ ਸੀ ਉਦੋਂ ਦੇ ਨਿਸ਼ਾਨਚੀ ਸੀਗੇ, ਨਗਾਰਚੀ ਨਹੀਂ ਬਣੇ। ਪਰ ਉਸ ਦਿਨ ਕਲਾ ਵਰਤਦੀ ਆ ਅਕਾਲ ਪੁਰਖ ਦੀ, ਜਿਹੜਾ ਨਗਾਰਚੀ ਬਾਬਾ ਲਾਲ ਸਿੰਘ ਸੀ ਉਹ ਬਿਮਾਰ ਹੋ ਗਿਆ। ਫੌਜ ਨੂੰ ਨਗਾਰਿਆਂ ਦਾ ਪਹਿਰਾ ਦਿੱਤਾ ਪਰਮੇਸ਼ਵਰ ਨੇ, ਆਪਾਂ ਗੱਜ ਕੇ ਪਹਿਰਾ ਕੀਤਾ। ਠੀਕ ਆ, ਇਹ ਜਿਹੜੇ ਸਾਡੇ ਜਥੇਦਾਰ ਦਾ ਐਡਾ ਤਹਿਲਕਾ ਸੀ ਬਾਬੇ ਬਹਾਦਰ ਸਿੰਘ ਦਾ ਵੀ ਕੋਈ ਤਰਨਾ ਤੁਰਨਾ ਦਲ ਖੰਗਦਾ ਨਹੀਂ ਸੀ। ਉਦਣ ਅਸੀਂ ਇਹ ਗੱਲ ਸਾਨੂੰ ਅਹਿਸਾਸ ਹੋਇਆ ਵੀ ਜਥੇਦਾਰ ਬਿਨਾ, ਸੈਨਾਪਤੀ ਦੇ ਬਿਨਾ ਫੌਜ ਦੀ ਕੋਈ ਕੀਮਤ ਨਹੀਂ। ਇਹ ਜਿਹੜੇ ਤਰਨੇ ਦਲ ਵਾਲੇ ਸੀ ਨਾ, ਗੱਜਣ ਸਿੰਘ ਦੀ ਫੌਜ, ਇਹ ਸਾਨੂੰ ਮੋਹਰੇ ਘੋੜਾ ਨਹੀਂ ਸੀ ਲਾਉਣ ਦਿੰਦੇ ਨਗਾਰਿਆਂ ਵਾਲਾ। ਠੀਕ ਆ, ਇਹ ਸਾਨੂੰ ਮਿਹਣੇ ਮਾਰੇ ਉਸ ਵੇਲੇ ਮਹੱਲੇ 'ਚ, ਤੁਹਾਡਾ ਜਥੇਦਾਰ ਮਾਰਿਆ ਗਿਆ, ਤੁਹਾਡੇ ਕੋਲ ਕੋਈ ਸੈਨਾਪਤੀ ਨਹੀਂ, ਤੁਹਾਨੂੰ ਕੋਈ ਹੱਕ ਨਹੀਂ ਹੈਗਾ ਤੁਹਾਨੂੰ ਨਗਾਰੇ ਮੋਹਰੇ ਲਾਉਣ ਦਾ। ਪਰ ਸਾਰੀ ਫੌਜ ਨੂੰ ਪਤਾ, ਬਾਬੇ ਰਾਮਗੜੀਏ ਨੂੰ ਵੀ ਪਤਾ ਵੀ ਉੱਥੇ ਤਲਵਾਰਾਂ ਨਿਕਲ ਗਈਆਂ ਸੀ, ਤਾਂ ਬੁੱਢੇ ਦਲ ਦੇ ਨਗਾਰੇ ਮੋਹਰੇ ਲੱਗ ਕੇ ਇਨੀ ਸਾਰਿਆਂ ਨੇ ਬੁੱਢੇ ਦਲ ਦੀ ਚੜ੍ਹਦੀ ਕਲਾ ਕੀਤੀ, ਜੈ ਜੈਕਾਰ ਹੋਈ, ਮੋਹਰੇ ਨਗਾਰਾ ਬੁੱਢੇ ਦਲ ਦਾ ਵੱਜਿਆ। ਉਦੋਂ ਬਾਅਦ ਮਾਤਾ ਦੇ ਗਏ। ਠੀਕ ਆ, ਮਾਤਾ ਦੇ ਜਾ ਕੇ ਤਾਂ ਸਾਨੂੰ ਸਭ ਕੁਝ ਪਤਾ ਲੱਗ ਗਿਆ ਸੀ। ਮਾਤਾ ਦੀ ਕਿਰਪਾ ਦੇ ਨਾਲ ਸਾਰੀ ਗੱਲਬਾਤ ਹੋਈ। ਇਨੀ ਆਪਣਾ ਹੀ ਮਤਾ ਮਤਾਇਆ ਹੋਇਆ ਸੀ। ਚਲੋ ਜਦੋਂ ਚਾਲਾ ਪਾਉਣ ਦਾ ਸਮਾਂ ਆਇਆ, ਅਸੀਂ ਬਾਬੇ ਹੈਪੀ ਦੇ ਹੁਕਮ ਅਨੁਸਾਰ, ਬਾਬੇ ਬਹਾਦਰ ਸਿੰਘ ਦੇ ਭਚੰਗੀ ਦੇ ਹੁਕਮ ਅਨੁਸਾਰ ਅਸੀਂ ਬਾਬੇ ਪ੍ਰੇਮ ਸਿੰਘ ਕੋਲ ਜਿੰਨੀ ਵੀ ਸਾਡੇ ਕੋਲ ਬੁੱਢੇ ਦਲ ਦੀ ਕੋਈ ਸੂਈ ਸਲਾਈ ਸੀਗੀ ਸਾਰੀ ਲਿਜਾ ਕੇ ਬਾਬੇ ਇਹਦੇ ਕੋਲ ਬਾਬੇ ਪ੍ਰੇਮ ਸਿੰਘ ਦੇ ਕੋਲ ਲਿਜਾ ਕੇ ਸਾਰਾ ਕੁਝ ਰੱਖ ਦਿੱਤਾ ਕਿ ਬਾਬਾ ਜੀ ਆ ਸਾਡੇ ਕੋਲ ਸਾਰੀ ਗੱਲਬਾਤ ਆ। ਐਨੇ ਘੋੜੇ ਆ, 72 ਘੋੜੇ ਸੀ ਉਸ ਵੇਲੇ, 72 ਘੋੜੇ ਦਲ ਦੇ ਵਿੱਚ, 72 ਘੋੜੇ। ਠੀਕ ਹੈ ਜੀ, ਜਿਨ੍ਹਾਂ ਵਿੱਚੋਂ 2 4 5 10 ਹੋਣਗੇ ਜਿਹੜੇ ਪ੍ਰੇਮ ਸਿੰਘ ਨੇ ਦਿੱਤੇ ਹੋਣਗੇ, ਬਾਕੀ ਸਾਰੇ ਬਾਬੇ ਬਹਾਦਰ ਸਿੰਘ ਦੀ ਕਮਾਈ ਸੀ। ਠੀਕ ਆ, ਜੇ ਤੇ ਬਾਅਦ ਚੋਂ ਨਹੀਂ ਸਾਰੇ ਤੇ ਪ੍ਰੇਮ ਸਿੰਘ ਕਬਜ਼ਾ ਕਰ ਜਾਂਦਾ ਤਾਂ ਪ੍ਰੇਮ ਸਿੰਘ ਕਿਹੜਾ ਪਰ ਹਿੱਕ ਤੇ ਰੱਖ ਕੇ ਲੈ ਗਿਆ ਕਬਰਾਂ ਨੂੰ, ਉਹ ਵੀ ਖਾਲੀ ਹੱਥ ਹੀ ਗਿਆ। ਚਲੋ ਉਹ ਜਦੋਂ ਮਾਤਾ ਦੇ ਸਾਰਾ ਪ੍ਰੋਗਰਾਮ ਹੋ ਗਿਆ, ਇਹ ਜਦੋਂ ਆਪਾਂ ਸਾਰੀ ਗੱਲਬਾਤ ਕਰ ਦਿੱਤੀ, ਇਹਨਾਂ ਨੂੰ ਸਾਰਾ ਕੁਝ ਦਿਖਾਤਾ ਵੀ ਆਹ ਪਾਲਕੀ ਆ, ਐਨੇ ਸ਼ਸਤਰ ਵਸਤਰ ਆ, ਇੱਕ ਐਨ ਫੌਜ ਦੇ ਪੂਰੇ ਗੁਰਮਤੇ ਦੇ ਨਾਲ ਤੇ ਪੂਰੇ ਫੌਜੀ ਸਿਸਟਮ ਦੇ ਨਾਲ ਇਹਨਾਂ ਨੂੰ ਸਾਰੀ ਗੱਲਬਾਤ ਸੌਂਪ ਦਿੱਤੀ ਕਿ ਬਾਬਾ ਹੁਣ ਤੂੰ ਦੱਸ ਕਿਹਨੂੰ ਜਥੇਦਾਰ ਚੁਣਨਾ। ਠੀਕ ਆ, ਬੁੱਢੇ ਦਲ ਦੀ ਮਰਿਆਦਾ ਆ, ਬੁੱਢੇ ਦਲ ਦੀ ਮਰਿਆਦਾ ਵੀ ਜਿਹੜੇ ਚੱਕਰਵਰਤੀ ਦਲ ਦੇ ਨਿਸ਼ਾਨਚੀ ਨਗਾਰਚੀ ਹੁਕਮ ਲੈਣਗੇ, 5 ਪਿਆਰੇ ਬੁੱਢੇ ਦਲ ਦੀ ਜਥੇਬੰਦੀ ਨਿਸ਼ਾਨਚੀ ਨਗਾਰਚੀ ਆ, ਉਹ ਹੁਕਮ ਕਰਨਗੇ, ਉਹ ਗੁਰਮਤਾ ਕਰਨਗੇ ਜਥੇਦਾਰ ਦੇ ਨਾਲ ਬਈ ਚੱਕਰਵਰਤੀ ਪੈਰੇ ਦਾ ਕੌਣ ਸੇਵਾਦਾਰ ਹੋਊ। ਪਰ ਇਹ ਮਲੇਛਾਂ ਨੇ ਪੰਥ ਦੀ, ਗੁਰੂ ਕਲਗੀਧਰ ਦੀ ਮਰਿਆਦਾ ਨੂੰ ਠੁੱਡ ਮਾਰਦੇ ਆ, ਆਪਣਾ ਹੀ ਮਤਾ ਮਤਾਇਆ ਇਹਨਾਂ ਨੇ। ਠੀਕ ਆ, ਵਿੱਚ ਬਰਾਬਰ ਦਾ ਦੋਸ਼ੀ ਪ੍ਰੇਮ ਸਿੰਘ ਆ, ਉਹਦੀ ਵੀ ਭੈਣ ਜ਼ਰੂਰ ਉੱਤੇ ਗਿਆ, ਸਾਡਾ ਸ਼ਹੀਦ ਵੀ ਦਰਗਾਹ 'ਚ ਵੀ ਉਹਦੀ ਭੈਣ ਗੜਦਾ ਆਊਗਾ, ਇਹ ਸਾਨੂੰ ਪੂਰਾ ਦ੍ਰਿੜ ਨਿਸ਼ਚਾ ਆ। ਠੀਕ ਆ, ਉਦੋਂ ਬਾਅਦ ਕੀ ਕਲਾ ਵਰਤਦੀ ਆ, ਅਸੀਂ ਤਾਂ ਇਹਨੂੰ ਸਾਰੀਆਂ ਘੋੜੀਏ ਕਾਠੀਆਂ ਕਮਰ ਕੱਸੇ ਜਿੰਨੇ ਵੀ, ਠੀਕ ਆ, ਜਿੰਨੇ ਵੀ ਸਾਰਾ ਕੁਝ ਵੀ ਜਿਹੜਾ ਇੱਕ ਵੀ ਕੋਈ ਆਪਣੇ ਕੋਲ ਸੀ ਗੱਲਬਾਤ, ਉਹ ਸਾਰੀ ਭਚੰਗ ਫੌਜ ਨੇ ਪ੍ਰੇਮ ਸਿੰਘ ਦੇ ਮੋਹਰੇ ਹਾਜ਼ਰ ਕੀਤਾ ਬਈ ਇਹ ਸਾਰੇ ਰਾਜ ਸਾਜ ਦਾ ਜਾਇਜ਼ਾ ਲੈ ਕੇ ਹੁਣ ਸਾਡੇ ਕਿਸੇ ਜਾਂ ਤਾਂ ਬਾਬੇ ਹੈਪੀ ਨੂੰ ਜਥੇਦਾਰ ਬਣਾਵੇ ਜਾਂ ਕਿਸੇ ਹੋਰ ਭਚੰਗੀ ਨੂੰ ਮੋਹਰੇ ਲਾਵੇ। ਠੀਕ ਹੈ, ਕੋਈ ਚੱਜ ਦਾ ਜਥੇਦਾਰ ਬਣਾਵੇ। ਪਰ ਪ੍ਰੇਮ ਸਿੰਘ ਨੇ ਏਦਾਂ ਦੀ ਘੂਸੀ ਭੋਰੀ, ਪ੍ਰੇਮ ਸਿੰਘ ਨੇ ਏਦਾਂ ਦਾ ਗੰਦ ਪਾਇਆ, ਭੈਣ ਚੋਦ ਨੇ 100 ਰੁਪਈਆ ਦੇ ਕੇ ਸਾਰੀ ਫੌਜ ਨੂੰ 100 ਰੁਪਈਆ ਦੇ ਕੇ। ਠੀਕ ਆ, ਜਿਹੜੇ ਆਪਣੇ ਘਰ-ਬਾਰ ਛੱਡ ਕੇ ਸੇਵਾ ਕਰਦੇ ਸੀ, ਜਿਹੜੇ ਸਾਰੀ ਜ਼ਿੰਦਗੀ ਜਿਨ੍ਹਾਂ ਨੇ ਗਾਹਤੀ, ਉਹਨਾਂ ਭਚੰਗ ਫੌਜਾਂ ਨੂੰ 100 ਦਾ ਨੋਟ ਦੇ ਕੇ ਪ੍ਰੇਮ ਸਿੰਘ ਕਹਿੰਦਾ ਸ਼ਾਮ ਨੂੰ ਟ੍ਰੇਨ ਜਾਂਦੀ ਆ, ਜਿੰਨੇ ਵੀ ਬਹਾਦਰ ਸਿੰਘ ਦੇ ਭਚੰਗੀ ਆ ਸਾਰੇ ਚਾਲਾ ਮਾਰ ਜਾਓ, ਮੈਂ ਕੋਈ ਵੀ ਨਹੀਂ ਰੱਖਣਾ। ਇਹ ਪ੍ਰੇਮ ਸਿੰਘ ਨੇ ਹੁਕਮ ਜਾਰੀ ਕੀਤਾ, ਤਾਂ ਕਰਕੇ ਪ੍ਰੇਮ ਸਿੰਘ ਦੀ ਭੈਣ ਗੜੀ ਜਾ ਰਹੀ ਆ। ਠੀਕ ਹੈ, ਜੋ ਆਪਣਾ ਹੋਊਗਾ, ਜੋ ਆਪਾਂ ਨੂੰ ਸ਼ਹੀਦ ਕਹਿਣਗੇ ਜਾਂ ਆਪਣਾ ਪਰਮੇਸ਼ਵਰ ਆਪਾਂ ਨੂੰ ਕੁਝ ਕਰਦਾ ਉਹ ਦੇਖਿਆ ਜਾਊਗਾ, ਪਰ ਜਿਹੜੀ ਗੱਲ ਕਰਨੇ ਵਾਲੀ ਉਹ ਕੀਤੀ ਜਾਊਗੀ। ਠੀਕ ਆ, ਸਾਨੂੰ 100 ਰੁਪਈਆ, ਸਾਡੀ ਸੇਵਾ ਦਾ ਮੁੱਲ 100 ਰੁਪਈਆ ਪਾਇਆ ਗਿਆ। 100 ਰੁਪਈਆ ਫੜਾ ਕੇ ਕਹਿੰਦਾ ਆਪਦਾ ਕਸ਼ਹਿਰਾ ਚੱਕੋ, ਨਿਕਲ ਜਾਓ। ਚਲੋ ਉਹ ਗੱਲਬਾਤ ਐਸੀ ਹੋਈ, ਉੱਥੇ ਬਾਬੇ ਹੈਪੀ ਦੇ ਨਾਲ ਗੁਰਮਤਾ ਸੋਧਿਆ ਗਿਆ ਵੀ ਭੈਣ ਚੋਦਾਂ ਨੇ ਸਾਰਾ ਰਾਜ ਸਾਜ ਖੋਲਿਆ ਸਾਡੇ ਕੋਲੋਂ। ਠੀਕ ਆ, 1 ਮਿੰਟ ਦੇ ਵਿੱਚ ਪਾਤਸ਼ਾਹੀ ਤੋਂ ਭੈਣ ਚੋਦਾਂ ਨੇ ਸਾਨੂੰ ਫਕੀਰ ਬਣਾਤਾ। ਇੱਕ ਮਿੰਟ ਦੇ ਵਿੱਚ ਸਾਨੂੰ ਭੈਣ ਦਿਆਂ ਯਾਰਾਂ ਨੇ ਮੰਗ ਤੇ ਬਣਾਤਾ। 100 ਰੁਪਈਆ ਦੇ ਕੇ 100 ਰੁਪਈਆ ਸਾਨੂੰ ਦੇ ਕੇ ਕਹਿੰਦੇ ਚਾਲਾ ਮਾਰ ਜਾਓ। ਚਲੋ
महाराज की किरपा दे नाल उत्थों माता नूं फतेह गजा के, ठीक है, माता नूं फतेह गजा के उत्थों चाला कर दिता। बाबे बहादुर सिंह दे भुजंगी ने कहा सी किसी भी फौज ने अपने मुख तो सी नहीं करनी, किसी नूं गाल नहीं कढ़नी, भावें नहीं साडा राज साज खोलिया, कुछ भी हो गया, ठीक है। ऐदू बड़ा भैन चोदो केड़ा ब्रह्म ज्ञान आ, ऐदू बड़ा केड़ा त्याग आ तुहाडी धी दी लन तुहाडी दी, ऐदो बड़ा केड़ा त्याग आ जिहड़ा 1 मिनट दे विच एडा बड़ा राज साज छड्ड के फकीर हो जाना। भैन चोदो सानू भी दसो केड़ा एडा ब्रह्म ज्ञान आ। उदू बाद फौज सारी सरबलो बुंगे आउंदी आ, सरबलो बुंगे आउण तो बाद दी भैन दी लन इन्हां दी मारिया पा के इन्हां ने बहुत खराब कीता होया, सानू बहुत इन्हां ने लहू पीता साडा भैन चोदां ने, बड़ियां ब्रह्म ज्ञानियां ने। तां इन्हां दी भैन गढ़दे आ, गढ़नी भी आ जिन्ना चिर सवास च सवास आ। साले होए 96 करोड़ी प्रेम सिंह दे। उदू बाद फिर की हुंदा है, उत्थों सारी फौज चाला पा दिंदी आ, सरबलो बुंगे तो ट्रेन फड़ लेंदे आ। निहंग सिंघां दा कोई किराया नहीं लगदा, ठीक है। ट्रेन दे विच सारी फौज 45 भुजंगी सीगे उस वेले जिहड़े बाबे हैप्पी दे मगर तुरे सारे दल नूं छड्ड के, ठीक है। वो जिहड़े 2-4 चौथे पौड़े वाले सीगे उन्हां नूं, ठीक है, इन्हें शेर सिंह ने बरगला लिया, उन्होंने लालच लूलच देते बई आपां घोड़े सामने आ, ये करना वो करना। नाले प्रेम सिंह ने झूठ बोलिया भी मैं हुण दल फेरना ही नहीं, ठीक है। बाबे बहादुर सिंह दी फौज चाला पा जाओ, ठीक है। 100 रुपया दे के कहंदा इत्थों निकल जाओ, कशहरा चक्को दौड़ जाओ, मैं बहादुर सिंह दा कोई बंदा नहीं रखना। ते ये ब्रह्म ज्ञानी प्रेम सिंह ने झूठ बोलिया कि मैं हुण कोई दल नहीं फेरना, मैं इत्थे माता दे बन के ही घोड़ियां नूं दाना पाऊंगा, मेरे कोल बहुत कुछ आ, मेरे आप दे भुजंगी सारा कुछ संभाल लैणगे, ठीक है। ये प्रेम सिंह ने झूठ बोले उस वेले माता दे, एडा धरोक माया इन्हें पंथ दे नाल। उदों बाद जदों फौज ने आके चाला पा दिता, ठीक है, कित्थे कित्थे असी तख्तां दे मालक सी, सारी गलबात सी, सारी जगह ते अपना कानून चलाउंदे सीगे, ठीक है, पातशाही करदे सीगे। 1 मिनट दे विच चलो तख्ता पलट हो गया, अपनी गलबात सी कोई, पर ये सानू गलबात बाबे बहादुर सिंह साहब जी ने पहले ही सानू समझाई सी, ठीक है। भी जिद्दण फौज ने चाला पाता ना, बाबे कहंदे सी जिद्दण मैं चाला मार गया इनी तुहानू बुढ़े दल दे घोड़ियां दा लदेड़ा भी नहीं चक के घर नूं लिजाण देना, ठीक है। मेरे पुੱਤ बन के हुण पातशाहियां करो, रज के पैरा करो, गज के जिहड़ी गलबात करने वाली आ ओह करो, जिहड़ी तुहाडे तो हुंदी आ, जिहड़ी तुहाडे तो शहीद कराउंदे आ। ते गलबात ऐदां दी रह भी कोई नहीं गई जिहड़ी कीती नहीं आपां, जां जिहड़ी भुजंग फौज तो कराई नहीं शहीदां ने, सारा कुछ ही कराया, ठीक है। सारी गलबात होई, सारी गलबात सारे पैरे दिखाले महाराज ने, सारे 100 साल की जिहड़ी कला वरतदी आ रही ना बुढ़े दल की, ओहदा इदां शीशा दिखाल दिता भी किहड़ा किहड़ा पंथ लई मरदा आ, किहड़ा किहड़ा पंथ नूं खराब करदा है। सारा एक एक महाराज ने एक एक गलबात सारी महाराज ने एक एक पॉइंट रख दिता मोरे। चलो उत्थों फिर सचखंड हजूर साहब तो फौज ने चाला पाता, चाला मार के उत्थों फिर ट्रेन दे विच बैठ के आपां रकबे पहुंच गए, रकबे पहुंच गए, ठीक है। रकबे आपां पहुंचदे आ रात नूं 2 वजे, ठीक है। रात नूं 2 वजे उत्थे पहुंच गए रकबे, ते उत्थे फिर फौजां ने सुख लिया। ते उदों बाद बाकी दी गलबात फौजो कल नूं करांगे, हुण थोड़ा बोल नहीं हुंदा अपने तो। बाकी कल नूं गलबात अगे आपां करनी आ भी ये जिहड़ा प्रेम सिंह आ इहने अपनी, ठीक है, पहला साडा सारा राज साज खो के बाबे बहादुर सिंह दा साडे कशहरे चकाते चाला पवाता। उदों बाद भैन चोदा ने पुलिस नूं पैसे दे के साडियां ਸਿੰਘਾਂ दी कटाई कराई, ठीक है।
ਤੇ ਉਦੋਂ ਬਾਅਦ ਇਹਨਾਂ ਨੇ ਸਾਰਿਆਂ ਸਿੰਘਾਂ ਨੂੰ ਕਟਾਇਆ ਸਾਰਿਆਂ ਨੂੰ। ਫਿਰ ਇਹ ਕਿੱਦਾਂ ਪ੍ਰੇਮ ਸਿੰਘ ਦੀ ਭੈਣ ਗੜਦੇ ਆ ਸ਼ਹੀਦ, ਕਿੱਦਾਂ ਇਹ ਜਿਹੜੀ ਜੁੰਡਲੀ ਮਲੇਸ਼, ਠੀਕ ਆ, ਬਾਬੇ ਬਹਾਦਰ ਸਿੰਘ ਦੇ ਗੋਲੀਆਂ ਮਾਰਨ ਵਾਲੇ, ਤੇ ਇਹ ਕਿੱਦਾਂ ਫੜੇ ਗਏ, ਇਹ ਕਿੱਦਾਂ ਕਾਬੂ ਹੋਏ, ਇਹਨਾਂ ਨੂੰ ਕਿੱਦਾਂ ਸ਼ਹੀਦਾਂ ਨੇ ਨੰਗਾ ਕੀਤਾ, ਉਹ ਗੱਲਬਾਤ ਆਪਾਂ ਕੱਲ੍ਹ ਨੂੰ ਕਰਾਂਗੇ। ਹੁਣ ਬਚਨ ਨਹੀਂ ਕਰ ਹੋ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੈ। ਕੱਲ੍ਹ ਨੂੰ ਕਰਾਂਗੇ ਗੱਲਬਾਤ।